गवर्नमेंट बोर्ड फॉर्म दे कि वो साडे आए हुए मेहमानां नूं रस्मी तौर ते जी आਇਆਂ ਨੂੰ ਕਹਿਣਗੇ। डॉक्टर केवल अरोड़ा जी। मेहरबानी डॉक्टर मनदीप जी। सो जिस तरह डॉक्टर मनदीप जी ने दस्सिया कि अज दा सैमीनार है वो बकरी पालने उपर, बकरी दे विच भी क्यों लोग बग्गां दे विच चारदे हुंदे सी जिहड़ियां जानवरां नूं, पर हुण जिहड़ा चरांदा खत्म हो गईयां, लोकां दा समां उदां दा नहीं रिहागा। सो विग्यानक प्रणाली राਹੀਂ ਜਿਹੜਾ ਹੁਣ ਦਾ ਜਿਹੜਾ ਜ਼ਮਾਨਾ ਆ ਰਿਹਾ, ਖੁਰਲੀਆਂ ਦੇ ਵਿੱਚ ਵਾੜਿਆਂ ਦੇ ਵਿੱਚ ਬੱਕਰੀਆਂ ਰੱਖ ਕੇ ਲੋਕੀ ਜਿਹੜੇ ਆ ਇਹ ਪਾਲਣ ਦੀ ਕੋਸ਼ਿਸ਼ ਕਰ ਰਹੇ ਆ ਔਰ ਕਾਮਯਾਬੀ ਬਹੁਤ ਹੋ ਰਹੇ ਆ। ਸੋ ਅਸੀਂ ਦੇਖ ਰਹੇ ਕਿ ਬਹੁਤ ਪੰਜਾਬ ਦੇ ਵਿੱਚ ਵੱਧ ਰਿਹਾ। ਸੋ क्योंकि समय ਇਹੋ ਜਿਹਾ ਚੱਲਿਆ ਸਾਡਾ, ਜਿਸ ਤਰ੍ਹਾਂ ਅੱਗੇ ਅਸੀਂ ਮੇਲੇ ਲਾ ਕੇ ਕੈਂਪ ਲਾ ਕੇ ਲੋਕਾਂ ਨੂੰ ਸਿਖਲਾਈ ਦਿੰਦੇ ਸੀ, ਜਾਣਕਾਰੀ ਦਿੰਦੇ ਸੀ, ਟੈਕਨੀਕਸ ਹੈਗੀਆਂ, ਨੈਟ ਰਾਹੀਂ ਵੈਬੀਨਾਰ ਸ਼ੁਰੂ ਕਰ ਰਹੇ ਹਾਂ। ਸੋ ਜਿੰਨੇ ਵੀ ਇਸ ਸੈਮੀਨਾਰ ਨੂੰ ਅਟੈਂਡ ਕਰਨ ਆਏ ਹੋਏ ਸਾਡੇ ਫਾਰਮਰਸ ਨੇ, ਸਾਡੇ ਡਾਕਟਰਸ ਨੇ, ਸਾਡੇ ਅਫੀਸਰ ਸਾਹਿਬਾਨ ਨੇ, ਅਸੀਂ ਉਹਨਾਂ ਨੂੰ ਇਸ ਸਮੇਂ ਤੇ ਇੱਥੇ ਪਹੁੰਚਣ ਤੇ ਇਹ ਜਿਹੜੇ ਸੈਮੀਨਾਰ ਨੂੰ ਅਟੈਂਡ ਕਰਨ ਵਾਸਤੇ ਆਏ ਹੋਏ ਨੇ, ਬਹੁਤ ਬਹੁਤ ਜੀ ਆਇਆਂ ਆਖਦੇ ਹਾਂ। ਔਰ ਆਸ ਕਰਦੇ ਹਾਂ ਕਿ ਅਸੀਂ ਅੱਜ ਬਹੁਤ ਕੁਝ ਜਿਹੜਾ ਖੁਰਲੀ ਪ੍ਰਣਾਲੀ ਰਾਹੀਂ ਪਾਲਣ ਹੋ ਰਿਹਾ ਬੱਕਰੀਆਂ ਦਾ, ਬਹੁਤ ਕੁਝ ਡਾਕਟਰ ਮਨਦੀਪ ਤੋਂ ਸਿੱਖਾਂਗੇ। ਕਿਉਂਕਿ ਜਦੋਂ ਮੈਂ ਇਹਨਾਂ ਨਾਲ ਗੱਲ ਕੀਤੀ ਤੇ ਮੈਨੂੰ ਐਂ ਲੱਗਿਆ ਕਿ ਮੈਂ ਬਹੁਤ ਦੇਰ ਦਾ ਜਾਣਦਾ ਹਾਂ, ਤੇ ਜਦੋਂ ਇਹੋ ਜਿਹਾ ਬੁਲਾਰਾ ਸਾਨੂੰ ਕੋਈ ਜਾਣਕਾਰੀ ਦਿੰਦਾ ਤੇ ਅਸੀਂ ਬਹੁਤ ਹੀ ਜਾਣਕਾਰੀ ਲੈਂਦੇ ਹਾਂ। ਡਾਕਟਰ ਸਾਹਿਬ ਨੇ ਵੀ ਇਹਦੇ ਵਿੱਚ ਪਾਰਟੀਸਪੇਟ ਕਰਨਾ ਸੀ, ਪਰ ਕੁਛ ਜ਼ਰੂਰੀ ਰੁਝੇਵਿਆਂ ਕਰਕੇ, ਮੀਟਿੰਗਾਂ ਕਰਕੇ ਉਹ ਨਹੀਂ ਕਰ ਸਕੇ। ਸੋ ਡਿਪਟੀ ਡਾਇਰੈਕਟਰ ਲੁਧਿਆਣਾ ਜੀ ਡਾਕਟਰ ਨਰਿੰਦਰ ਸ਼ਰਮਾ ਜੀ ਸਾਡੇ ਵਿਚਕਾਰ ਨੇ, ਉਹਨਾਂ ਨੂੰ ਅਸੀਂ ਬਹੁਤ ਬਹੁਤ ਜੀ ਆਖਦੇ ਹਾਂ। ਉਹ ਸਾਡੀ ਇਸ ਸਟੇਟ ਕਮੇਟੀ ਦੀ ਮੈਂਬਰ ਵੀ ਨੇ। ਸੋ ਜਿੰਨੇ ਵੀ ਬੱਕਰੀ ਪਾਲਣ ਵਾਲੇ ਜਾਂ ਹੋਰ ਪਸ਼ੂ ਪਾਲਕ ਵੀਰ ਤੇ ਸਾਡੇ ਵੀਰ ਇੱਥੇ ਆਏ ਨੇ, ਸਭ ਨੂੰ ਮੇਰੇ ਵੱਲੋਂ, ਸਾਡੀ ਟੀਮ ਵੱਲੋਂ ਜੀ ਆਇਆਂ ਜੀ। क्योंकि साडा समय की जिहड़ी आ पाबंदी का सानूं ध्यान च रखना पएगा। सो किसान पशु पालक वीर साडे नाल जुड़ भी रहे ने, कुछ जुड़ चुके ने। हुण मैं बेनती करांगा डॉक्टर मनदीप सिंगला जी नूं कि वो किरपा करके अपने विषय की सांझ साडे सारिआं दे नाल पाउणगे ते ਜਦੋਂ ਉਹਨਾਂ ਦੇ ਸੈਸ਼ਨ ਦੀ ਸਮਾਪਤੀ ਹੋਏਗੀ ਉਸ ਤੋਂ ਬਾਅਦ ਉਹਨਾਂ ਨੂੰ ਅਸੀਂ ਇਹ ਵੀ ਬੇਨਤੀ ਵੀ ਕਰਾਂਗੇ ਕਿ ਕੁਝ ਸਮਾਂ ਜਿਹੜਾ ਵਾ ਉਹ ਸਾਨੂੰ 10-15 ਮਿੰਟ ਉਹ ਪਸ਼ੂ ਪਾਲਕਾਂ ਦੇ ਜਿਹੜੇ ਸਵਾਲ ਨੇ ਉਹਦੇ ਲਈ ਜ਼ਰੂਰ ਦੇਣ, ਤਾਂ ਕਿ ਜਿਹੜੀਆਂ ਮਨਾਂ ਦੇ ਵਿੱਚ ਉਹਨਾਂ ਦੀ ਸ਼ੰਕਾਵਾਂ ਨੇ ਪਸ਼ੂ ਪਾਲਕਾਂ ਦੇ ਜਾਂ ਬੱਕਰੀ ਪਾਲਕਾਂ ਦੇ, ਉਹ ਉਹਨਾਂ ਨੂੰ ਦੂਰ ਕਰ ਸਕਣ। ਸੋ ਹੁਣ ਮੈਂ ਬੇਨਤੀ ਕਰਾਂਗਾ ਡਾਕਟਰ ਮਨਦੀਪ ਸਿੰਗਲਾ ਜੀ ਨੂੰ, ਜਿਹੜੇ ਕਿ ਅਸਿਸਟੈਂਟ ਐਨੀਮਲ ਸਾਇੰਟਿਸਟ ਡਿਪਾਰਟਮੈਂਟ ਆਫ LPM ਗੜਵਾਸੂ ਲੁਧਿਆਣਾ ਦੇ ਵਿੱਚ ਸੇਵਾਵਾਂ ਦੇ ਰਹੇ ਨੇ। ਮੈਂ ਇੱਕ ਬੜੀ ਚੀਜ਼ ਦੀ ਖੁਸ਼ੀ ਹੋਈ ਕਿ ਜਦੋਂ ਅਸੀਂ ਇਸ ਟੌਪਿਕ ਨੂੰ ਡਿਸਾਈਡ ਕਰ ਰਹੇ ਸੀ ਤਾਂ ਸਾਡੇ ਕੋਲ ਵਰਡ ਆਇਆ ਸੀ ਸਟਾਲ ਫੈਡ ਬੱਕਰੀਆਂ ਦੇ ਲਈ। ਸੋ ਸਾਨੂੰ ਇੱਕ ਸੁਝਾਅ ਆਇਆ ਸੀ ਕਿ ਉਹਦਾ ਪੰਜਾਬੀ ਦੇ ਵਿੱਚ ਇਸ ਸ਼ਬਦ ਦਾ ਤਰਜਮਾ ਹੋਣਾ ਚਾਹੀਦਾ ਹੈ ਸਟਾਲ ਫੈਡ ਦਾ, ਤੇ ਮੈਂ ਤੇ ਡਾਕਟਰ ਕੇਵਲ ਕਾਫੀ ਇੱਥੇ ਤਵੱਜੋ ਦੇ ਰਹੇ ਸੀ ਤੇ ਅੱਜ ਡਾਕਟਰ ਸਾਹਿਬ ਨੇ ਟੌਪਿਕ ਦੇ ਵਿੱਚ ਉਹਦਾ ਪੰਜਾਬੀ ਜਿਹੜਾ ਟਰਾਂਸਲੇਸ਼ਨ ਹੈ ਉਹ ਦੇ ਦਿੱਤੀ ਹੈ। ਸੋ ਹੁਣ ਮੈਂ ਬੇਨਤੀ ਕਰਾਂਗਾ ਡਾਕਟਰ ਸਾਹਿਬ ਨੂੰ ਕਿ ਉਹ ਵਿਸ਼ੇ ਦੀ ਸਾਂਝ ਜਿਹੜੀ ਆ ਉਹ ਸਾਡੇ ਜਿਹੜੇ ਆਡੀਅנס ਆ ਉਹਨਾਂ ਦੇ ਨਾਲ ਪਾਉਣ। ਡਾਕਟਰ ਮਨਦੀਪ ਸਿੰਗਲਾ ਜੀ। ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਜਿਵੇਂ ਕਿ ਅੱਜ ਦੀ ਗੱਲ ਹੋ ਹੀ ਰਹੀ ਹੈ ਕਿ ਆਪਾਂ ਅੱਜ ਗੱਲਬਾਤ ਕਰਨੀ ਹੈ ਖੁਰਲੀ ਪਾਲਣ ਪ੍ਰਣਾਲੀ ਵਿੱਚ ਬੱਕਰੀਆਂ ਦਾ ਪਾਲਣ ਪੋਸ਼ਣ। ਦੋਸਤੋ, ਇਹ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਜਿਵੇਂ ਦੇਖ ਹੀ ਰਹੇ ਹਾਂ ਕਿ ਅੱਜ ਕੱਲ੍ਹ ਜੋ ਹਾਲਾਤ ਚੱਲ ਰਹੇ ਨੇ, ਥੋੜ੍ਹਾ ਜਿਹਾ ਕਰੋਨਾ ਦੇ ਬਾਰੇ ਕਿ COVID-19 ਦਾ ਪਹਿਲਾ ਕੇਸ ਆਪਣੇ ਕੋਲੇ 30 ਜਨਵਰੀ ਨੂੰ ਆਇਆ ਸੀ ਤੇ ਅੱਜ ਦੀ ਮਿਤੀ ਵਿੱਚ ਸਾਡੇ ਕੋਲੇ 11,18,000 ਕੇਸ ਹੋ ਚੁੱਕੇ ਨੇ। 24 ਮਾਰਚ ਨੂੰ ਲੋਕਡਾਊਨ ਲੱਗਿਆ ਸੀ ਤੇ ਹਾਲਾਤ ਹੈ ਜਿਹੜੇ ਉਹ ਅੱਜ ਵੀ ਲੋਕਡਾਊਨ ਵਰਗੇ ਹੀ ਬਣੇ ਹੋਏ ਨੇ। ਹੁਣ ਇਸ ਹਾਲਾਤ ਵਿੱਚ ਆਪਾਂ ਇਸ ਬਿਮਾਰੀ ਤੋਂ ਕਿਵੇਂ ਬਚ ਸਕਦੇ ਹਾਂ, ਤੇ ਉਹਦਾ ਇੱਕੋ ਹੀ ਸੋਲੂਸ਼ਨ ਹੈਗਾ, ਉਹ ਹੈਗਾ ਸੋਸ਼ਲ ਡਿਸਟੈਂਸਿੰਗ। ਇਹੀ ਕਾਰਨ ਹੈ ਕਿ ਡਾਕਟਰ ਕੇਵਲ ਨੇ ਸੈਮੀਨਾਰ ਦੇ ਸ਼ੁਰੂ ਦੇ ਵਿੱਚ ਇਸ ਬਾਰੇ ਥੋੜ੍ਹੀ ਜਿਹੀ ਗੱਲ ਵੀ ਕੀਤੀ ਹੈ, ਕਿਉਂਕਿ
ਸੋਸ਼ਲ ਡਿਸਟੈਂਸਿੰਗ ਦੇ ਇਸ ਦੌਰ ਵਿੱਚ, ਸਮਾਜਿਕ ਦੂਰੀ ਦੇ ਇਸ ਦੌਰ ਵਿੱਚ ਅਸੀਂ ਖੁੱਲ੍ਹ ਕੇ ਇੱਕ ਦੂਜੇ ਨਾਲ ਟ੍ਰੇਨਿੰਗਾਂ ਨਹੀਂ ਲਾ ਸਕਦੇ। ਸੋ ਇਸ ਦੌਰ ਵਿੱਚ ਸੋਸ਼ਲ ਡਿਸਟੈਂਸਿੰਗ ਜਾਂ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਕਰਦੇ ਹੋਏ ਅਸੀਂ ਇਸ ਵੈਬੀਨਾਰ, ਇਸ ਆਨਲਾਈਨ ਸੈਮੀਨਾਰ ਦਾ ਇੱਕ ਆਯੋਜਨ ਮਹਿਕਮੇ ਨੇ ਕੀਤਾ ਹੈ, ਤੇ ਜਿਹਦੇ ਵਿੱਚ ਮੈਨੂੰ ਉਹਨਾਂ ਨੇ ਮੇਰੀ ਸੇਵਾ ਲਾਈ ਹੈ ਕਿ ਮੈਂ ਇਸ ਵਿਸ਼ੇ ਦੇ ਉੱਤੇ ਥੋੜਾ ਜਿਹਾ ਚਾਨਣ ਪਾਉਣ ਦੀ ਕੋਸ਼ਿਸ਼ ਕਰਾਂ। ਹੁਣ ਆਪਾਂ ਇਸ ਵਿਸ਼ੇ ਦੇ ਬਾਰੇ ਜੋ ਵਿਸ਼ਾ ਡਾਕਟਰ ਸਾਹਿਬ ਨੇ ਮੇਰੇ ਨਾਲ ਗੱਲ ਕੀਤੀ ਹੈ, ਡਾਕਟਰ ਸਾਹਿਬ ਤੇ ਮੇਰੇ ਹੋਰ ਸਰੋਤਾ ਵੀਰੋ, ਕਿਸਾਨ ਵੀਰੋ, ਇੱਕ ਜਦੋਂ ਅਸੀਂ ਯੂਨੀਵਰਸਿਟੀ ਦੇ ਵਿੱਚ ਬਹਿੰਦੇ ਹਾਂ, ਕੋਈ ਵੀ ਕਿਸਾਨ, ਕੋਈ ਵੀ ਸ਼ਖਸ ਜਦੋਂ ਸਾਡੇ ਕੋਲੇ ਜਾਣਕਾਰੀ ਲੈਣ ਆਉਂਦਾ ਹੈ, ਉਹ ਸਾਨੂੰ ਕਦੇ ਐ ਨਹੀਂ ਕਹਿੰਦਾ ਵੀ ਡਾਕਟਰ ਸਾਹਿਬ ਸਾਨੂੰ ਇਸ ਵਿਸ਼ੇ ਬਾਰੇ ਜਾਣਕਾਰੀ ਦਿਓ। ਉਹਦਾ ਇੱਕੋ ਹੀ ਸਵਾਲ ਹੁੰਦਾ ਹੈ ਕਿ ਬੱਕਰੀ ਪਾਲਣ ਕਿਉਂ, ਤੇ ਬੱਕਰੀ ਪਾਲਣ ਤੋਂ ਮੈਨੂੰ ਕੀ ਫਾਇਦਾ ਹੈ, ਮੈਂ ਬੱਕਰੀ ਪਾਲਣ ਕਿਉਂ ਕਰਾਂ। ਤੇ ਮੈਂ ਕੋਸ਼ਿਸ਼ ਕੀਤੀ ਹੈ ਕਿ ਅੱਜ ਦੀ ਜਿਹੜੀ ਮੇਰੀ ਪ੍ਰੈਜੈਂਟੇਸ਼ਨ ਹੈ, ਅੱਜ ਦੀ ਜਿਹੜੀ ਮੇਰੀ ਗੱਲਬਾਤ ਹੈ, ਉਹ ਇਸ ਦੇ ਦੁਆਲੇ ਹੀ ਹੈ ਕਿ ਬੱਕਰੀ ਪਾਲਣ ਕਿਉਂ ਤੇ ਬੱਕਰੀ ਪਾਲਣ ਦਾ ਕੀ ਸਕੋਪ ਹੈ। ਜਿਵੇਂ ਕਿ ਤੁਸੀਂ ਸਾਰੇ ਮੇਰੇ ਕਿਸਾਨ ਵੀਰੋ ਸਾਰੇ ਜਾਣਦੇ ਹੀ ਹੋ ਕਿ ਬੱਕਰੀ ਇੱਕ ਬਹੁ-ਮੰਤਵੀ ਜੀਵ ਹੈ। ਇਸ ਤੋਂ ਕਈ ਤਰ੍ਹਾਂ ਦੇ ਉਤਪਾਦ ਹੈ ਜੋ ਅਸੀਂ ਲੈ ਸਕਦੇ ਹਾਂ। ਇਸ ਤੋਂ ਅਸੀਂ ਦੁੱਧ ਜਾਂ ਮੀਟ ਹੀ ਨਹੀਂ, ਹੋਰ ਵੀ ਕਈ ਤਰ੍ਹਾਂ ਦੇ ਲਾਹੇ ਹੈ ਇਹਦੇ ਤੋਂ ਅਸੀਂ ਖੱਟ ਸਕਦੇ ਹੈਗੇ ਆ। ਕਈ ਆਪਾਂ ਭਾਰਤ ਵਿੱਚ ਵੇਖੀਏ ਤਾਂ ਬਹੁਤ ਸਾਰੇ ਲੋਕ ਅੱਜ ਦੀ ਜਿਹੜੀ ਜੀਵਨੀ ਹੈ, ਉਹਨਾਂ ਦੀ ਜਿਹੜੀ ਸਮਾਜਿਕ ਸੁਰੱਖਿਆ ਹੈ, ਉਹਨਾਂ ਦਾ ਜਿਹੜਾ ਪਾਲਣ ਹੈ, ਉਹ ਬੱਕਰੀਆਂ ਦੇ ਉੱਤੇ ਜੁੜਿਆ ਹੋਇਆ ਹੈ। ਡਾਕਟਰ ਸਾਹਿਬ ਤੁਸੀਂ ਪਿੰਡਾਂ ਦੇ ਵਿੱਚ ਕੰਮ ਕਰਦੇ ਹੋ, ਇਸ ਬਾਰੇ ਤੁਸੀਂ ਜ਼ਿਆਦਾ ਜਾਣਦੇ ਹੋ ਕਿ ਬੱਕਰੀ ਬਹੁਤ ਸਾਰੇ ਪਰਿਵਾਰਾਂ ਨੂੰ ਆਪਣੇ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਪਾਲ ਰਹੀ ਹੈ। ਹੁਣ ਗੱਲ ਆਈ ਕਿ ਬੱਕਰੀ ਦੇ ਵਿੱਚ ਕਈ ਤਰ੍ਹਾਂ ਦੇ ਗੁਣ ਨੇ ਜਿਨ੍ਹਾਂ ਦੇ ਕਰਕੇ ਬੱਕਰੀ ਨੂੰ ਭਵਿੱਖ ਦਾ ਪਸ਼ੂ ਵੀ ਆਖਿਆ ਜਾਂਦਾ ਹੈ। ਬੱਕਰੀ ਅਜਿਹਾ ਨਹੀਂ ਹੈ ਕਿ ਆਪਾਂ ਅੱਜ ਬੱਕਰੀ ਦੇ ਬਾਰੇ ਕੋਈ ਨਵੀਂ ਗੱਲ ਕਰ ਰਹੇ ਹਾਂ। ਜਿਵੇਂ ਮੈਂ ਗੱਲ ਕੀਤਾ ਕਿ ਲੱਖਾਂ ਕਰੋੜਾਂ ਪਰਿਵਾਰ ਆਪਣੀ ਜੀਵਨੀ, ਆਪਣਾ ਪਾਲਣ ਪੋਸ਼ਣ ਅਤੇ ਆਪਣੀ ਸਮਾਜਿਕ ਸੁਰੱਖਿਆ ਦੇ ਲਈ ਬੱਕਰੀ ਦੇ ਉੱਤੇ ਜੁੜੇ ਹੋਏ ਨੇ। ਪਰ ਜਿਵੇਂ ਜਿਵੇਂ ਹੁਣ ਸਮਾਜ ਦੇ ਵਿੱਚ ਤਬਦੀਲੀ ਆ ਰਹੀ ਹੈ, ਜਿਵੇਂ ਸ਼ਹਿਰੀਕਰਨ ਹੋ ਰਿਹਾ ਹੈ, ਵੱਧ ਤੋਂ ਵੱਧ ਜ਼ਮੀਨ ਹੈ ਜਿਹੜੀ ਖੇਤੀ ਹੇਠ ਆ ਗਈ ਹੈ ਜਾਂ ਹੋਰ ਵਰਤੋਂ ਹੇਠ ਆ ਰਹੀ ਹੈ, ਚਰਾਂਦਾਂ ਨੇ ਜਿਹੜੀਆਂ ਖਤਮ ਹੋ ਰਹੀਆਂ ਨੇ, ਬੱਕਰੀ ਉਤਪਾਦਾਂ ਦੀ ਜਿਹੜੀ ਮੰਗ ਹੈ ਉਹ ਵੱਧ ਰਹੀ ਹੈ। ਅੱਜ ਦਾ ਪੜ੍ਹਿਆ ਲਿਖਿਆ ਨੌਜਵਾਨ ਬੱਕਰੀ ਨੂੰ ਇੱਕ ਬਿਜ਼ਨਸ, ਇੱਕ ਵਿਵਸਾਏ ਦੇ ਤੌਰ ਤੇ ਅਪਣਾਉਣਾ ਚਾਹੁੰਦਾ ਹੈ। ਸੋ ਇਸੇ ਤਰ੍ਹਾਂ ਬੱਕਰੀ ਪਾਲਣ ਪ੍ਰਣਾਲੀ ਦੇ ਵਿੱਚ ਵੀ ਕਈ ਤਬਦੀਲੀਆਂ ਜਿਹੜੀਆਂ ਉਹ ਆ ਰਹੀਆਂ ਨੇ। ਹੁਣ ਬੱਕਰੀ ਪਾਲਣ ਨੂੰ ਟੱਪਰੀਵਾਸ ਨਾਲ ਨਾ ਜੋੜ ਕੇ ਹੁਣ ਇਸ ਨੂੰ ਇੱਕ ਵਿਵਸਥਿਤ, ਇੱਕ ਵਿਵਸਾਏ, ਇੱਕ ਬਿਜ਼ਨਸ ਦੇ ਤੌਰ ਤੇ ਅੱਜ ਦਾ ਪੜ੍ਹਿਆ ਲਿਖਿਆ ਜਿਹੜਾ ਨੌਜਵਾਨ ਹੈ ਉਹ ਇਸ ਨੂੰ ਅਪਣਾ ਰਿਹਾ ਹੈਗਾ। ਹੁਣ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ, ਸਾਨੂੰ ਜਿਵੇਂ ਮੈਂ ਸ਼ੁਰੂਆਤ ਕੀਤੀ ਹੈ ਕਿ ਬੱਕਰੀ ਪਾਲਣ ਕਿਉਂ ਤੇ ਇਸ ਦਾ ਕੀ ਸਕੋਪ ਹੈ। ਮੇਰੇ ਪਿਆਰੇ ਵੀਰੋ, ਪੰਜਾਬ ਦੇ ਵਿੱਚ ਆਪਣੇ ਹਿੰਦੁਸਤਾਨ ਦੇ ਵਿੱਚ ਲਗਭਗ 15 ਕਰੋੜ ਬੱਕਰੀਆਂ ਨੇ, ਜੋ ਵਿਸ਼ਵ ਦੀ ਕੁੱਲ ਬੱਕਰੀ ਸੰਖਿਆ ਦਾ 15% ਹੈ। ਭਾਰਤ ਦੇ ਵਿੱਚ ਜਿੰਨਾ ਪਸ਼ੂ ਧਨ ਹੈ ਉਹਦਾ 28% ਲਗਭਗ ਬੱਕਰੀਆਂ ਬਣਾਉਂਦੀਆਂ ਹਨ। ਬੱਕਰੀ ਦੁੱਧ ਪੈਦਾਵਾਰ ਦੇ ਵਿੱਚ ਵਿਸ਼ਵ ਦੇ ਵਿੱਚ ਸਾਡਾ ਪਹਿਲਾ ਸਥਾਨ ਆਉਂਦਾ ਹੈ। ਬੱਕਰੀ ਮੀਟ ਉਤਪਾਦਨ ਦੇ ਵਿੱਚ ਅਸੀਂ ਵਿਸ਼ਵ ਦੇ ਵਿੱਚ ਦੂਸਰੇ ਨੰਬਰ ਤੇ ਆਉਂਦੇ ਹਾਂ। ਬੱਕਰੀ ਅਤੇ ਭੇਡ ਦੇ ਮੀਟ ਦੇ ਨਿਰਯਾਤ ਦੇ ਵਿੱਚ ਦੁਨੀਆ ਵਿੱਚ ਅਸੀਂ ਦੁਨੀਆ ਦੇ ਸਭ ਤੋਂ ਵੱਡੇ ਨਿਰਯਾਤਕ ਹਾਂ। ਬੱਕਰੀ ਪਾਲਣ, ਬੱਕਰੀ ਦੋਸਤੋ ਇੱਕ ਅਜਿਹਾ ਜੀਵ ਹੈ ਜਿਸ ਵਿੱਚ ਵੰਸ਼ ਵਾਧਾ ਬਹੁਤ ਤੇਜ਼ੀ ਨਾਲ ਹੁੰਦਾ ਹੈ। ਤੁਸੀਂ ਅਕਸਰ ਹੀ ਸੁਣਿਆ ਹੋਵੇਗਾ ਕਿ ਕਿਸੇ ਨੇ ਕੰਮ 20-30 ਬੱਕਰੀਆਂ ਤੋਂ ਸ਼ੁਰੂ ਕੀਤਾ, ਅੱਜ ਉਸਨੇ 150-200 ਬੱਕਰੀਆਂ ਬਹੁਤ ਛੇਤੀ ਹੀ ਇੱਜੜ ਵਿੱਚ ਵਾਧਾ ਕਰ ਲਿਆ। ਬੱਕਰੀ ਆਪਣੇ ਆਪ ਨੂੰ ਔਖੇ ਹਾਲਾਤਾਂ ਵਿੱਚ, ਜਿੱਥੇ ਪੱਠੇ ਦੀ ਕਮੀ ਹੈ, ਜਿੱਥੇ ਹਾਲਾਤ ਬੜੇ ਔਖੇ ਨੇ, ਉੱਥੇ ਆਪਣੇ ਆਪ ਨੂੰ ਬਹੁਤ ਹੀ ਸੁਖਾਲਾ ਜਿਹੜੀ ਉਹ ਢਾਲ ਸਕਦੀ ਹੈ। ਇਸ ਤੋਂ ਇਲਾਵਾ ਬੱਕਰੀ ਨੂੰ ਬਹੁਤ ਹੀ ਆਸਾਨੀ ਨਾਲ ਕੋਈ ਬੰਦਾ ਬੱਕਰੀ ਪਾਲਦਾ ਹੈ, ਉਸ ਨੂੰ ਪੈਸੇ ਦੀ ਲੋੜ ਹੈ, ਉਹ ਬੱਕਰੀਆਂ ਵੇਚ ਕੇ ਆਸਾਨੀ ਨਾਲ ਇਸ ਨੂੰ ਨਕਦੀ ਦੇ ਵਿੱਚ ਤਬਦੀਲ ਕਰ ਸਕਦਾ ਹੈ। ਸੋ ਇਹੀ ਕਾਰਨ ਹੈ ਕਿ ਬੱਕਰੀ ਨੂੰ ਕਈ ਤਰ੍ਹਾਂ ਦੇ ਨਾਮਾਂ ਨਾਲ ਸੰਬੋਧਿਤ ਕੀਤਾ ਜਾਂਦਾ ਹੈ, ਜਿਵੇਂ ਗਰੀਬ ਦੀ ਗਾਂ, ਗਰੀਬ ਦਾ ਫਰਿੱਜ, ਗਰੀਬ ਦਾ
बैंक आदि। जेकर हुण आपां स्कोप की गल करिए तां एक वेखण विच आया है कि भारत विच जिहड़ा हौली हौली जिवें जिवें इस किते दे प्रति लोकां दा रुझान जिहड़ा वध रहा है उवें उवें भारत दे विच इस दी जनसंख्या पिछले दोवां सेंसस दे पशु गणना दे विच 10% वधी है। इसे तरह पंजाब दे विच भी पिछली दो गणना दे विच इस दी जनसंख्या जिहड़ी ओह 6% दे विच वधी है। हुण आपां थोड़ा जिहा चानना करदे हां, थोड़ी जी डिस्कशन करदे हां कि बकरी पालन का अपने पंजाब दे विच की स्कोप है। हुण जेकर तुसीं वेखो पंजाब दे विच लगभग 9000 टन मीट बकरी मीट का उत्पादन हुंदा है, जद के भारत विच लगभग 1100,000 टन बकरी मीट उत्पादन हुंदा है। जेकर असीं दुध उत्पादन की गल करिए तां भारत दे विच लगभग 6 मिलियन टन बकरी दुध उत्पादन हुंदा है, जबकि पंजाब विच ये उत्पादन बिल्कुल ना मात्र के बराबर है। जेकर आपां प्रति 1000 परिवारों द्वारा पाली जाने वाली बकरियां की संख्या करिए तो पंजाब विच ये संख्या 70-71 के बराबर आती है, जबकि यही संख्या भारत दे विच 500 तो भी वध आउंदी है। जिवें आपां मीट उत्पादन की गल करिए तो मीट उत्पादन के खेत्र विच भारत दे विच कुल मीट उत्पादन का 13.5% जिहड़ा हिस्सा है वह बकरियां वल्लों आंदा है। बकरियां भारत के कुल मीट उत्पादन विच लगभग 13.5 या 14% योगदान वह पाउंदियां हन। हुण यही चीज़ आपां पंजाब दे नाल कंपेयर करिए तो पंजाब दे विच पंजाब दे कुल मीट उत्पादन विच बकरियां का योगदान लगभग 3.5% के आस पास यह आउंदा है। सो इस तो आपां नूं बकरी पालन के स्कोप बारे एक रफ आइडिया, एक जानकारी मिलती है कि जिमें जिमें आपां चलो होर तां छड्डो, जेकर आपां भारत के डाटे नूं ही मैच करिए तो पंजाब विच बकरी पालन लगभग 6 तो 8 गुना तक होर है, जो अपनी मौजूदा स्थिति है उत्थे तक आपां इहनूं वधा सकते हाँ। जिवें कि गल कीती कि जिमें जिमें बकरी पालन के बारे रुझान वध रहा है उवें उवें बकरी पालन दे विच कई तब्दीलियां आ रही ने। बकरी पालन पहला इहनूं टप्परी वास्ते पालिया जांदा सी, पर हुण इस नूं व्यवस्थित प्रणाली विच लिखिया जांदा है। बकरी पालन पहला जो खट्टिया जो वट्टिया सो खट्टिया के सिद्धांत ते आधारित सीगा। घट खर्चे च कोई भी बंदा बकरी पालन शुरू कर लैंदा सी ते जो मुनाफा आया उहदे च ही उसनूं सबर करना पैंदा सी। पर हुण इस नूं एक वपार के तौर पर एक किते के तौर पर अपनाया जा रहा है, जिस विच शुरुआती खर्चा भी वध करना पैंदा है अते इस विचों मुनाफा भी वध खट्टिया जांदा है। पहला ये खेतर अनऑर्गेनाइज्ड सी, जिवें जिवें अवेयरनैस हो रही है, सरकार दे नुमाइंदे इस विच इन्वॉल्व हो रहे हैं, उवें उवें ये सैक्टर है जिहड़ा ऑर्गेनाइज हो रहा है। पहला बकरी पालन नूं सहायक किते दे तौर पर वेखिया जांदा सी, जबकि हुण इस नूं एक मुख बिजनेस, एक मुख किते दे तौर पर भी अपनाया जा रहा है। हुण दूसरा सवाल आंदा है कि आपां अज गल कर रहे हाँ कि बकरी पालन खुरली पालन प्रणाली विच बकरियां दा प्रबंध। किसान वीर अक्सर ही गल करते हैं कि किहड़ी प्रणाली है जिहड़ी ओह सब तो वधिया हैगी है। एक प्रणाली हैगी है खुरली पालन प्रणाली। खुरली पालन प्रणाली की है दोस्तों? खुरली पालन प्रणाली वो प्रणाली है जिस विच बकरियां नूं शैडां दे विच रख के पालिया जाता है। बकरियां दियां जिन्नियां भी लोड़ां ने, चाहे खुराकी लोड़ां ने जां होर भी कई लोड़ां ने, देखभाल दियां लोड़ां ने, वो सारियां शैडां दे विच ही पूरी कीती जाती है। खुरली पालन प्रणाली एक नवी प्रणाली है जो दुनिया विच दिन प्रति दिन प्रसिद्ध हो रही है। जेकर साडे कोल भी कोई जानकारी लैण आंदा है तो असीं भी इस प्रणाली विच ही बकरी पालन की सिफारिश है जिहड़ी ओह करते हाँ, क्योंकि जिवें कि तुसीं जानते हो कि आपां शैडां दे विच पाल रहे हैं। इहदा सब तो वड्डा फायदा यह है कि घट तो घट जगह विच असीं वधेरे तो वधेरा मुनाफा उम्मीद करते हैं। इहदे विच शरीरिक
क्योंकि सारी केयर मैनेजमेंट, सारा पालन प्रबंध एक छत हेठा हो रहा है। सो सारा कुछ साडे कंट्रोल दे विच है ते छेती वाधा ते सुखाला प्रबंधन, क्योंकि थोड़ी जी जगह विच असीं बकरियां रखिया हुई ने, सो उन्हां नूं संभालना थोड़ी जी जगह विच हो जाता है, जो इसके मुख फायदे ने। किसानां ने इस पालन प्रणाली दे विच शुरू किया, टप्परी वास तो उन्होंने खुरली पालन प्रणाली विच शुरू किया, ते कई किसान वीरां ने, कई बकरी पालकां ने जिहड़े कि अगाह वधू पढ़े लिखे बकरी पालक ने, उन्होंने इन्हां दे इस प्रणाली दे नाल, खुरली पालन प्रणाली दे नाल थोड़ी जिहियां बकरियां चरांद आले दुआले जो जमीन है उन्होंने चरांद दे विच तब्दील करके किया, ते उन्हां नूं काफ़ी अच्छे नतीजे मिले ने। ते उन्हां दा इह कहना है कि खुरली पालन दे नाल जेकर थोड़ी जी जमीन उन्हां जेकर उपलब्ध है, उन्होंने आपां कंबीनेशन खुरली पालन दा ते चरांद टप्परी वास दा कर लईए तां उहदे बहुत अच्छे नतीजे जिहड़े ओह आपां नूं मिल सकदे ने। दूसरी गल, जदों हुण आपां पालन प्रणाली बारे सानूं थोड़ा जिहा स्पष्ट हो गया भी आपां बकरियां पालणीਆਂ ने, इस तरीके नाल पालणीਆਂ ने ते इस प्रणाली हेठ पालणीਆਂ ने। फिर सब तो वड्डा सवाल जिहड़ा आंदा है वो हैगा नस्ल दा। नस्ल दे विच इत्थे मैं कहना चाहूँगा कि अपने भारत दे विच, अपने हिंदुस्तान दे विच लगभग 34 नस्लां बकरी दियां पाईयां जांदियां ने। ये नस्लां हरेक इलाके दियां उस इलाके नूं एडैप्टड नस्लां ने, उस इलाके विच कई सालां तो, कई सदियां तो डिवेलप होईयां ने, उन्नत होईयां ने। पंजाब की जेकर गल करिए, जेकर आपां इस इलाके की गल करिए, अपने इलाके विच जिहड़ी नस्ल पाई जाती है वो हैगी है बीटल, अमृतसरी जां देसी नस्ल। मेरे वीरों, ये एक विश्व प्रसिद्ध नस्ल है, ये पूरे विश्व विच एक मशहूर नस्ल है। ये 2 मंथवी नस्ल है, इनू मीट अते दुध 2 मंथ वाली आपां पाल सकते हैं। इत्थे एक मैं जोर दे के गल कहनी चाहूँगा कि किसान वीरों, तुसी काम शुरू करना है, तुसी नस्ल लैनी है तां किसी चंगे किसान को ही लो, चंगी नस्ल खरीदो। जेकर थोड़े घर की नींह ही मजबूत नहीं होगी तां उस ते तुसी मजबूत बिल्डिंग कदे भी खड़ी नहीं कर सकते। इसलिए जिहड़ा बेसिक स्टॉक है, जिहड़ा थोड़ा शुरुआती बी है, वो हमेशा चंगी नस्ल का चंगे किसान को होना चाहिए। बेहतर यह है कि बकरियां एक जगह तो खरीदो, जिहड़े बकरे है वो दूर दराडे इलाके तो तुहानूं खरीदने चाहिए है। पशु आपां खरीद ले, नस्ल आपां खरीद ली, पशु आपां लैके आए जिहड़े कि आजड़ियां तो पशु लैके आए, जो कि चरांदां दे विच रह रहे सी, जो सदियां तो चरांदां च पाले जा रहे हैं। आपां उत्साहित हो गए, आपां उत्साह दे विच आ गए, पशु खरीद ले, आंदे सार आपां शैड दे विच उन्हां नूं पाता। भरावो मेरे वीरो, इत्थे आपां कई बारी फायदे की जगह नुकसान करवा लैंदे हैं। इत्थे आपां नूं चाहीदा है कि आपां चरांदां दे पशु खरीदे, जां तां कोशिश करो कि जिहड़ा किसान पहला तो ही खुरली पालन ते बकरी पाल रहा है कि तुसी उसे तो ही पशु खरीदो। जेकर तुसी चरांदा तो पशु लैके आए हो तां उन्हां नूं खुरली पालन ते गिझाण दे लई तुहानूं कुछ सਮਾं बकरियां दे नाल मेहनत करनी पवेगी। तुसी खुरलियां ते बकरियां ले आए, शुरू दे विच उन्हां नूं 6 तो 8 घंटे दे लई चरांद ते छड्डो। जिवें जिवें समा बीतदा जाएगा उवें उवें उन्हां दी चरांद दा समा जिहड़ा घटांदे रहो अते खुरली ते उन्हां दा समय वधांदे रहो। जिवें जिवें उन्हां तो नवीं फसल आएगी, नवे बच्चे आउणगे, उस तो बाद उन्हां नूं तुसीं अपने अनुसार, अपनी सुविधा के अनुसार खुरली पालन प्रणाली ते सौखे ही जिहड़े ढाल सकदे। दूजी गल, एक जो भी किसान साडे कोल आंदा है वो एक सवाल पुछदा है कि असीं बकरियां कित्थों खरीदीए। ये एक पंजाब सरकार का मैं डाटा उन्हां तो लिता हैगा, ते उहदे विच ये वेखण विच आया कि जदों पहलां असीं जदों भी गल करदे सी, असीं गल करदे सीगे कि बकरी पालन, बकरी का जो भी नाम आंदा सी असीं नाम लैंदे सी अंबरसर, गुरदासपुर, फिरोजपुर, इन्हां इलाकिਆਂ ਦੇ ਉੱਤੇ ਅਸੀਂ मेन स्ट्रैस करते हुंदे सी। पर जिहड़ा
20ਵਾਂ ਪਸ਼ੂ ਗਣਨਾ ਦੀ ਰਿਪੋਰਟ ਆਈ ਹੈ ਜਾਂ ਜਿਹੜੀ 2019 ਦੀ ਪਸ਼ੂ ਗਣਨਾ ਦੀ ਰਿਪੋਰਟ ਆਈ ਹੈ, ਉਹਦੇ ਵਿੱਚ ਇਹ ਸਾਫ਼ ਦੇਖਣ ਵਿੱਚ ਆਇਆ ਕਿ ਬੱਕਰੀਆਂ ਦੀ ਸੰਖਿਆ ਇਸ ਸਮੇਂ ਸਭ ਤੋਂ ਵੱਧ ਦੱਖਣੀ ਪੰਜਾਬ ਦੇ ਵਿੱਚ ਵੱਧ ਪਾਈ ਜਾਂਦੀ ਹੈ। ਉਹਨਾਂ ਇਲਾਕਿਆਂ ਦੇ ਵਿੱਚ ਬੱਕਰੀਆਂ ਜ਼ਿਆਦਾ ਪਾਈਆਂ ਜਾਂਦੀਆਂ ਨੇ ਜਿੱਥੇ ਜਿਹੜੇ ਕਿ ਰਾਜਸਥਾਨ ਬਾਰਡਰ ਦੇ ਨਾਲ ਲੱਗਦੇ ਨੇ, ਜਿਵੇਂ ਕਿ ਬਠਿੰਡੇ ਦੇ ਵਿੱਚ ਲਗਭਗ 48,000 ਬੱਕਰੀਆਂ, ਇਸੇ ਤਰ੍ਹਾਂ ਰਾਜਸਥਾਨ ਨਾਲ ਲੱਗਦੇ ਹੋਏ ਫਾਜ਼ਿਲਕਾ, ਮੁਕਤਸਰ ਇੱਥੇ 32,000, ਮਾਨਸਾ ਦੇ ਵਿੱਚ 21,000 ਤੇ ਸੰਗਰੂਰ ਦੇ ਵਿੱਚ 31,000, ਲੁਧਿਆਣੇ ਦੇ ਵਿੱਚ ਵੀ ਲਗਭਗ 29-30,000 ਬੱਕਰੀਆਂ ਜਿਹੜੀਆਂ ਉਹ ਪਾਈਆਂ ਜਾਂਦੀਆਂ ਨੇ। ਸੋ ਇਸ ਤੋਂ ਇਲਾਵਾ ਜਿਹੜਾ ਪਹਿਲਾ ਗੜ੍ਹ ਆਪਾਂ ਮੰਨਦੇ ਸੀ ਕਿ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ ਤੇ ਫਿਰੋਜ਼ਪੁਰ, ਇੱਥੋਂ ਵੀ ਜਿਹੜੇ ਕਿਸਾਨ ਵੀਰ ਨੇ ਉਹ ਬੱਕਰੀਆਂ ਲੈ ਸਕਦੇ ਨੇ। ਹੁਣ ਗੱਲ ਆ ਜਾਂਦੀ ਹੈ, ਆਪਾਂ ਪ੍ਰਣਾਲੀ ਵੀ ਦੇਖ ਲਈ, ਆਪਾਂ ਬੱਕਰੀਆਂ ਵੀ ਖਰੀਦ ਲੀਆਂ। ਹੁਣ ਦੂਜਾ ਸਵਾਲ ਆ ਜਾਂਦਾ, ਅਗਲਾ ਸਵਾਲ ਆ ਜਾਂਦਾ ਕਿ ਬੱਕਰੀਆਂ ਲਈ ਸ਼ੈੱਡ। ਦੋਸਤੋ, ਵਪਾਰਿਕ ਤੌਰ ਤੇ ਵਿਵਸਥਿਤ ਪ੍ਰਣਾਲੀ ਵਿੱਚ ਇਹ ਠੀਕ ਹੈ ਕਿ ਬੱਕਰੀਆਂ ਇੱਕ ਸਖਤ ਜਾਨ ਪਸ਼ੂ ਹੈ। ਉਹਨਾਂ ਦੇ ਜੇਕਰ ਆਪਾਂ ਉਹਨਾਂ ਨੂੰ ਖੁੱਲੇ ਛੱਡ ਦਾਂਗੇ, ਟੱਪਰੀ ਵਾਸਤੇ ਛੱਡ ਦਾਂਗੇ, ਇਹ ਠੀਕ ਹੈ ਕਿ ਉਹ ਇੱਕਦਮ ਉਹਨਾਂ 'ਚ ਮ੍ਰਿਤੂ ਦਰ ਨਹੀਂ ਹੋਊਗੀ, ਨਹੀਂ ਮਰਨਗੀਆਂ। ਬੱਕਰੀਆਂ ਜਿਵੇਂ ਕਿ ਕਿਸਾਨ ਕਹਿੰਦੇ ਨੇ ਕਿ ਇਹ ਇੱਥੇ ਦੇ ਇਲਾਕੇ ਨੂੰ ਢਲੀਆਂ ਹੋਈਆਂ ਨੇ, ਇਹ ਸਖਤ ਜਾਨ ਨੇ, ਇਹ ਆਸਾਨੀ ਨਾਲ ਨਹੀਂ ਮਰਦੀਆਂ। ਮੈਂ ਉਹਨਾਂ ਨਾਲ ਬਿਲਕੁਲ ਸਹਿਮਤ ਹਾਂ। ਬੱਕਰੀਆਂ ਜੋ ਵੀ ਖੁਰਾਕ ਖਾਊਗੀ, ਜੋ ਵੀ ਊਰਜਾ ਹੋਊਗੀ, ਉਹ ਬੱਕਰੀ ਉਹਨੂੰ ਉਤਪਾਦਨ ਉੱਤੇ ਨਾ ਲਾ ਕੇ ਉਹ ਆਪਣੇ ਆਪ ਨੂੰ ਜੀਵਿਤ ਰੱਖਣ ਦੇ ਵਿੱਚ ਜ਼ਿਆਦਾ ਵਰਤੋਂ ਵਿੱਚ ਲਿਆਊਗੀ। ਜਦੋਂ ਆਪਾਂ ਵਪਾਰ ਦੀ ਗੱਲ ਕਰਦੇ ਹਾਂ ਤਾਂ ਆਪਾਂ ਨੂੰ ਉੱਥੇ ਘਾਟਾ ਪੈਂਦਾ ਕਿ ਆਪਣਾ ਜਿਹੜਾ ਮਕਸਦ ਹੈ ਕਿ ਆਪਾਂ ਬੱਕਰੀ ਨੂੰ ਆਪਣੇ ਖੁਰਲੀ ਪਾਲਣ ਪ੍ਰਣਾਲੀ ਵਿੱਚ ਘੱਟ ਤੋਂ ਘੱਟ ਵਧੀਆ ਖਵਾਈਏ ਤੇ ਵੱਧ ਤੋਂ ਵੱਧ ਉਸ ਤੋਂ ਉਤਪਾਦਨ ਲੈ ਕੇ ਆਪਾਂ ਵੱਧ ਤੋਂ ਵੱਧ ਮੁਨਾਫਾ ਜਿਹੜਾ ਉਹ ਖੱਟ ਸਕਦੇ ਹਾਂ। ਹੁਣ ਗੱਲ ਆਉਂਦੀ ਹੈ ਕਿ ਸ਼ੈੱਡ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਆ। ਕਿਸਾਨ ਵੀਰ ਅਕਸਰ ਪੁੱਛਦਾ ਕਿ ਸ਼ੈੱਡ ਬਾਰੇ ਚਲੋ ਤੁਸੀਂ ਦੱਸਤਾ ਕਿ ਸ਼ੈੱਡ ਕਿਸ ਤਰ੍ਹਾਂ ਦੇ ਹੋਣ। ਦੋਸਤੋ, ਕਈ ਤਰ੍ਹਾਂ ਦੇ ਸ਼ੈੱਡ ਅਸੀਂ ਆਪਣੀ ਜੇਬ ਦੀ ਸਮਰੱਥਾ ਅਨੁਸਾਰ ਬਣਾ ਸਕਦੇ ਹਾਂ। ਸ਼ੈੱਡ ਬਣਾਉਣ ਦੇ ਲੱਗੇ, ਸ਼ੈੱਡ ਪਲਾਨ ਕਰਨ ਲਈ ਸਾਡੇ ਦਿਮਾਗ ਦੇ ਵਿੱਚ ਜਿਹੜਾ ਆਬਜੈਕਟਿਵ ਹੁੰਦਾ ਹੈ, ਜਿਹੜਾ ਮੇਨ ਪੁਆਇੰਟ ਹੁੰਦਾ ਹੈ, ਉਹ ਇਹ ਹੋਣਾ ਚਾਹੀਦਾ ਹੈ। ਨੰਬਰ 1, ਸਾਨੂੰ ਬਹੁਤ ਮਹਿੰਗੇ ਆਲੀਸ਼ਾਨ ਸ਼ੈੱਡ ਨਹੀਂ ਚਾਹੀਦੇ। ਸਾਨੂੰ ਬੱਕਰੀਆਂ ਦੇ ਲਈ ਕਿਸ ਤਰ੍ਹਾਂ ਦੇ ਸ਼ੈੱਡ ਚਾਹੀਦੇ ਹੈ? ਸਾਨੂੰ ਬੱਕਰੀਆਂ ਦੇ ਲਈ ਐਸੇ ਸ਼ੈੱਡ ਚਾਹੀਦੇ ਹੈ ਜੋ ਸੁੱਕੇ ਰਹਿਣ, ਜੋ ਬੱਕਰੀਆਂ ਨੂੰ ਆਰਾਮਦਾਇਕ ਵਾਤਾਵਰਣ ਦੇ ਸਕਣ, ਜਿਸ ਵਿੱਚ ਬੱਕਰੀਆਂ ਆਪਣਾ ਸੁਭਾਅ ਜਾਂ ਵਿਵਹਾਰਕ ਲੋੜਾਂ ਨੂੰ ਪੂਰਾ ਕਰ ਸਕੇ। ਜਿਵੇਂ ਕਿ ਹੁਣ ਇੱਥੇ ਗੱਲ ਆ ਜਾਂਦੀ ਹੈ ਸੁਭਾਅ ਜਾਂ ਵਿਵਹਾਰਕ ਜ਼ਰੂਰਤਾਂ ਬੱਕਰੀ ਦੀਆਂ ਕਿਵੇਂ ਨੇ। ਦੋਸਤੋ, ਬੱਕਰੀਆਂ ਇੱਕ ਬਰਾਊਜ਼ਿੰਗ ਜਾਨਵਰ ਹੈ। ਬੱਕਰੀਆਂ ਹਮੇਸ਼ਾ ਆਪਣੀਆਂ ਅਗਲੀਆਂ ਲੱਤਾਂ ਚੁੱਕ ਕੇ ਜਿਹੜਾ ਪੱਠਾ ਉਹਨੂੰ ਖਾਣਾ ਪਸੰਦ ਕਰਦੀ ਹੈ। ਸੋ ਆਪਾਂ ਇਸ ਤਰ੍ਹਾਂ ਦੇ ਸ਼ੈੱਡ ਡਿਜ਼ਾਈਨ ਕਰੀਏ ਜਿਹਦੇ ਵਿੱਚ ਬੱਕਰੀਆਂ ਜਿਹੜੀਆਂ ਆਪਣੀਆਂ ਵਿਵਹਾਰਿਕ ਲੋੜਾਂ ਉਹ ਪੂਰੀਆਂ ਕਰ ਸਕਣ। ਦੂਸਰੀ ਗੱਲ, ਸ਼ੈੱਡ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ? ਸ਼ੈੱਡ ਲਚਕਦਾਰ ਹੋਣਾ ਚਾਹੀਦਾ। ਇਸ ਤਰ੍ਹਾਂ ਨਹੀਂ ਹੈ ਕਿ ਆਪਾਂ ਸ਼ੈੱਡ ਤੇ ਪੈਸਾ ਲਾਤਾ, ਮੁੜ ਕੇ ਆਪਾਂ ਨੂੰ ਪਤਾ ਲੱਗਿਆ ਕਿ ਇਹ ਸ਼ੈੱਡ ਤਾਂ ਯਾਰ ਆਹ ਵਾਲੀ ਕਮੀ ਹੈ, ਆਹ ਵਾਲੀ ਖਾਮੀ ਹੈ, ਆਪਾਂ ਉਹ ਖਾਮੀ ਨੂੰ ਦੂਰ ਹੀ ਨਾ ਕਰ ਸਕੀਏ ਕਿਉਂਕਿ ਆਪਾਂ ਪਹਿਲਾਂ ਹੀ ਉਹਦੇ ਤੇ ਲੱਖਾਂ ਰੁਪਇਆ ਖਰਚ ਕੀਤਾ। ਸੋ ਸ਼ੈੱਡ ਐਸੇ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ ਉਹ ਲਚਕਦਾਰ ਹੋਵੇ, ਜਿੱਥੇ ਆਪਾਂ ਆਪਣੀ ਲੋੜ ਦੇ ਅਨੁਸਾਰ ਸ਼ੈੱਡ ਦੇ ਵਿੱਚ ਤਬਦੀਲੀਆਂ ਕਰਕੇ ਆਪਣੀਆਂ ਜਿਹੜੀਆਂ ਬੱਕਰੀਆਂ ਦੀਆਂ ਲੋੜਾਂ ਨੇ ਉਹਨਾਂ ਨੂੰ ਆਪਾਂ ਪੂਰਾ ਕਰ ਸਕੀਏ। ਫਿਰ ਹੁਣ ਇਹ ਤਾਂ ਹੋ ਗਏ ਆਬਜੈਕਟਿਵ। ਹੁਣ ਆਉਂਦਾ ਕਿਸਾਨ ਵੀਰ ਪੁੱਛਦੇ ਨੇ ਵੀ ਫਿਰ ਅਸੀਂ ਸ਼ੈੱਡ ਬਣਾਈਏ ਕਿਵੇਂ। ਦੋਸਤੋ, ਪੰਜਾਬ ਦੇ ਵਿੱਚ ਕਈ ਅਗਾਂਹ ਵਧੂ ਕਿਸਾਨਾਂ ਨੇ, ਪੰਜਾਬ ਸਰਕਾਰ ਨੇ ਕਈ ਸ਼ੈੱਡਾਂ ਦਾ ਨਿਰਮਾਣ ਕੀਤਾ ਹੈ। ਤੁਸੀਂ ਉਹ ਸ਼ੈੱਡਾਂ ਦੀ ਵਿਜ਼ਿਟ ਕਰੋ, ਉਹਨਾਂ ਦੇ ਪਲੱਸ ਮਾਈਨਸ ਪੁਆਇੰਟ ਵੇਖੋ, ਉਸ ਤੋਂ ਬਾਅਦ ਤੁਸੀਂ ਸ਼ੈੱਡ ਦਾ ਡਿਜ਼ਾਈਨ ਕਰੋ ਤੇ ਆਪਣੀ ਜੇਬ ਦੀ ਸਮਰੱਥਾ ਅਨੁਸਾਰ ਤੁਸੀਂ ਸ਼ੈੱਡ ਹੈ ਜਿਹੜਾ ਉਹ ਬਣਾ ਸਕਦਾ ਹੈ। ਇੱਥੇ ਮੈਂ ਇੱਕ ਪੁਆਇੰਟ ਤੇ ਜ਼ੋਰ ਦੇ ਕੇ ਕਹਿਣਾ ਚਾਹੂੰਗਾ ਕਿ ਤੁਸੀਂ ਬੱਕਰੀ ਪਾਲਣ ਦਾ ਕਿੱਤਾ ਸ਼ੁਰੂ ਕਰਨਾ ਹੈ, ਤੁਸੀਂ 500 ਬੱਕਰੀਆਂ ਦਾ ਫਾਰਮ ਸ਼ੁਰੂ ਕਰਨਾ ਹੈ। ਜ਼ਰੂਰੀ ਨਹੀਂ ਕਿ ਤੁਸੀਂ 500 ਦੀਆਂ 500 ਬੱਕਰੀਆਂ ਅੱਜ ਹੀ ਲਿਆ ਕੇ ਆਪਣੇ ਵਿਹੜੇ 'ਚ ਬੰਨ੍ਹ ਲਓ। ਤੁਸੀਂ ਹੌਲੀ ਹੌਲੀ ਕੰਮ ਸ਼ੁਰੂ ਕਰੋ। ਤੁਸੀਂ 50 ਬੱਕਰੀਆਂ ਨਾਲ ਸ਼ੁਰੂ ਕਰੋ,
50 ਬੱਕਰੀਆਂ ਲਈ ਸ਼ੈੱਡ ਬਣਾਓ। ਜਿਵੇਂ ਜਿਵੇਂ ਤੁਹਾਨੂੰ ਤਜਰਬਾ ਹੋਈ ਜਾਊਗਾ ਉਵੇਂ ਉਵੇਂ ਬੱਕਰੀਆਂ ਦੀ ਸੰਖਿਆ ਵੀ ਵਧਾਈ ਜਾਓ ਤੇ ਆਪਣੇ ਸ਼ੈੱਡ ਦੀ ਜਿਹੜੀ ਉਸਾਰੀ ਹੈ ਆਪਣੇ ਤਜਰਬੇ ਅਨੁਸਾਰ ਉਹਨੂੰ ਹੋਰ ਕਰੀ ਜਾਓ। ਸ਼ੈੱਡ ਜਿਵੇਂ ਕਿ ਤਸਵੀਰ ਦੇ ਵਿੱਚ ਤੁਹਾਨੂੰ ਦਿਖਾਇਆ ਗਿਆ ਹੈ, ਬੱਕਰੀਆਂ ਦੇ ਸ਼ੈੱਡ ਜਾਂ ਤਾਂ ਇੱਕ ਬਹੁਤ ਮਹਿੰਗੇ ਸ਼ੈੱਡ ਬਣ ਸਕਦੇ ਨੇ, ਜਾਂ ਦਰਮਿਆਨੇ ਖਰਚੇ ਵਾਲੇ ਸ਼ੈੱਡ ਬਣ ਸਕਦੇ ਨੇ, ਜਾਂ ਛੱਪੜ ਵਾਲੇ ਸ਼ੈੱਡ ਬੱਕਰੀਆਂ ਲਈ ਆਪਣੀ ਜੇਬ ਦੀ ਸਮਰੱਥਾ ਅਨੁਸਾਰ ਅਸੀਂ ਬਣਾ ਸਕਦੇ ਹਾਂ। ਇਸ ਤੋਂ ਇਲਾਵਾ ਅੱਜ ਕੱਲ ਯੂਨੀਵਰਸਿਟੀ ਦੇ ਵਿੱਚ ਕਿਸਾਨਾਂ ਦੇ ਵਿੱਚ ਸਾਨੂੰ ਜੋ ਸਵਾਲ ਆਉਂਦੇ ਨੇ ਉਹ ਆਉਂਦੇ ਨੇ ਜ਼ਮੀਨ ਤੋਂ ਚੁੱਕਵੇਂ ਫਰਸ਼ ਵਾਲੇ ਸ਼ੈੱਡ। ਉਸ ਦੇ ਬਾਰੇ ਵੀ ਸਾਨੂੰ ਕਈ ਸਵਾਲ ਆਉਂਦੇ ਨੇ ਵੀ ਇਹ ਸ਼ੈੱਡ ਕਿਵੇਂ ਨੇ, ਕੀ ਇਹ ਸ਼ੈੱਡ ਪੰਜਾਬ 'ਚ ਕਾਮਯਾਬ ਨੇ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਯੂਨੀਵਰਸਿਟੀ ਦੇ ਵਿੱਚ ਇਸ ਦੇ ਬਾਰੇ ਖੋਜ ਕਰੀਏ। ਜੋ ਅਸੀਂ ਸਾਹਿਤ ਪੜ੍ਹਿਆ, ਜੋ ਅਸੀਂ ਲਿਟਰੇਚਰ ਪੜ੍ਹਿਆ, ਉਹਦੇ 'ਚ ਇਹ ਵੇਖਣ ਨੂੰ ਆਇਆ ਕਿ ਜਿਹੜੇ ਉੱਚੇ ਜਾਂ ਇੱਕ ਦੋ ਪੰਜਾਬ ਦੇ ਕਿਸਾਨਾਂ ਨੇ ਵੀ ਜਿਹੜੇ ਚੁੱਕਵੇਂ ਫਰਸ਼ ਵਾਲੇ ਸ਼ੈੱਡ ਬਣਾਏ ਨੇ, ਉਹਨਾਂ ਤੋਂ ਅਸੀਂ ਰਿਪੋਰਟ ਲਿੱਤੀ ਹੈਗੀ ਹੈ। ਉਹਨਾਂ ਦਾ ਇਹ ਕਹਿਣਾ ਕਿ ਗਰਮੀਆਂ ਵਿੱਚ ਤਾਂ ਇਹਨਾਂ ਸ਼ੈੱਡਾਂ ਵਰਗਾ ਕੋਈ ਸਾਨੀ ਨਹੀਂ ਹੈਗਾ, ਬਹੁਤ ਬੱਕਰੀਆਂ ਨੂੰ ਆਰਾਮਦਾਇਕ ਰੱਖਦੇ ਨੇ, ਪਰ ਸਿਆਲਾਂ ਦੇ ਵਿੱਚ ਬੜੀ ਪ੍ਰੋਬਲਮ ਆਉਂਦੀ ਹੈ। ਸੋ ਇਸ ਲਈ ਪੰਜਾਬ ਦੇ ਵਿੱਚ ਇਹਨਾਂ ਸ਼ੈੱਡਾਂ ਦੀ ਹਲੇ ਮੈਨੂੰ ਨਹੀਂ ਲੱਗਦਾ ਕਿ ਆਪਾਂ ਨੂੰ ਲੋੜ ਹੈਗੀ ਹੈ। ਅੱਗੇ ਖੋਜ ਹੋਊਗੀ, ਕੋਈ ਅੱਗੇ ਇਹਦੇ ਬੈਨੀਫਿਟਸ ਆਉਣਗੇ, ਫਿਰ ਆਪਾਂ ਇਹਨਾਂ ਸ਼ੈੱਡਾਂ ਵੱਲ ਜਾਣਾ। ਤੇ ਦੂਸਰੀ ਗੱਲ, ਜਿਹੜੇ ਫਰਸ਼ ਚੁੱਕਵੇਂ ਸ਼ੈੱਡ ਨੇ, ਇਹ ਉਹਨਾਂ ਵਾਤਾਵਰਣ ਦੇ ਵਿੱਚ ਜਿਵੇਂ ਸਮੁੰਦਰ ਦੇ ਕੰਢੇ ਜਿੱਥੇ ਹਵਾ ਦੇ ਵਿੱਚ ਨਮੀ ਬਹੁਤ ਜ਼ਿਆਦਾ ਹੁੰਦੀ ਹੈ, ਉੱਥੇ ਜਿਹੜੇ ਇਹ ਸ਼ੈੱਡ ਨੇ ਜ਼ਿਆਦਾ ਕਾਮਯਾਬ ਪਾਏ ਜਾਂਦੇ ਨੇ। ਸ਼ੈੱਡ ਦੇ ਅੰਦਰ ਕਿਉਂਕਿ ਆਪਾਂ ਖੁੱਲੀ ਪਾਲਣ ਪ੍ਰਣਾਲੀ ਦੇ ਵਿੱਚ ਬੱਕਰੀਆਂ ਨੂੰ ਰੱਖ ਰਹੇ ਹਾਂ, ਚਰਾਂਦ ਦੇ ਵਿੱਚ ਬੱਕਰੀਆਂ ਬਹੁਤ ਵੱਡੇ ਇਲਾਕੇ ਦੇ ਵਿੱਚ ਫਿਰਦੀਆਂ ਨੇ, ਉਹ ਸਵੇਰ ਤੋਂ ਹੀ ਲਗਭਗ 6 ਤੋਂ 8 ਘੰਟੇ ਫਿਰਦੀਆਂ ਨੇ। ਸ਼ੈੱਡ ਦੇ ਵਿੱਚ ਬੱਕਰੀਆਂ ਇੱਕ ਥੋੜੀ ਜਿਹੀ ਜਗ੍ਹਾ ਤੱਕ ਉਹਨਾਂ ਦੀ ਜਿਹੜੀ ਗਤੀਵਿਧੀਆਂ ਨੇ ਉਹ ਸੀਮਿਤ ਹੋ ਜਾਂਦੀਆਂ। ਸੋ ਇਸ ਲਈ ਸ਼ੈੱਡ ਦੇ ਅੰਦਰ ਬੱਕਰੀਆਂ ਨੂੰ ਉਹਨਾਂ ਦੀ ਉਮਰ ਅਤੇ ਸਰੀਰਕ ਸਥਿਤੀ ਦੇ ਅਨੁਸਾਰ ਘੱਟੋ ਘੱਟ ਬੰਦੀ ਥਾਂ, ਛੱਤਿਆ ਵਿਹੜਾ ਤੇ ਖੁੱਲਿਆ ਵਿਹੜਾ, ਛੱਤਿਆ ਹੋਇਆ ਤੇ ਖੁੱਲਾ ਵਿਹੜਾ, ਉਹਨਾਂ ਨੂੰ ਘੱਟੋ ਘੱਟ ਬੰਦੀ ਥਾਂ ਪ੍ਰਤੀ ਪਸ਼ੂ ਆਪਾਂ ਨੂੰ ਜ਼ਰੂਰ ਦੇਣੀ ਚਾਹੀਦੀ ਹੈ। ਹੁਣ ਬੱਕਰੀਆਂ ਸ਼ੈੱਡ ਵਿੱਚ ਵੀ ਲੈ ਆਂਦੀਆਂ, ਹੁਣ ਆ ਗਿਆ ਬੱਕਰੀਆਂ ਦੇ ਵਿੱਚ ਪ੍ਰਜਨਨ ਪ੍ਰਬੰਧ। ਇਸ ਦੇ ਵਿੱਚ ਕੋਈ ਜ਼ਿਆਦਾ ਗੱਲਬਾਤ, ਕਿਉਂਕਿ ਕਿਸਾਨ ਆਪ ਹੀ ਇਹਦੇ ਬਾਰੇ ਕਾਫੀ ਜਾਣਕਾਰ ਹੈ ਤੇ ਕੋਈ ਇਹਦੇ ਵਿੱਚ ਜ਼ਿਆਦਾ ਗੱਲਬਾਤ ਕਰਨ ਨੂੰ ਨਹੀਂ ਹੈ। ਆਪਾਂ ਖੁੱਲੀ ਪਾਲਣ ਪ੍ਰਣਾਲੀ ਦੇ ਵਿੱਚ ਆਪਣਾ ਮਕਸਦ ਆਪਾਂ ਨੂੰ ਪਤਾ ਹੈ। ਜੇਕਰ ਆਪਾਂ ਮੀਟ ਲਈ ਪਸ਼ੂ ਰੱਖਦੇ ਹਾਂ ਤੇ ਆਪਣਾ ਜਿਹੜਾ ਟਾਰਗੇਟ ਹੈ ਉਹ ਖੁੱਲੀ ਪਾਲਣ ਪ੍ਰਣਾਲੀ ਵਿੱਚ ਇਹ ਹੁੰਦਾ ਹੈ ਕਿ 24-25 ਮਹੀਨਿਆਂ ਦੇ ਵਿੱਚ ਇੱਕ ਬੱਕਰੀ ਲਗਭਗ 3 ਸੂਏ ਆਪਾਂ ਨੂੰ ਆ ਜਾਣੇ ਚਾਹੀਦੇ ਹੈ। ਕਹਿਣ ਦਾ ਭਾਵ ਹੈ ਕਿ ਹਰ 8 ਮਹੀਨੇ ਤੇ ਜਿਹੜੀ ਬੱਕਰੀ ਆ ਆਪਣੀ ਉਹ ਸੂ ਜਾਣੀ ਚਾਹੀਦੀ ਹੈ। ਸੋ ਇੱਕ ਬੱਕਰੀ ਆਪਾਂ ਜੇ ਉਹਦੀ ਦੇਖਭਾਲ ਚੰਗੀ ਕਰਦੇ ਹਾਂ, ਖੁੱਲੀ ਪਾਲਣ, ਖੁਰਾਕ ਸਾਰਾ ਕੁਝ ਵਧੀਆ ਹੈਗਾ, ਤੇ 12 ਤੋਂ 15 ਮਹੀਨੇ ਦੀ ਉਮਰ ਤੇ ਜਦੋਂ ਉਹਦਾ ਸਰੀਰਕ ਭਾਰ ਅਡਲਟ ਬੱਕਰੀ ਦਾ, ਜਵਾਨ ਬੱਕਰੀ ਦੇ 70-75% ਤੱਕ ਆ ਜਾਏ, ਉਦੋਂ ਆਪਾਂ ਉਹਨੂੰ ਪਹਿਲੀ ਵਾਰ ਗੱਭਣ ਕਰਾ ਸਕਦੇ ਹਾਂ। ਇਸੇ ਤਰ੍ਹਾਂ ਜਿਹੜੇ ਫਾਰਮ ਤੇ ਆਪਾਂ ਬੱਕਰੇ ਨਸਲ ਕਸ਼ੀ ਲਈ ਤਿਆਰ ਕਰਦੇ ਹਾਂ, ਉਹਨਾਂ ਨੂੰ ਆਪਾਂ 18 ਤੋਂ 24 ਮਹੀਨਿਆਂ ਦੀ ਉਮਰ ਤੇ ਆਪਾਂ ਨਸਲ ਕਸ਼ੀ ਦੇ ਲਈ ਵਰਤ ਸਕਦੇ ਹਾਂ। ਬੱਕਰੀਆਂ ਦੇ ਵਿੱਚ ਹੇਹਾ ਕਾਲ 21 ਦਿਨਾਂ ਦਾ ਹੁੰਦਾ ਹੈ ਤੇ ਮਿਲਾਪ ਕਰਾਉਣ ਤੋਂ ਬਾਅਦ ਬੱਕਰੀਆਂ ਵਿੱਚ ਜਿਹੜਾ ਗੱਭਣ ਕਾਲ ਹੈ ਉਹ ਲਗਭਗ 5 ਮਹੀਨਿਆਂ ਦਾ ਹੁੰਦਾ ਹੈ। ਹੁਣ ਗੱਲ ਕਰਾਂਗੇ ਬੱਕਰੀਆਂ ਦੀ ਖੁਰਾਕ ਦੇ ਬਾਰੇ। ਖੁਰਾਕ ਇੱਕ ਬਹੁਤ ਹੀ ਅਹਿਮ ਤੱਤ ਹੈ। ਜਦੋਂ ਅਸੀਂ ਬੱਕਰੀ ਪਾਲਣ ਦੀ ਗੱਲ ਕਰਦੇ ਹਾਂ ਤੇ ਸਾਡਾ ਜਿਹੜਾ ਮੁੱਖ ਖਰਚਾ ਹੁੰਦਾ ਹੈ ਉਹ ਬੱਕਰੀ ਖੁਰਾਕ ਤੇ ਹੀ ਜ਼ਿਆਦਾ ਹੁੰਦਾ ਹੈ। ਬੱਕਰੀ ਇੱਕ ਬਰਾਊਜ਼ਿੰਗ ਪਸ਼ੂ ਹੈਗਾ। ਬੱਕਰੀਆਂ ਲਗਭਗ ਰੋਜ਼ਾਨਾ ਆਪਣੇ ਸਰੀਰਕ ਭਾਰ ਦਾ 4 ਤੋਂ 5% ਤੱਕ ਸੁੱਕਾ ਮਾਦਾ ਇਹ ਖਾ ਸਕਦੀਆਂ ਨੇ। ਕੋਸ਼ਿਸ਼ ਕਰੋ ਕਿ ਜਿਹੜਾ ਸੁੱਕਾ ਮਾਦਾ ਇਹ 3 ਹਿੱਸਿਆਂ ਵਿੱਚ ਵੰਡਿਆ ਜਾਵੇ। ਇੱਕ ਹਿੱਸਾ ਵੰਡ ਜਾਂ ਕੰਸਨਟ੍ਰੇਟ ਤੋਂ, ਇੱਕ ਹਿੱਸਾ ਸੁੱਕੀ ਫੀਡ ਤੋਂ ਤੇ ਇੱਕ ਹਿੱਸਾ ਪੱਠਿਆਂ ਤੋਂ ਆਉਣਾ ਚਾਹੀਦਾ ਹੈ। ਬੱਕਰੀ ਇੱਕ ਅਕਸਰ ਹੀ ਪਿੰਡਾਂ ਦੇ ਵਿੱਚ ਕਿਹਾ ਜਾਂਦਾ ਹੈ ਕਿ ਬੱਕਰੀ ਨੂੰ ਰਜਾਣਾ ਬੜਾ ਔਖਾ ਹੈ। ਬੱਕਰੀ ਇੱਕ ਜਿਗਿਆਸੂ ਪਸ਼ੂ ਹੈ। ਉਹ ਜੇਕਰ ਅਸੀਂ ਆਮ ਪਸ਼ੂਆਂ ਦੇ ਨਾਲ, ਮੱਝਾਂ ਗਾਵਾਂ ਨਾਲ ਇਹਨਾਂ ਦਾ ਕੰਪੈਰੀਜ਼ਨ ਕਰਾਂਗੇ ਤਾਂ ਬੱਕਰੀਆਂ ਵਿੱਚ ਆਮ ਤੌਰ ਤੇ
ਇੱਕ ਆਪਣੀ ਫੀਡ ਨੂੰ, ਆਪਣੀ ਖੁਰਾਕ ਨੂੰ ਵੇਸਟ ਕਰਨ ਦੀ, ਥੋੜੀ ਜੀ ਬਰਬਾਦ ਕਰਨ ਦੀ ਇੱਕ ਉਹਦੇ ਚ ਜਿਗਿਆਸਾ ਜੀ ਹੁੰਦੀ ਹੈ। ਸੋ ਇਸ ਲਈ ਬੱਕਰੀ ਪਾਲਕ ਵੀਰ ਯੂਨੀਵਰਸਿਟੀ ਤੋਂ ਜਾਂ ਹੋਰ ਵੀ ਕਿਸਾਨ ਵੀਰਾਂ ਨੇ, ਕਈਆਂ ਨੇ ਡਿਜ਼ਾਈਨ ਕੀਤੇ ਨੇ, ਉਹ ਇੱਕ ਖਾਸ ਤਰ੍ਹਾਂ ਦੀਆਂ ਖੁਰਲੀਆਂ ਬੱਕਰੀਆਂ ਦੇ ਲਈ ਬਣਾ ਸਕਦੇ ਨੇ। ਇਸ ਤਰ੍ਹਾਂ ਦੀ ਖਾਸ ਤਰ੍ਹਾਂ ਦੀਆਂ ਖੁਰਲੀਆਂ ਡਿਜ਼ਾਈਨ ਕਰਕੇ ਉਹ ਖੁਰਾਕ ਦੀ ਜਿਹੜੀ ਬਰਬਾਦੀ ਹੈ ਉਹ ਵੀ ਰੋਕ ਸਕਦੇ ਨੇ, ਤੇ ਬੱਕਰੀ ਦੀਆਂ ਜਿਹੜੀਆਂ ਵਿਵਹਾਰਿਕ ਲੋੜਾਂ ਨੇ ਉਹ ਵੀ ਮਤਲਬ ਪੂਰੀਆਂ ਕਰ ਸਕਦੇ ਨੇ। ਸਾਡੇ ਕੋਲੇ ਜਿਹੜੇ ਬੱਕਰੀ ਪਾਲਕ ਆਉਂਦੇ ਨੇ ਉਹ ਸਾਡੇ ਕੋਲੇ ਆ ਕੇ ਸਾਡੇ ਡਿਜ਼ਾਈਨ ਵੀ ਦੇਖ ਜਾਂਦੇ ਨੇ। ਉਸ ਤੋਂ ਬਾਅਦ ਉਹ ਜਾ ਕੇ ਆਪਣਾ ਦਿਮਾਗ ਲਾ ਕੇ ਆਪਣਾ ਇੱਕ ਡਿਜ਼ਾਈਨ ਤਿਆਰ ਕਰਕੇ ਵੀ ਤੇ ਬੜੀ ਕਾਮਯਾਬੀ ਦੇ ਨਾਲ ਇਸ ਖੁਰਾਕ ਬੱਕਰੀ ਪਾਲਣ ਦੇ ਲਈ ਖੁਰਲੀਆਂ ਜਿਹੜੀਆਂ ਉਹ ਤਿਆਰ ਕਰਕੇ ਬੱਕਰੀਆਂ ਪਾਲ। ਖੁਰਾਕ ਦੇ ਬਾਰੇ, ਬੱਕਰੀ ਦੇ ਲਈ ਮੇਨ ਖੁਰਾਕ ਹੈ ਜਿਹੜੀ ਉਹ ਹਰੇ ਚਾਰੇ ਨੇ। ਅਕਸਰ ਸਾਨੂੰ ਪੁੱਛਿਆ ਜਾਂਦਾ ਕਿ ਹਰੇ ਚਾਰੇ, ਜਿਵੇਂ ਪਿਛਲੇ ਦਿਨੀ ਡਾਕਟਰ ਸਾਹਿਬ ਨੇ ਵੀ ਗੱਲ ਕੀਤੀ ਹੈ ਕਿ ਹਰੇ ਚਾਰੇ ਵਿੱਚ ਆਪਾਂ ਬੱਕਰੀਆਂ ਨੂੰ ਕੀ ਕੁਛ ਦੇ ਸਕਦੇ ਹਾਂ। ਬੱਕਰੀਆਂ ਨੂੰ ਅਸੀਂ ਫਲੀਦਾਰ ਅਤੇ ਗੈਰ ਫਲੀਦਾਰ ਹਰੇ ਚਾਰੇ, ਇਸ ਤੋਂ ਇਲਾਵਾ ਜਿਵੇਂ ਕਿ ਅਕਸਰ ਕਿਹਾ ਜਾਂਦਾ ਹੈ ਕਿ ਬੱਕਰੀ ਸੁੱਕੀਆਂ ਚੀਜ਼ਾਂ, ਸੁੱਕਾ ਵਾਤਾਵਰਨ, ਸੁੱਕੀ ਖੁਰਾਕ ਖਾ ਕੇ ਜ਼ਿਆਦਾ ਖੁਸ਼ ਹੁੰਦੀ ਹੈ। ਇਸ ਲਈ ਬੱਕਰੀ ਨੂੰ ਹੈ ਜਾਂ ਸੁੱਕਾ, ਜਿਵੇਂ ਗੁਆਰੇ ਦੀ ਹੈ ਹੋ ਗਈ, ਸਿਆਲਾਂ ਦੇ ਵਿੱਚ ਸਾਡੇ ਕੋਲੇ ਬਰਸੀਮ ਵਾਧੂ ਆਉਂਦੀ ਹੈ, ਬਰਸੀਮ ਸੁਕਾ ਕੇ ਅਸੀਂ ਹੈ ਬਣਾ ਸਕਦੇ ਹਾਂ। ਇਸ ਤੋਂ ਇਲਾਵਾ ਬੱਕਰੀ ਨੂੰ ਸਾਈਲੇਜ, ਮੱਕੀ ਦੀ ਜਿਹੜੀ ਸਾਈਲੇਜ ਹੈ ਉਹ ਵੀ ਬੱਕਰੀ ਖਾ ਲੈਂਦੀ ਹੈ। ਅੱਜ ਕੱਲ ਜਿਵੇਂ ਖੁਰਾਕ ਦੇ ਬਾਰੇ ਕਾਫੀ ਗੱਲਬਾਤ ਹੋ ਰਹੀ ਹੈ ਤੇ ਕਈ ਅਗਾਂਹ ਵਧੂ ਕਿਸਾਨਾਂ ਨੇ ਇਹਦੇ ਵਿੱਚ ਕਾਫੀ ਕੰਮ ਕੀਤਾ ਹੈ, ਤੇ ਉਹਨਾਂ ਨੇ ਜੰਗਲਾਤ ਦੇ ਜਿਹੜੇ ਦਰਖਤ ਨੇ, ਜਿਹੜੇ ਖੇਤੀ ਜੰਗਲਾਤ ਦੇ ਦਰਖਤ ਨੇ, ਉਹ ਵੀ ਲਾ ਕੇ ਉਹਨਾਂ ਨੇ ਬੱਕਰੀ ਪਾਲਣ ਦੇ ਜਿਹੜੇ ਖਰਚੇ ਨੂੰ ਹੈ, ਖੁਰਲੀ ਪਾਲਣ ਤੇ ਜਿਹੜਾ ਖਰਚਾ ਹੈ ਉਹਨੂੰ ਕਾਫੀ ਹੱਦ ਤੱਕ ਘਟਾਇਆ ਹੈ। ਫਿਰ ਕਿਸਾਨ ਵੀਰ ਅਕਸਰ ਕਹਿੰਦੇ ਨੇ ਵੀ ਜੀ ਤੁਸੀਂ ਰੁੱਖ ਤਾਂ ਕਹਿ, ਪਰ ਕਿਹੜੇ ਰੁੱਖ? ਰੁੱਖਾਂ ਦੇ ਵਿੱਚ ਸਭ ਤੋਂ ਪਹਿਲਾ ਨਾਮ ਜੋ ਆ ਰਿਹਾ ਉਹ ਹੈਗਾ ਮਰਿੰਗਾ। ਮਰਿੰਗਾ, ਜਿਹਨੂੰ ਵੰਡਰ ਟਰੀ ਜਾਂ ਮਤਲਬ ਇੱਕ ਜਾਦੂ ਦਾ ਰੁੱਖ ਵੀ ਕਿਹਾ ਜਾਂਦਾ ਹੈ। ਮੋਰਿੰਗਾ ਦੀ ਖੇਤੀ ਦੇ ਨਾਲ ਕਾਫੀ ਪ੍ਰਫੁੱਲਿਤ ਹੋ ਰਹੀ ਹੈ। ਇਸ ਤੋਂ ਇਲਾਵਾ ਤੂਤ, ਡੇਕ, ਨਿੰਮ, ਬੇਰੀ, ਸੂਬਬੂਲ ਆਦਿ ਰੁੱਖ ਜਿਹੜੇ ਨੇ ਉਹ ਆਪਾਂ ਬੱਕਰੀਆਂ ਨੂੰ ਖਵਾ ਕੇ ਜਿਹੜਾ ਖੁਰਾਕ ਦਾ ਖਰਚਾ ਉਹ ਕਾਫੀ ਘਟਾਇਆ ਜਾ ਸਕਦਾ ਹੈ। ਕੁਛ ਇੱਕ ਬੱਕਰੀ ਪਾਲਕ, ਜਿਹੜੇ ਅਗਾਂਹ ਵਧੂ ਬੱਕਰੀ ਪਾਲਕ ਨੇ, ਉਹਨਾਂ ਨਾਲ ਮੇਰੀ ਗੱਲਬਾਤ ਹੁੰਦੀ ਹੈ। ਉਹ ਅੱਜ ਕੱਲ ਅਗਾਂਹ ਵਧੂ ਜਿਹੜੇ ਬੱਕਰੀ ਪਾਲਕ ਨੇ ਉਹ ਅੱਜ ਕੱਲ ਸੁਪਰ ਨੇਪੀਅਰ ਦੀ ਇੱਕ ਤਰ੍ਹਾਂ ਦੀ ਘਾਹ ਹੈ, ਉਹਨਾਂ ਨੇ ਇਹ ਘਾਹ ਵੀ ਲਾਈ ਹੈ, ਤੇ ਉਹਨਾਂ ਨੂੰ ਉਹ ਕਹਿੰਦੇ ਕਿ ਬੱਕਰੀ ਪਾਲਣ ਦੇ ਵਿੱਚ ਇਹ ਘਾਹ ਖਵਾਉਣ ਦੇ ਨਾਲ ਇਹਦੇ ਚ ਪ੍ਰੋਟੀਨ, ਕਹਿੰਦੇ ਜੋ ਉਹਨਾਂ ਨੇ ਦੱਸਿਆ ਕਿ ਪ੍ਰੋਟੀਨ ਕਾਫੀ ਜ਼ਿਆਦਾ ਹੈ ਤੇ ਸਾਨੂੰ ਬੜੇ ਅੱਛੇ ਜਿਹੜੇ ਨਤੀਜੇ ਹੈਗੇ ਆ ਉਹ ਮਿਲ ਰਹੇ ਆ ਹਰੇ ਚਾਰੇ ਦੇ ਨਾਲ। ਕਿਉਂਕਿ ਬੱਕਰੀਆਂ ਦੇ ਵਿੱਚ ਅਸੀਂ ਖੁਰਲੀ ਪਾਲਣ ਦੇ ਵਿੱਚ ਬੱਕਰੀਆਂ ਤੋਂ ਸਾਡੀਆਂ ਆਸ਼ਾਵਾਂ ਨੇ ਜਿਹੜੀਆਂ ਉਹ ਬਹੁਤ ਜ਼ਿਆਦਾ ਹੁੰਦੀਆਂ ਨੇ, ਸੋ ਇਸ ਲਈ ਸਾਨੂੰ ਕੰਸਨਟਰੇਟ ਜਾਂ ਫੀਡ ਵੀ ਦੇਣੀ ਪੈਣੀ। ਹੁਣ ਆ ਗਿਆ ਅਗਲੀ ਗੱਲ, ਆਪਾਂ ਕਰਦੇ ਹਾਂ ਸਿਹਤ ਪ੍ਰਬੰਧਨ ਬਾਰੇ। ਬੱਕਰੀਆਂ ਜਦੋਂ ਚਰਾਂਦਾ ਤੇ ਫਿਰਦੀਆਂ ਨੇ ਉਦੋਂ ਉਹਨਾਂ ਨੇ ਵੰਨ ਸੁਵੰਨਾ ਖਾਣਾ ਹੈ। ਉਹ ਕਈ ਤਰ੍ਹਾਂ ਦੀਆਂ ਜੜੀ ਬੂਟੀਆਂ ਖਾਣੀਆਂ ਨੇ, ਕਈ ਤਰ੍ਹਾਂ ਦੇ, ਜਿਵੇਂ ਨਿੰਮ ਖਾਣੀ ਹੈ, ਡੇਕ ਖਾਣੀ ਹੈ ਜਾਂ ਅੱਕ ਖਾਣੀ ਹੈ, ਜਿਹੜੀ ਉਹਨਾਂ ਦੀ ਸਿਹਤ ਨੂੰ ਸੰਭਾਲ ਕੇ ਰੱਖਦੀ ਹੈ। ਖੁਰਲੀ ਪਾਲਣ ਤੇ ਕੀ ਹੈ ਕਿ ਬੱਕਰੀਆਂ ਇੱਕ ਤਾਂ ਥੋੜੀ ਜਿਹੀ ਜਗ੍ਹਾ 'ਚ ਰਹਿ ਰਹੀਆਂ ਨੇ, ਝੁੰਡ 'ਚ ਰਹਿ ਰਹੀਆਂ ਨੇ ਤੇ ਇਕੱਠੀਆਂ ਹੋ ਕੇ ਰਹਿ ਰਹੀਆਂ ਨੇ। ਸੋ ਇਸ ਲਈ ਵਪਾਰਕ ਤੌਰ ਤੇ ਇਹ ਠੀਕ ਹੈ ਕਿ ਬੱਕਰੀਆਂ ਸਖਤ ਜਾਨ ਨੇ, ਪਰ ਸਾਨੂੰ ਉਹਨਾਂ ਦੀ ਸਿਹਤ ਸੰਭਾਲ ਵੱਲ ਧਿਆਨ ਦੇਣਾ, ਖਾਸ ਧਿਆਨ ਦੇਣਾ ਕਾਫੀ ਜ਼ਰੂਰੀ ਹੋ ਜਾਂਦਾ ਹੈ। ਸੋ ਸਿਹਤ ਸੰਭਾਲ ਦੇ ਵਿੱਚ, ਸਿਹਤ ਪ੍ਰਬੰਧਨ ਦੇ ਵਿੱਚ ਬੱਕਰੀ ਪਾਲਕਾਂ ਨੂੰ ਮੈਂ ਇਹੀ ਗੱਲ ਕਹੂੰਗਾ ਕਿ ਉਹ ਸਿਹਤ ਸੰਭਾਲ ਲਈ ਇੱਕ ਮੰਤਰ ਹਮੇਸ਼ਾ ਆਪਣੇ ਦਿਮਾਗ 'ਚ ਰੱਖਣ, ਤੇ ਉਹ ਮੰਤਰ ਹੈਗਾ ਨਿਰੀਖਣ, ਨਿਰੀਖਣ, ਨਿਰੀਖਣ। ਉਹ ਹਮੇਸ਼ਾ ਬੱਕਰੀਆਂ ਤੇ ਚੌਕਸੀ ਬਣਾ ਕੇ ਰੱਖਣ, ਤੇ ਜਿੱਦਾਂ ਹੀ ਕੋਈ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ, ਉਹ ਪ੍ਰੋਬਲਮ ਕੋਈ ਵੀ ਸਮੱਸਿਆ ਹੈ, ਮੇਰੇ ਨਾਲ ਮੇਰੇ ਕਈ ਵੈਟਰਨਰੀ ਡਾਕਟਰਸ ਜੁੜੇ ਹੋਏ ਨੇ ਜਿਹੜੇ ਕਿ ਟ੍ਰੀਟਮੈਂਟ ਦੇ ਬਾਰੇ ਮੇਰੇ ਨਾਲੋਂ ਕਈ ਗੁਣਾ ਵੱਧ ਜਾਣਦੇ ਨੇ, ਉਹ ਵੀ ਇਸ ਚੀਜ਼ ਨੂੰ ਐਗਰੀ ਕਰਨਗੇ ਕਿ ਕੋਈ ਵੀ ਬਿਮਾਰੀ ਅਚਾਨਕ ਨਹੀਂ ਆਉਂਦੀ, ਉਹ ਆਉਣ ਤੋਂ ਪਹਿਲਾਂ ਆਪਣਾ ਇੱਕ ਸੰਕੇਤ ਦੱਸਦੀ। ਤੇ ਵੀਰੋ ਆਪਾਂ ਉਹੀ ਸੰਕੇਤ ਫੜਨਾ ਹੈ, ਨਿਰੀਖਣ, ਨਿਰੀਖਣ, ਨਿਰੀਖਣ।
ਇਸ ਤੋਂ ਇਲਾਵਾ ਪਰਜੀਵੀਆਂ ਵਿਰੁੱਧ ਆਪਾਂ ਨੂੰ ਦਵਾਈ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਬਾਰੇ ਕਈ ਸਾਇੰਸਦਾਨਾਂ ਦੇ ਕਈ ਮਤ ਨੇ। ਜੇ ਲੋੜ ਹੈ ਤਾਂ ਆਪਾਂ ਨੂੰ ਡੀਵਾਰਮਿੰਗ ਕਰਨੀ ਚਾਹੀਦੀ ਹੈ, ਜੇ ਲੋੜ ਨਹੀਂ ਹੈ ਤਾਂ ਆਪਾਂ ਨੂੰ ਬਿਨਾਂ ਲੋੜ ਤੋਂ, ਬਿਨਾਂ ਮਕਸਦ ਤੋਂ ਡੀਵਾਰਮਿੰਗ ਨਹੀਂ ਕਰਾਉਣੀ ਚਾਹੀਦੀ। ਇਸ ਤੋਂ ਇਲਾਵਾ ਟੀਕਾਕਰਨ, ਪੰਜਾਬ ਸਰਕਾਰ ਕਈ ਤਰ੍ਹਾਂ ਦੇ ਟੀਕਾਕਰਨ ਚਲਾਉਂਦੀ ਹੈ। ਬੱਕਰੀਆਂ ਦੇ ਵਿੱਚ, ਪੰਜਾਬ ਦੇ ਵਿੱਚ ਜਿਹੜੀਆਂ ਬਿਮਾਰੀਆਂ ਦੇ ਵਿਰੁੱਧ ਟੀਕਾਕਰਨ ਸਾਨੂੰ ਕਰਨਾ ਚਾਹੀਦਾ ਹੈ ਉਹ ਹੈਗਾ PPR, ਐਂਟੇਰੋਟੌਕਸੀਮੀਆ, FMD ਅਤੇ HS। ਤੇ ਇਹਨਾਂ ਬਿਮਾਰੀਆਂ ਦੇ ਵਿਰੁੱਧ ਸਾਨੂੰ ਟੀਕਾਕਰਨ ਪੰਜਾਬ ਸਰਕਾਰ ਦੀ ਸਹਾਇਤਾ ਦੇ ਨਾਲ ਇਹਨਾਂ ਦਾ ਹਿੱਸਾ ਬਣਨਾ ਚਾਹੀਦਾ। ਅਗਲੀ ਜਿਹੜੀ ਮੇਰੀ ਸਲਾਈਡ ਹੈ ਇਹ ਹੈਗੀ ਹੈ ਬੱਕਰੀ ਫਾਰਮ ਦੇ ਕੰਮ। ਇਹਦੇ ਬਾਰੇ ਆਪਾਂ ਆਪਸ ਤਾਂ ਅਸੀਂ ਕਈ ਗੱਲਾਂ ਕਰਦੇ ਹਾਂ। ਕੋਈ ਕਿਸਾਨ ਆਂਦਾ ਹੈ ਤਾਂ ਉਹ ਕਾਮਿਆਂ ਦੇ ਬਾਰੇ ਤਾਂ ਕਈ ਗੱਲਾਂ ਕਰਦਾ ਹੈ, ਪਰ ਜੇਕਰ ਮੈਂ ਕੋਈ ਕਿਤਾਬ ਦੇਖਾਂ ਜਾਂ ਇੰਟਰਨੈਟ ਦੇਖਾਂ ਜਾਂ ਗੂਗਲ ਦੇਖਾਂ ਤਾਂ ਉਹਦੇ ਵਿੱਚ ਕਾਮਿਆਂ ਦੇ ਬਾਰੇ ਕੋਈ ਆਪਾਂ ਨੂੰ ਜਾਣਕਾਰੀ ਹੈ ਜਿਹੜੀ ਉਹ ਨਹੀਂ ਮਿਲਦੀ ਹੈਗੀ। ਦੋਸਤੋ, ਬੱਕਰੀ ਇੱਕ ਜਿੰਦਾ ਜੀਵ ਹੈ, ਉਹਨੂੰ ਆਪਾਂ ਫਾਰਮ ਤੇ, ਖੁਰਲੀ ਦੇ ਉੱਤੇ ਪਾਲ ਰਹੇ ਹਾਂ। ਆਪਣਾ ਜਿਹੜਾ ਕੰਮ ਹੈ ਉਹ ਤਜਰਬੇਕਾਰ ਹੋਣਾ ਚਾਹੀਦਾ ਹੈ, ਉਹ ਸੂਝੀਵਾਨ ਹੋਣਾ ਚਾਹੀਦਾ ਹੈ ਤੇ ਉਹਨੂੰ ਪਤਾ ਹੋਣਾ ਚਾਹੀਦਾ ਹੈ ਕਿ ਬੱਕਰੀ ਨੂੰ ਕਿਹੜੀ ਚੀਜ਼ ਦੇਣ ਨਾਲ ਫਾਇਦਾ ਤੇ ਕਿਹੜੀ ਚੀਜ਼ ਦੇਣ ਨਾਲ ਨੁਕਸਾਨ ਹੈ। ਆਮ ਤੌਰ ਤੇ ਕੀ ਹੈ ਕਿ ਬੱਕਰੀ, ਇਹ ਠੀਕ ਹੈ ਕਿ ਇਹਨੂੰ ਆਪਾਂ ਇੱਕ ਸਮਾਲ ਰੂਮੀਨੈਂਟ ਕਹਿ ਦਿੰਦੇ ਆ, ਤੇ ਪਰ ਇਹ ਆਪਣੀਆਂ ਜ਼ਰੂਰਤਾਂ ਦੇ ਵਿੱਚ ਜਿਹੜੀਆਂ ਮੱਝਾਂ ਗਾਵਾਂ ਨੇ ਉਹਦੇ ਤੋਂ ਕਾਫੀ ਭਿੰਨ ਨੇ। ਕਈ ਵਾਰ ਕਿਸੇ ਕਾਮੇ ਦੀ ਅਣਗਹਿਲੀ ਕਰਕੇ ਫਾਇਦੇ ਦੀ ਜਗ੍ਹਾ ਨੁਕਸਾਨ ਵੀ ਉਹ ਹੋ ਸਕਦਾ ਹੈ। ਸੋ ਇਹ ਇੱਕ ਇਹੋ ਜਿਹੀ ਮਤਲਬ ਸਲਾਈਡ ਹੈ, ਇੱਕ ਇਹੋ ਜਿਹਾ ਵਿਸ਼ਾ ਹੈ ਕਿ ਬੱਕਰੀ ਫਾਰਮ ਤੇ ਕੰਮ ਕਰਨ ਵਾਲੇ ਕੰਮ। ਇਹਦੇ ਬਾਰੇ ਆਪਾਂ ਨੂੰ ਕੋਈ ਜ਼ਿਆਦਾ ਲਿਟਰੇਚਰ ਨਹੀਂ। ਇਹ ਕਿਸਾਨ ਵੀਰ ਜਦ ਤੱਕ ਆਪ ਕੰਮ ਦੇ ਵਿੱਚ ਇਨਵੋਲਵ ਨਹੀਂ ਹੋਵੇਗਾ ਤਦ ਤੱਕ ਉਹ ਆਪਣੇ ਬੱਕਰੀ ਪਾਲਣ ਨੂੰ ਸਕਸੈਸਫੁਲੀ ਅਤੇ ਮੁਨਾਫੇ ਦੇ ਵਿੱਚ ਨਹੀਂ ਕਮਾ ਸਕਦਾ। ਇਸ ਲਈ ਕਿਸਾਨ ਵੀ ਸਾਡੇ ਕੋਲੋਂ ਟ੍ਰੇਨਿੰਗ ਲਵੇ, ਹੋਰ ਕੋਈ ਸੰਸਥਾ ਹੈ ਉਸ ਤੋਂ ਬੱਕਰੀ ਪਾਲਣ ਵਾਲੇ ਟ੍ਰੇਨਿੰਗ ਲਵੇ। ਜਿਹੜੇ ਅਗਾਂਹ ਵਧੂ ਕਿਸਾਨ ਨੇ, ਜਿਵੇਂ ਜਿਹੜੇ ਭਾਈ ਸਾਹਿਬ ਦੀ ਮੈਂ ਤੁਹਾਨੂੰ ਫੋਟੋ ਦਿਖਾ ਰਿਹਾ, ਇਹਨਾਂ ਦਾ ਕਰਨਾਲ ਦੇ ਵਿੱਚ ਫਾਰਮ ਹੈ ਤੇ ਇਹ ਇੱਕ ਪੜ੍ਹਿਆ ਲਿਖਿਆ ਨੌਜਵਾਨ ਹੈ ਜਿਹੜਾ ਕਿ ਬੱਕਰੀ ਪਾਲਣ ਦਾ ਕੀਤਾ ਇਹ ਕਰ ਰਿਹਾ। ਤੇ ਇਹ ਨੌਜਵਾਨ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਇਹ ਨੌਜਵਾਨ ਹੈ ਜਿਹੜਾ ਇਹ ਬੱਕਰੀ ਪਾਲਣ ਦਾ ਕੰਮ ਹੈ ਜਿਹੜਾ ਇਹ ਆਪਣੇ ਹੱਥਾਂ ਨਾਲ ਕਰ ਰਿਹਾ ਹੈ। ਸੋ ਇਹ ਇੱਕ ਅਜਿਹਾ ਪੁਆਇੰਟ ਹੈ, ਇੱਕ ਅਜਿਹਾ ਨਿਗਲੈਕਟਡ ਪੁਆਇੰਟ ਹੈ ਕਾਮੇ, ਜਿਹੜਾ ਕਿ ਆਪਾਂ ਅਣਦੇਖੀ ਕਰ ਲੈਂਦੇ ਵੀ ਕਾਮਿਆਂ ਦਾ ਕੀ ਹੈ, 2-4 ਹਜ਼ਾਰ ਜਾਂ 6,000 ਤਨਖਾਹ ਦੇ ਕੇ ਆਪਾਂ ਰੱਖ ਲਏ, ਪਰ ਆਪਾਂ ਇਸ ਚੀਜ਼ ਦੇ ਬਾਰੇ ਗੌਰ ਨਹੀਂ ਕਰਦੇ ਵੀ ਕੀ ਕੰਮ ਹੈ, ਉਹ ਤਜਰਬੇਕਾਰ ਹੈ, ਉਹ ਸੂਝੀਵਾਨ ਹੈ, ਕੀ ਉਹ ਬੱਕਰੀਆਂ ਨੂੰ ਔਖੇ ਸਮੇਂ ਜਾਂ ਕਿਸੇ ਤਰ੍ਹਾਂ ਦੀ ਅਗਰ ਕੋਈ ਸਵਾਲ ਆਉਂਦਾ ਆਪਣੇ ਫਾਰਮ ਤੇ ਤਾਂ ਉਹ ਸਾਂਭ ਸਕਦਾ ਹੈ। ਸੋ ਇਸ ਲਈ ਜਿਹੜਾ ਬੱਕਰੀ ਪਾਲਕ ਵੀਰ ਹੈ ਉਹਨੂੰ ਬੱਕਰੀਆਂ ਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਕਾਮੇ ਨੂੰ ਜਿਹੜਾ ਸੂਝੀਵਾਨ ਹੈ, ਜਿਹੜਾ ਟ੍ਰੇਨਡ ਕਾਮਾ ਹੈਗਾ, ਉਹ ਆਪਣੇ ਬੱਕਰੀ ਫਾਰਮ ਤੇ ਲਗਾਉਣਾ ਚਾਹੀਦਾ। ਹੁਣ ਆ ਗਈ ਮੰਡੀਕਰਨ ਦੀ ਗੱਲ। ਅਕਸਰ ਬੱਕਰੀਆਂ ਤੋਂ ਦੋ ਤਰ੍ਹਾਂ ਦੇ ਜਿਹੜੇ ਉਤਪਾਦ ਹੈਗੇ ਨੇ, ਮੀਟ ਅਤੇ ਦੁੱਧ, ਇਹ ਪਾਏ ਜਾਂਦੇ ਨੇ ਤੇ ਇਹੀ ਜਿਹੜੇ ਦੋ ਉਤਪਾਦ ਨੇ ਇਹਨਾਂ ਦਾ ਅਸੀਂ ਮੰਡੀਕਰਨ ਜਿਹੜਾ ਉਹ ਕਰਦੇ ਹਾਂ। ਇਸ ਤੋਂ ਇਲਾਵਾ ਬੱਕਰੀ ਤੋਂ ਚਮੜਾ, ਖਾਦ, ਖੁਰ, ਆਂਤਾਂ ਅਤੇ ਹੋਰ ਤਰ੍ਹਾਂ ਹੱਡੀਆਂ, ਕਈ ਤਰ੍ਹਾਂ ਦੇ ਉਤਪਾਦ ਆ ਜਿਹੜੇ ਅਸੀਂ ਬੱਕਰੀਆਂ ਤੋਂ ਲੈ ਸਕਦੇ ਹਾਂ। ਪਰ ਜੇਕਰ ਅਸੀਂ ਕੱਲੇ ਕਿਸਾਨ ਦੀ ਗੱਲ ਕਰੀਏ, ਜੇਕਰ ਕੋਈ ਮੰਨ ਲਓ ਇੱਕ ਕਿਸਾਨ ਹੈ, ਕੀ ਉਹ ਸਾਰੇ ਲਾਹੇ ਇਹ ਬੱਕਰੀ ਤੋਂ ਲੈ ਸਕਦਾ? ਨਹੀਂ ਲੈ ਸਕਦਾ। ਸੋ ਇਸ ਲਈ ਜੇਕਰ ਕਿਸਾਨ ਸੰਗਠਿਤ ਹੋਣਗੇ, ਜੇਕਰ ਉਹ ਆਪਸ ਵਿੱਚ ਜੁੜੇ ਹੋਣਗੇ ਤਾਂ ਉਹ ਬੱਕਰੀਆਂ ਤੋਂ ਮੁਨਾਫਾ ਜਿਹੜਾ ਉਹ ਬਾਈ ਪ੍ਰੋਡਕਟਸ ਨੇ ਉਹਨਾਂ ਨੂੰ ਵੇਚ ਕੇ ਵੀ ਉਹ ਵੱਧ ਤੋਂ ਵੱਧ ਮੁਨਾਫਾ ਜਿਹੜਾ ਕਮਾ ਸਕਦਾ ਹੈ। ਜਿਹੜਾ ਟੱਪਰੀ ਵਾਸਤੇ ਬੱਕਰੀ ਪਾਲਣ ਹੈ ਜਾਂ ਜਿਹੜਾ ਮੈਜੋਰਟੀ ਆਫ ਬੱਕਰੀ ਪਾਲਣ ਹੈ ਉਹਦੇ ਵਿੱਚ ਮੰਡੀਕਰਨ ਹੈ ਜਿਹੜਾ ਉਹ ਵਿਚੋਲੀਆਂ ਦੁਆਰਾ ਕੰਟਰੋਲ ਕੀਤਾ ਜਾਂਦਾ ਹੈ, ਕਾਬੂ ਕੀਤਾ ਜਾਂਦਾ ਹੈ, ਜਿਸ ਕਰਕੇ ਕਿ ਕਿਸਾਨ ਨੂੰ ਬਹੁਤ ਘੱਟ ਮੁਨਾਫਾ ਜਿਹੜਾ ਉੱਥੇ ਤੱਕ ਪਹੁੰਚਦਾ ਹੈ। ਸੋ ਆਉਣ ਵਾਲਾ ਸਮਾਂ ਕੀ ਹੈ? ਅੱਜ ਸਮਾਂ
ਕੰਪੀਟੀਸ਼ਨ ਦਾ ਨਹੀਂ ਹੈ, ਅੱਜ ਸਮਾਂ ਇੱਕ ਦੂਜੇ ਨਾਲ ਮਿਲ ਕੇ ਕੰਮ ਕਰਨ ਦਾ ਹੈ। ਮਿਲ ਕੇ ਇਹ ਨਹੀਂ ਕਿ ਕਿਸਾਨ ਹੀ ਮਿਲ ਕੇ, ਉਹਦੇ 'ਚ ਸਾਇੰਸਦਾਨ, ਜਿਵੇਂ ਅਸੀਂ ਯੂਨੀਵਰਸਿਟੀ ਵਿੱਚ ਕੰਮ ਕਰਦੇ ਹਾਂ, ਯੂਨੀਵਰਸਿਟੀ 'ਚ ਸਾਇੰਸਦਾਨ, ਇੰਡਸਟਰੀ ਵਾਲੇ ਅਤੇ ਕਿਸਾਨ, ਉਸ ਤੋਂ ਇਲਾਵਾ ਐਨੀਮਲ ਹਸਬੈਂਡਰੀ ਡਿਪਾਰਟਮੈਂਟ, ਜਿਨ੍ਹਾਂ ਦੀ ਪਹੁੰਚ ਹਰ ਪਿੰਡ ਵਿੱਚ ਹੈ, ਹਰ ਕਿਸਾਨ ਤੱਕ ਹੈ। ਸਾਡੀ ਪਹੁੰਚ ਇੰਨੀ ਡੀਪ, ਇੰਨੀ ਡੂੰਘੀ ਨਹੀਂ ਹੋ ਸਕਦੀ ਜਿੰਨੀ ਕਿ ਐਨੀਮਲ ਹਸਬੈਂਡਰੀ ਦੀ ਹੈਗੀ। ਜਦ ਤੱਕ ਆਪਾਂ ਸਾਰੇ ਇੱਕ ਸਟੇਜ ਤੇ ਨਹੀਂ ਆਉਂਦੇ, ਤਦ ਤੱਕ ਆਪਾਂ ਅੱਗੇ ਵੱਧ ਤੋਂ ਵੱਧ ਜਿਹੜਾ ਲਾਹਾ ਉਹ ਨਹੀਂ ਕਮਾ ਸਕਦੇ। ਇਸ ਵਿਸ਼ੇ ਦੇ ਵਿੱਚ, ਇਸ ਦੇ ਉੱਤੇ ਯੂਨੀਵਰਸਿਟੀ ਦੇ ਵਿੱਚ ਮੈਂ ਦੱਸਣਾ ਚਾਹੂੰਗਾ ਕਿ ਇੱਕ ਸਾਡੀ ਗੋਟ ਫਾਰਮਰ ਐਸੋਸੀਏਸ਼ਨ ਬਣੀ ਹੋਈ ਹੈ, ਜੋ ਹੁਣ ਤਾਂ ਚਲੋ ਜਿਵੇਂ ਆਪਾਂ ਗੱਲ ਕੀਤੀ ਕਿ ਕੋਵਿਡ ਚੱਲ ਰਿਹਾ ਜਾਂ ਕਰੋਨਾ ਚੱਲ ਰਿਹਾ, ਜਿਸ ਵਿੱਚ ਅਸੀਂ ਕਿਸਾਨ ਜਿਹੜੇ ਇਕੱਠੇ ਹੋ ਕੇ ਉਹਦਾ ਵੱਧ ਤੋਂ ਵੱਧ ਤੁਸੀਂ ਉਸ ਐਸੋਸੀਏਸ਼ਨ ਦੇ ਮੈਂਬਰ ਬਣੋ ਅਤੇ ਆਪਣੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਉਹਨਾਂ ਦੇ ਉੱਤੇ ਆ ਕੇ, ਉਸ ਪਲੇਟਫਾਰਮ ਤੇ ਆ ਕੇ ਆਪਣੀਆਂ ਸਮੱਸਿਆਵਾਂ ਨੂੰ ਸਾਡੇ ਸਾਹਮਣੇ ਲਿਆਓ। ਮੇਰੇ ਕੋਲੇ ਸੋਲੂਸ਼ਨ ਨਹੀਂ ਹੋ ਸਕਦਾ ਡਾਕਟਰ ਕੇਵਲ ਕੋਲੇ ਸੋਲੂਸ਼ਨ ਹੋਵੇ, ਉਹਨਾਂ ਕੋਲੇ ਸੋਲੂਸ਼ਨ ਨਹੀਂ ਹੈਗਾ। ਹੋ ਸਕਦਾ ਉਹ ਕਿਸੇ ਬੰਦੇ ਨਾਲ ਗੱਲ ਕਰਨ, ਉੱਥੋਂ ਕਿਸੇ ਆਜੜੀਏ ਨਾਲ ਗੱਲ ਕਰਨ, ਉੱਥੋਂ ਸੋਲੂਸ਼ਨ ਲੱਭ ਲੈ। ਅੱਜ ਹੀ ਮੇਰੇ ਕਾਬਲ ਕਲੀਗ ਨੇ ਇੱਕ ਗੱਲ ਕਹੀ ਸੀ ਕਿ ਕਮਿਊਨੀਕੇਸ਼ਨ ਆਪਣੀ ਪ੍ਰੋਬਲਮ ਹੈ, ਲੈਕ ਆਫ ਕਮਿਊਨੀਕੇਸ਼ਨ। ਜਦ ਤੱਕ ਆਪਾਂ ਵੱਧ ਤੋਂ ਵੱਧ ਆਪਣੀ ਇਨਫੋਰਮੇਸ਼ਨ ਹੈ, ਚਾਹੇ ਉਹ ਚੰਗੀ ਹੈ ਮਾੜੀ ਹੈ, ਜਦ ਤੱਕ ਆਪਾਂ ਉਹ ਕਮਿਊਨੀਕੇਸ਼ਨ ਨਹੀਂ ਕਰਦੇ, ਤਦ ਤੱਕ ਆਪਾਂ ਉਹਨਾਂ ਸਵਾਲਾਂ ਦੇ ਜਵਾਬ ਹੈ ਜਿਹੜੇ ਉਹ ਨਹੀਂ ਲੱਭ ਸਕਦੇ। ਇਸ ਲਈ ਅੱਜ ਦੇ ਇਸ ਸਮੇਂ ਦੀ ਲੋੜ ਹੈ ਕਿ ਆਪਾਂ ਆਪਣੀ ਐਸੋਸੀਏਸ਼ਨ ਇੱਕ ਜੋ ਬਣੀ ਹੋਈ ਹੈ ਉਹਨੂੰ ਆਪਾਂ ਸਟਰੋਂਗ ਕਰੀਏ। ਸਹਿਕਾਰੀ ਸਮੂਹ ਹੈ ਅਤੇ ਬੱਕਰੀ ਪਾਲਣ ਦੇ ਉੱਥੇ ਕਿਉਂਕਿ ਆਪਾਂ ਸਾਰੇ ਪੜ੍ਹੇ ਲਿਖੇ ਆ, ਆਪਾਂ ਉੱਥੇ ਜਿਹੜੇ ਹੋਰ ਕਈ ਅੱਗੇ ਹੋਰਾਈਜ਼ਨਸ ਨੇ, ਹੋਰ ਕੋਈ ਵੈਨਿਊਜ਼ ਨੇ, ਉਹਨਾਂ ਨੂੰ ਆਪਾਂ ਘੋਖੀਏ, ਉਹਨਾਂ ਦੀ ਘੋਖ ਕਰੀਏ ਅਤੇ ਵੱਧ ਤੋਂ ਵੱਧ ਜਿਹੜਾ ਉਹ ਲਾਹਾ ਜਿਹੜਾ ਉਹ ਕਮਾ ਸਕਦੇ। ਪਿਛਲੇ ਹਫ਼ਤੇ ਹੀ ਮੈਂ ਡਾਕਟਰ ਅਮਿਤ ਨੈਣ ਦੀ ਡਾਕਟਰ ਅਮਿਤ ਨੈਣ ਦੀ ਇੱਕ ਪ੍ਰੈਜੈਂਟੇਸ਼ਨ ਸੁਣੀ ਸੀ। ਉਹਨਾਂ ਨੇ ਇਹ ਵਾਲੀ ਜਿਹੜੀ ਸਲਾਈਡ ਹੈ ਉਹ ਉਹਨਾਂ ਨੇ ਪ੍ਰੈਜੈਂਟ ਕੀਤੀ ਸੀ। ਉਹ ਮੈਨੂੰ ਉਹਨਾਂ ਦੀ ਗੱਲ, ਜੋ ਉਹਨਾਂ ਨੇ ਆਈਡੀਆ ਦਿੱਤਾ, ਜੋ ਉਹਨਾਂ ਨੇ ਵਿਚਾਰ ਰੱਖਿਆ, ਉਹ ਮੈਨੂੰ ਇੰਨਾ ਵਧੀਆ ਲੱਗਿਆ ਕਿ ਅੱਜ ਮੈਂ ਉਹੀ ਵਿਚਾਰ, ਡਾਕਟਰ ਅਮਿਤ ਦਾ ਉਹੀ ਵਿਚਾਰ ਤੁਹਾਡੇ ਨਾਲ ਸ਼ੇਅਰ ਕਰਦਾ। ਉਹ ਕਹਿੰਦੇ ਵੀ ਕਾਮਯਾਬ ਹੋਣ ਦੇ ਲਈ ਸਾਨੂੰ ਨੋਵਲ ਹੋਣ ਦੀ ਲੋੜ ਹੈ, ਸਾਨੂੰ ਨਵੇਂ ਜਿਹੜੇ ਆਈਡੀਆਜ਼ ਨੇ, ਨਵੇਂ ਮੰਡੀਕਰਨ ਦੇ ਜਿਹੜੇ ਤਰੀਕੇ ਨੇ ਉਹ ਲੱਭਣ ਦੀ ਲੋੜ ਹੈ। ਡਾਕਟਰ ਸਾਹਿਬ ਕਹਿ ਰਹੇ ਸੀ ਵੀ ਜਿਹੜੀ ਚੀਜ਼ ਆਪਾਂ ਪੈਰ 'ਚ ਪਾਉਂਦੇ ਆ ਉਹਨੂੰ ਆਪਾਂ ਸ਼ੀਸ਼ਿਆਂ ਦੇ ਵਿੱਚ ਲਿਸ਼ਕਾ ਕੇ ਰੱਖਦੇ ਆ, ਤੇ ਜਿਹੜੀ ਚੀਜ਼ ਆਪਾਂ ਢਿੱਡ 'ਚ ਪਾਉਂਦੇ ਆ ਉਹ ਆਪਾਂ ਵੈਸੇ ਹੀ ਸੜਕ ਤੇ ਸੁੱਟ ਕੇ ਰੱਖਦੇ ਆ। ਸੋ ਇਹ ਛੋਟੀਆਂ ਗੱਲਾਂ ਨੇ ਜਿਹੜੀਆਂ ਕਿ ਤੁਹਾਡੇ ਵਪਾਰ ਨੂੰ ਕਿਤੋਂ ਤੋਂ ਕਿਤੇ ਲਿਜਾ ਸਕਦੀਆਂ ਨੇ। ਯੂਨੀਵਰਸਿਟੀ ਦੇ ਵਿੱਚ ਅਸੀਂ ਇੱਕ ਟਰਾਇਲ ਕੀਤਾ, ਜਿਵੇਂ ਕਿ ਮੈਂ ਗੱਲ ਹੀ ਕਰ ਰਿਹਾ ਸੀਗਾ ਕਿ ਛੋਟੀਆਂ ਗੱਲਾਂ ਦੇ ਨਾਲ ਮੁਨਾਫੇ ਨੂੰ ਕਈ ਜਗ੍ਹਾ ਵਧਾਇਆ ਜਾ ਸਕਦਾ ਹੈ। ਯੂਨੀਵਰਸਿਟੀ ਦੇ ਵਿੱਚ ਇੱਕ ਅਸੀਂ ਜ਼ੀਰੋ ਵੇਸਟੇਜ ਟੈਕਨੋਲੋਜੀ, ਜਿਹਦੇ ਵਿੱਚ ਮੈਂ ਗੱਲ ਕੀਤੀ ਕਿ ਇੱਕ ਕਿਸਾਨ ਜਦੋਂ ਵੀ ਗੱਲ ਕਰਦੇ ਹੈ ਕਿ ਬੱਕਰੀ ਤੋਂ ਕੀ ਮਿਲਦਾ ਹੈ ਤੇ ਕੀ ਵੇਚਣਾ ਹੈ, ਉਹ ਕਹੂਗਾ ਬੱਕਰੀ ਤੋਂ ਮੀਟ ਮਿਲਦਾ ਹੈ, ਬੱਕਰੀ ਤੋਂ ਦੁੱਧ ਵੇਚਦਾ। ਉਹਦੀ ਆਪਣੀ ਸੋਚ ਹੈ ਜਿਹੜੀ ਦੁੱਧ ਮੀਟ ਤੱਕ ਹੀ ਰਹਿੰਦੀ, ਆਪਾਂ ਬਾਏ ਪ੍ਰੋਡਕਟ ਬਾਰੇ ਸੋਚਦੇ ਹੀ ਨਹੀਂ ਹੈਗੇ। ਯੂਨੀਵਰਸਿਟੀ ਦੇ ਵਿੱਚ ਬਾਏ ਪ੍ਰੋਡਕਟ ਦੇ ਉੱਤੇ ਇੱਕ ਸਟੱਡੀ ਕੀਤੀ ਗਈ, ਇੱਕ ਟਰਾਇਲ ਕੀਤਾ ਗਿਆ, ਤੇ ਅਸੀਂ ਉਹ ਟਰਾਇਲ ਦੇ ਵਿੱਚ ਇਹ ਪਾਇਆ ਕਿ ਜੇਕਰ ਅਸੀਂ ਆਪਣੇ ਬਾਏ ਪ੍ਰੋਡਕਟ ਨੂੰ ਵੀ ਅਸੀਂ ਮੰਡੀਕਰਨ ਕਰ ਸਕੀਏ ਤਾਂ ਅਸੀਂ ਜਿਹੜਾ ਆਪਣਾ ਪ੍ਰੋਫਿਟ ਹੈ, ਇੱਕ ਕਿਸਾਨ ਦਾ ਪ੍ਰੋਫਿਟ ਹੈ, ਉਹਨੂੰ 30 ਤੋਂ 50% ਤੱਕ ਵਧਾ ਸਕਦੇ ਹਾਂ। ਇੱਕ ਕੋਈ ਵੀ ਕਿਸਾਨ ਹੈ, ਕੋਈ ਵੀ ਫਾਰਮਰ ਮੇਰੇ ਕੋਲੇ ਆਉਂਦਾ ਹੈ, ਉਹ ਸਭ ਤੋਂ ਪਹਿਲਾ ਸਵਾਲ ਉਹਦਾ ਇਹੀ ਹੁੰਦਾ ਹੈ ਕਿ ਮੈਨੂੰ ਬੱਕਰੀ ਪਾਲਣ ਤੋਂ ਕਿੰਨੀ ਕਮਾਈ ਹੋਊਗੀ। ਇਸ ਸਵਾਲ ਦਾ ਜਵਾਬ ਮੈਂ ਆਪਣੀ ਪ੍ਰੈਜੈਂਟੇਸ਼ਨ ਦੇ ਐਂਡ 'ਚ ਦੇ ਰਿਹਾ, ਅੰਤ ਵਿੱਚ ਦੇ ਰਿਹਾ। ਇਹ ਇਸ ਤਰ੍ਹਾਂ ਨਹੀਂ ਹੈ ਕਿ ਮੈਂ ਕੁਝ ਕੰਮ ਕੀਤਾ, ਮੈਂ ਇੱਕ ਨੰਬਰ ਕੱਢ ਲਿਆ। ਮੈਂ ਕਿਸੇ ਨੂੰ ਕਿਹਾ ਵੀ ਯਾਰ ਤੂੰ ਬੱਕਰੀ ਪਾਲਣ ਖੋਲਣਾ ਹੈ, 30 ਬੱਕਰੀਆਂ ਦਾ ਫਾਰਮ ਖੋਲਣਾ ਹੈ, ਇੱਕ ਬੱਕਰੀ ਤੇ ਤੇਰਾ ਜਿਹੜਾ ਖਰਚਾ ਹੈ, ਬੱਕਰੀ ਸ਼ੈੱਡ ਸਾਰਾ ਕੁਝ ਮਿਲਾ ਕੇ ਤੈਨੂੰ 25 ਤੋਂ 30 ਹਜ਼ਾਰ ਖਰਚਾ ਆਊਗਾ। ਇਸ ਤੋਂ ਇਲਾਵਾ ਜਿਹੜਾ ਆਪਰੇਟਿੰਗ ਖਰਚਾ ਹੈ, ਜਿਹੜੇ ਫੀਡ ਹੈ, ਦਵਾਈਆਂ ਹੈ, ਜਾਂ ਜੋ ਵੀ ਆਪਰੇਟਿੰਗ ਖਰਚਾ ਹੈ, ਉਹ 12 ਤੋਂ 14 ਹਜ਼ਾਰ ਆਊਗਾ। ਕੁੱਲ ਰਿਟਰਨ ਹੈ ਜਿਹੜੀ ਉਹ
ਸਾਲਾਨਾ ਰਿਟਰਨ ਹੈ ਉਹ ਬੱਕਰੀ ਤੋਂ ਸ਼ੁੱਧ ਜਿਹੜਾ ਲਾਭ ਹੈ ਉਹ 21,000 ਆਊਗੀ। ਇੱਕ ਬੱਕਰੀ ਇੱਕ ਮਹੀਨੇ ਦੇ ਵਿੱਚ ਲਗਭਗ ਤੈਨੂੰ 500 ਤੋਂ 700 ਰੁਪਇਆ ਕਮਾ ਕੇ ਦੇ ਦੇਗੀ। ਇਹ ਇੱਕ ਜਿੰਦਾ ਜੀਵ ਹੈ। ਇਹਦੇ 'ਚ ਜੇਕਰ ਕੋਈ ਕਿਸਾਨ ਵੀਰ ਇਹ ਕਵੇ ਕਿ ਜਿਵੇਂ ਇਹ ਫਿਗਰਾਂ ਦਿੱਤੀਆਂ ਹੋਈਆਂ ਨੇ ਵੀ ਮੈਂ ਤਾਂ 100 ਬੱਕਰੀਆਂ ਲਿਆਇਆ ਤੇ ਉਹਨੂੰ ਜਰਬ ਦੇਤਾ 600 ਨਾਲ, ਮੈਨੂੰ ਤਾਂ 60,000 ਰੁਪਇਆ ਮਹੀਨੇ ਦਾ ਬਚਣਾ ਹੀ ਚਾਹੀਦਾ, ਇਹ ਇਸ ਤਰ੍ਹਾਂ ਨਹੀਂ ਹੈ ਦੋਸਤੋ। ਇਹ ਜੇ ਦੋ ਭਰਾ ਮਿਲ ਕੇ ਵੀ ਕੰਮ ਕਰਨ ਤਾਂ ਇੱਕ ਭਰਾ ਦਾ ਮੁਨਾਫਾ ਹੋਰ ਹੋਵੇਗਾ, ਦੂਜੇ ਭਰਾ ਦਾ ਮੁਨਾਫਾ ਜਿਹੜਾ ਉਹ ਹੋਰ ਹੋਵੇਗਾ। ਇਹਦੇ ਵਿੱਚ ਤੁਹਾਨੂੰ ਗਿਆਨ, ਜਿੰਨਾ ਗਿਆਨ, ਜਿੰਨੀ ਖੋਜ ਤੁਸੀਂ ਇਸ ਵਿਸ਼ੇ ਬਾਰੇ ਕਰੋਗੇ, ਜਿੰਨੀ ਤੁਸੀਂ ਮੰਡੀਕਰਨ ਦੇ ਬਾਰੇ ਨਵੀਨਤਾ ਲੈ ਕੇ ਆਓਗੇ, ਉਹਨਾਂ ਜਿਹੜਾ ਤੁਹਾਡਾ ਪ੍ਰੋਫਿਟ ਆ ਉਹ ਵੱਧ ਤੋਂ ਵੱਧ ਹੋਵੇਗਾ। ਇਸ ਸਲਾਈਡ ਦਾ ਮਕਸਦ ਸਿਰਫ ਇਹੀ ਹੈ, ਇਹ ਜੋ ਆંકੜੇ ਨੇ ਇਹ ਯੂਨੀਵਰਸਿਟੀ ਨੇ ਜਿਹੜੇ ਕਿਸਾਨ ਵੀਰ ਆਲਰੇਡੀ ਇਹ ਕੀਤਾ ਕਰ ਰਹੇ ਨੇ ਉਹਨਾਂ ਨਾਲ ਮਿਲ ਕੇ ਅਸੀਂ ਤਿਆਰ ਕੀਤੇ ਹੈ ਤੇ ਅਸੀਂ ਇਹ ਪਾਇਆ ਹੈਗਾ ਕਿ ਇੱਕ ਬੱਕਰੀ ਹੈ ਜਿਹੜੀ ਇੱਕ ਮਹੀਨੇ ਦੇ ਵਿੱਚ ਸਾਰੇ ਖਰਚੇ ਕੱਢ ਕੇ 500 ਤੋਂ 700 ਰੁਪਇਆ ਸ਼ੁੱਧ ਲਾਭ ਹੈ ਜਿਹੜਾ ਉਹ ਤੁਹਾਨੂੰ ਕਮਾ ਕੇ ਦੇਦੀ ਹੈ। ਹੁਣ ਤੁਸੀਂ ਬਾਈ ਪ੍ਰੋਡਕਟ ਦੀ ਉਹ ਕਰਦੇ ਹੋ, ਤੁਸੀਂ ਨਵੀਨਤਾ ਕੁਝ ਹੋਰ ਲੈ ਕੇ ਆਉਂਦੇ ਹੋ ਉਹਦੇ ਵਿੱਚ, ਤਾਂ ਤੁਸੀਂ ਇਸ ਮੁਨਾਫੇ ਨੂੰ ਹੋਰ ਵੀ ਜ਼ਿਆਦਾ ਕਈ ਗੁਣਾ ਤੱਕ ਵਧਾ ਸਕਦੇ। ਸੋ ਜੋ ਕਿਸਾਨਾਂ ਦਾ ਪਹਿਲਾ ਸਵਾਲ ਸੀਗਾ ਕਿ ਮੈਨੂੰ ਕਿੰਨੀ ਕਮਾਈ ਹੋਊਗੀ, ਉਹ ਮੇਰਾ ਇਸ ਪ੍ਰੈਜੈਂਟੇਸ਼ਨ ਦਾ ਆਖਰੀ ਸਲਾਈਡ ਸੀਗੀ। ਸਿੱਟੇ ਜੋ ਆਪਾਂ ਅੱਜ ਗੱਲ ਕੀਤੀ ਕਿ ਬੱਕਰੀ ਪਾਲਣ ਦਾ ਆਪਾਂ ਕਰਨਾ, ਕਿਹੜੀਆਂ ਗੱਲਾਂ ਆਪਣੇ ਜ਼ਿਹਨ ਦੇ ਵਿੱਚ ਹੋਣੀਆਂ ਚਾਹੀਦੀਆਂ। ਸਭ ਤੋਂ ਪਹਿਲਾਂ ਖੋਜ ਤੇ ਯੋਜਨਾਬੰਦੀ। ਇਹ ਦੋ ਚੀਜ਼ਾਂ ਐਸੀਆਂ ਨੇ ਜਿੱਥੇ ਕਿਸਾਨ ਅਕਸਰ ਮਾਰ ਖਾ ਜਾਂਦਾ ਤੇ ਜਦੋਂ ਇੱਕ ਵਾਰੀ ਉਹਨੇ ਨਾ ਤਾਂ ਪੂਰੀ ਤਰ੍ਹਾਂ ਘੋਖ ਕੀਤੀ ਹੁੰਦੀ ਹੈ, ਨਾ ਕੋਈ ਯੋਜਨਾਬੰਦੀ ਹੁੰਦੀ ਹੈ, ਆਪਾਂ ਕੰਮ ਸ਼ੁਰੂ ਕਰ ਲੈਂਦੇ ਆ ਤੇ ਜਦੋਂ ਨੁਕਸਾਨ ਹੋ ਜਾਂਦਾ ਫਿਰ ਆਪਾਂ ਕਹਿੰਦੇ ਯਾਰ ਬੱਕਰੀ ਹੀ ਮਾੜੀ ਹੈ। ਦੋਸਤੋ ਬੱਕਰੀ ਮਾੜੀ ਨਹੀਂ ਹੈ। ਕਿਸੇ ਵੀ ਚੀਜ਼ ਦੇ ਵਿੱਚ ਕਾਮਯਾਬ ਹੋਣ ਦੇ ਲਈ ਤਿੰਨ ਚੀਜ਼ਾਂ ਹਮੇਸ਼ਾ ਆਪਣੇ ਜ਼ਿਹਨ ਦੇ ਵਿੱਚ ਰੱਖੋ, ਗਿਆਨ, ਧਿਆਨ, ਸਮਾਨ। ਇਹ ਤਿੰਨ ਚੀਜ਼ਾਂ ਤੁਸੀਂ ਹਮੇਸ਼ਾ ਇਹ ਰੱਖਣੀਆਂ, ਗਿਆਨ, ਧਿਆਨ, ਸਮਾਨ। ਇਸ ਦੇ ਵਿੱਚ ਤੁਹਾਡੀ ਜਾਣਕਾਰੀ ਹੈ ਜਿਹੜੀ ਉਹ ਪੂਰੀ 100% ਹੋਣੀ ਚਾਹੀਦੀ ਹੈ। ਖੋਜ ਅਤੇ ਯੋਜਨਾਬੰਦੀ। ਉੱਚ ਨਸਲ ਦੀ ਚੋਣ, ਇਸ ਦੇ ਬਾਰੇ ਆਪਾਂ ਗੱਲ ਕਰ ਲਈ ਕਿ ਜੇਕਰ ਆਪਣੀ ਨੀਂਹ ਹੀ ਕਮਜ਼ੋਰ ਹੋਵੇਗੀ ਤਾਂ ਆਪਾਂ ਮਜ਼ਬੂਤ ਇਮਾਰਤ ਨਹੀਂ ਖੜੀ ਕਰ ਸਕਦੇ। ਸੋ ਨਸਲ ਵਧੀਆ ਲਿਆਓ। ਜਿਵੇਂ ਕਿ ਗੱਲ ਕੀਤੀ ਹੈ ਕਿ ਇੱਕ ਵੱਖ-ਵੱਖ ਥਾਵਾਂ ਤੋਂ ਜਿਹੜੇ ਬੱਕਰੀਆਂ ਨੇ ਆਪਣੇ ਨਗ ਹੈ ਜਿਹੜੇ ਉਹ ਚੁਣੋ। ਸਹੀ ਸ਼ੈੱਡ ਅਤੇ ਉਪਕਰਨ ਇਹ ਵੀ ਕਾਮਯਾਬ ਹੋਣ ਦੇ ਲਈ ਇੱਕ ਬਹੁਤ ਵੱਡਾ ਤੱਤ ਨੇ। ਇੱਕ ਚੰਗੀ ਪ੍ਰਜਨਨ ਪ੍ਰਬੰਧ ਪਲਾਨ ਤੁਹਾਡਾ ਹੋਣਾ ਚਾਹੀਦਾ ਹੈ। ਖੁਰਾਕ ਦੇ ਬਾਰੇ ਫਾਰਮਰਾਂ ਨੇ ਇੰਨਾ ਕੰਮ ਕੀਤਾ ਹੈ, ਇੰਨੀ ਜਾਣਕਾਰੀ ਸਾਨੂੰ ਦਿੱਤੀ ਹੈ। ਤੁਸੀਂ ਜਿਹੜੇ ਅਗਾਂਹ ਵਧੂ ਕਿਸਾਨ ਨੇ ਉਹਨਾਂ ਨੇ ਜਦੋਂ ਇਹ ਕੰਮ ਸ਼ੁਰੂ ਕੀਤਾ ਸੀ ਬੱਕਰੀਆਂ ਦਾ ਅੱਜ ਤੋਂ 5-10 ਸਾਲ ਪਹਿਲਾਂ, ਉਹਨਾਂ ਨੂੰ ਇੰਨੀ ਜਾਣਕਾਰੀ ਨਹੀਂ ਸੀ। ਪਰ ਜਿਵੇਂ ਜਿਵੇਂ ਉਹ ਕੰਮ ਕਰਦੇ ਗਏ, ਜਾਣਕਾਰੀਆਂ ਇਕੱਠੀਆਂ ਕਰਦੇ ਗਏ, ਉਵੇਂ ਉਵੇਂ ਉਹਨਾਂ ਨੇ ਖੁਰਾਕ ਨੂੰ ਜਿਹੜਾ ਸਟੈਂਡਰਡਾਈਜ਼ ਕੀਤਾ ਹੈ। ਤੁਸੀਂ ਇਹ ਜਾਣਕਾਰੀ ਦਾ ਲਾਹਾ ਲੈ ਸਕਦੇ ਹੋ ਅਤੇ ਹੋਰ ਇਸ ਦੇ ਵਿੱਚ ਸੁਧਾਰ ਹੈ ਜਿਹੜੇ ਉਹ ਕਰ ਸਕਦੇ ਹੋ, ਕਿਉਂਕਿ ਜਿਹੜੀ ਆਪਰੇਟਿੰਗ ਕੋਸਟ ਹੈ ਉਹਦਾ ਸਭ ਤੋਂ ਵੱਡਾ ਹਿੱਸਾ ਜਿਹੜਾ ਉਹ ਸਭ ਤੋਂ ਵੱਡਾ ਖਰਚਾ ਜਿਹੜਾ ਉਹ ਖੁਰਾਕ ਤੇ ਆਉਂਦਾ। ਬਾਕੀ ਚੰਗੀ ਅਤੇ ਮਜ਼ਬੂਤ ਸਿਹਤ ਇਹ ਖੁਰਲੀ ਪਾਲਣ ਦੇ ਵਿੱਚ ਇੱਕ ਬਹੁਤ ਹੀ ਜ਼ਰੂਰੀ ਤੱਤ ਹੈ। ਇਹ ਸਭ ਨੂੰ ਦੇਖਦੇ ਹੋਏ ਅਸੀਂ ਇਹ ਕਨਕਲੂਡ ਕਰ ਸਕਦੇ ਹਾਂ, ਅਸੀਂ ਇਹ ਸਿੱਟਾ ਕੱਢ ਸਕਦੇ ਹਾਂ ਕਿ ਆਰਥਿਕ ਵਿਕਾਸ ਦੇ ਵਿੱਚ ਬੱਕਰੀਆਂ ਉਹ ਇੱਕ ਮਹੱਤਵਪੂਰਨ ਯੋਗਦਾਨ ਹੈ ਜਿਹੜਾ ਪਾ ਸਕਦੀਆਂ। ਸੋ ਇਸ ਦੇ ਨਾਲ ਮੇਰੀ ਜਿਹੜੀ ਸਪੀਚ ਹੈ ਉਹ ਮੈਂ ਇੱਥੇ ਰੋਕਦਾ। ਹੁਣ ਮੈਂ ਹੈਂਡ ਓਵਰ ਕਰਦਾ ਮਾਈਕ ਡਾਕਟਰ ਮਨਦੀਪ ਸਿੰਘ ਜੀ ਨੂੰ, ਉਹ ਅੱਗੇ ਆਪਣਾ ਕੰਟੀਨਿਊ। ਬਹੁਤ ਬਹੁਤ ਧੰਨਵਾਦ ਡਾਕਟਰ ਮਨਦੀਪ ਜੀ। ਬੜੇ ਹੀ ਵਧੀਆ ਤੇ ਬੜੇ ਸੌਖੇ ਸ਼ਬਦਾਂ ਦੇ ਵਿੱਚ ਉਹਨਾਂ ਨੇ ਸਾਨੂੰ ਬੱਕਰੀ ਪਾਲਣ ਨੂੰ ਸਮਝਾਇਆ ਵਾ ਤੇ ਮੈਨੂੰ ਲੱਗਦਾ ਹੈ ਕਿ ਸਾਡੇ ਸਾਰਿਆਂ ਦੇ ਲਈ ਉਹ ਬੜਾ ਫਾਇਦੇਮੰਦ ਵੀ ਹੈ, ਚਾਹੇ ਉਹ ਸਾਡੇ ਡਿਪਾਰਟਮੈਂਟ ਦੇ ਆਫਿਸਰਸ ਨੇ ਜਾਂ ਸਟਾਫ ਮੈਂਬਰਸ ਨੇ ਜਾਂ ਪਸ਼ੂ ਪਾਲਕ ਨੇ। ਸੋ ਕੋਈ ਵੀ ਚੀਜ਼ ਜਿੰਨਾ ਚਿਰ ਉਹਦੇ 'ਚ ਇੰਟਰੈਕਸ਼ਨ ਨਹੀਂ ਹੁੰਦੀ ਤਾਂ ਸ਼ਾਇਦ ਉਹਦੇ 'ਚ ਪੂਰੀ ਸਿੱਖਿਆ ਨਹੀਂ ਮਿਲਦੀ। ਸੋ ਸਾਡੇ ਜਿੰਨੇ ਵੀ ਪਾਰਟਿਸਪੈਂਟ ਜਿਹੜੇ ਆਡੀਅנס ਹੈ ਸਾਡੀ ਜਿਹੜੀ ਸੁਣ ਰਹੇ ਨੇ ਇਸ ਲੈਕਚਰ ਨੂੰ,
ਉਹਨਾਂ ਦੇ ਮਨਾਂ ਦੇ ਵਿੱਚ ਕੁਝ ਸਵਾਲ ਪਹਿਲਾਂ ਚੱਲ ਰਹੇ ਹੋਣਗੇ, ਕੁਝ ਲੈਕਚਰ ਚੱਲਦਿਆਂ ਕੁਝ ਹੋਰ ਨਵੇਂ ਸਵਾਲ ਵੀ ਖੜੇ ਹੋਏ ਹੋਣਗੇ। ਸੋ ਬਿਹਤਰ ਹੈ ਕਿ ਜਿੰਨੇ ਵੀ ਤੁਹਾਡੇ ਮਨ 'ਚ ਸਵਾਲ ਨੇ, ਕਿਉਂਕਿ ਮਾਈਕ ਸਾਰਿਆਂ ਦੇ ਬੰਦ ਨੇ, ਦੋ ਆਪਸ਼ਨ ਨੇ ਤੁਹਾਡੇ ਕੋਲ, ਜਾਂ ਤਾਂ ਚੈਟ ਦੇ ਵਿੱਚ ਤੁਸੀਂ ਆਪਣਾ ਸਵਾਲ ਲਿਖ ਕੇ ਭੇਜ ਦਿਓ, ਉਹ ਸਵਾਲ ਡਾਕਟਰ ਸਾਹਿਬ ਦੇ ਕੋਲ ਅਸੀਂ ਅੱਗੇ ਪਾਸ ਕਰ ਦੇਵਾਂਗੇ, ਜਾਂ ਇੱਕ ਰੇਜ਼ ਹੈਂਡ ਦੀ ਆਪਸ਼ਨ ਹੈ, ਉਹ ਤੁਸੀਂ ਜਿਹੜਾ ਤੁਹਾਡਾ ਮੋਬਾਈਲ ਤੇ ਜੇ ਤੁਸੀਂ ਵਰਤ ਰਹੇ ਆ ਤੇ ਉੱਤੇ ਸੱਜੇ ਪਾਸੇ ਤੇ ਮੋਰ ਦਾ ਬਟਨ ਆਏਗਾ, ਉਹਨੂੰ ਤੁਸੀਂ ਕਲਿੱਕ ਕਰੋਗੇ, ਉਹਦੇ ਤੇ ਰੇਜ਼ ਹੈਂਡ ਆ ਜਾਏਗਾ। ਸੋ ਸਾਨੂੰ ਪਤਾ ਲੱਗ ਜਾਏਗਾ ਕਿ ਤੁਸੀਂ ਕੋਈ ਜਿਹੜਾ ਇਹਦੇ 'ਚ ਸਵਾਲ ਪੁੱਛਣਾ ਚਾਹੁੰਦਾ ਹੈ। ਸੋ ਮੇਰੀ ਬੇਨਤੀ ਹੈ, ਜਿਨ੍ਹਾਂ ਦੇ ਮਨ ਦੇ ਵਿੱਚ ਕੋਈ ਸਵਾਲ ਨੇ, ਉਹ ਜਾਂ ਤਾਂ ਚੈਟ ਦੇ ਵਿੱਚ ਲਿਖ ਕੇ ਭੇਜ ਦੇਣ ਜਾਂ ਆਪਣਾ ਹੈਂਡ ਰੇਜ਼ ਕਰ ਦੇਣ, ਤਾਂ ਕਿ ਅਸੀਂ ਉਹਨਾਂ ਦੀ ਮਾਈਕ ਔਨ ਕਰਕੇ ਉਹਨਾਂ ਦੇ ਸਵਾਲ ਦਾ ਜਵਾਬ ਦਵਾ ਸਕੀਏ। ਸੋ ਮੈਂ ਡਾਕਟਰ ਸਾਹਿਬ ਨੂੰ ਬੇਨਤੀ ਕਰਾਂਗਾ, ਕਿਰਪਾ ਕਰਕੇ ਜੇ ਕੋਈ ਸਕਰੀਨ ਸ਼ੇਅਰਿੰਗ ਨੂੰ ਬੰਦ ਕਰ ਦੇਣ। ਹਾਂਜੀ, ਕੁਐਸਚਨਸ ਜੇ ਕਿਸੇ ਦੇ ਮਨ 'ਚ ਹੈ ਤੇ ਉਹ ਕਿਰਪਾ ਕਰਕੇ ਚੈਟ ਦੇ ਵਿੱਚ ਜਾਂ ਤੁਸੀਂ ਸ਼ੇਅਰਿੰਗ ਦੇ ਵਿੱਚ ਉਹਨੂੰ ਹੈਂਡ ਰੇਜ਼ ਕਰਕੇ ਕਰ ਸਕਦੇ ਹੋ। ਹਾਂਜੀ ਡਾਕਟਰ ਸਾਹਿਬ, ਇੱਕ ਸਵਾਲ ਹੈ ਜੀ, ਕਹਿੰਦੇ ਜਿਹੜੀ ਵੈਕਸੀਨੇਸ਼ਨ ਕਰਨੀ ਆ ਉਹਦਾ ਟਾਈਮ ਸ਼ੈਡਿਊਲ ਦੱਸ ਦਿਓ ਜੀ। ਇਹਦਾ ਜੋ ਵੈਕਸੀਨੇਸ਼ਨ ਸ਼ਡਿਊਲ ਹੈ ਉਹ ਇਸ ਤਰ੍ਹਾਂ ਕਿ ਜਿਹੜੀ ਤਾਂ ਐਂਟੇਰੋਟੋਕਸੀਮੀਆ ਵੈਕਸੀਨ ਹੈ, ETV ਵੈਕਸੀਨ, ਇਹ ਵੈਕਸੀਨ ਬੱਕਰੀਆਂ ਨੂੰ ਉਦੋਂ ਪ੍ਰੋਬਲਮ ਆਉਂਦੀ ਹੈ ਜਦੋਂ ਬੱਕਰੀਆਂ ਜ਼ਿਆਦਾ ਖਾ ਲੈਂਦੀਆਂ ਨੇ। ਤੇ ਬੱਕਰੀਆਂ ਨੂੰ ਖਾਣਾ ਜ਼ਿਆਦਾ ਕਦੋਂ ਮਿਲਦਾ ਹੈ? ਸਿਆਲਾਂ ਦੇ ਵਿੱਚ, ਜਦੋਂ ਬਰਸੀਨ ਖੁੱਲੀ ਆਉਂਦੀ ਹੈ, ਹਰੇ ਚਾਰੇ ਖੁੱਲੇ ਆਉਂਦੇ ਨੇ, ਤੇ ਜਿਹੜੀਆਂ ਤਗੜੀਆਂ ਬੱਕਰੀਆਂ ਹੁੰਦੀਆਂ ਨੇ ਉਹ ਜ਼ਿਆਦਾ ਖਾ ਲੈਂਦੀਆਂ ਨੇ ਤੇ ਉਹਨਾਂ ਨੂੰ ਪ੍ਰੋਬਲਮ ਆ ਜਾਂਦੀ ਹੈ। ਸੋ ਇਹ ਵਾਲੀ ਵੈਕਸੀਨ ਹੈ ਆਪਾਂ ਸਿਆਲਾਂ ਦੇ ਵਿੱਚ 2 ਵਾਰੀ, ਇੱਕ ਵਾਰੀ ਸਿਆਲ ਸ਼ੁਰੂ ਹੋਣ ਤੋਂ ਪਹਿਲਾਂ, ਇੱਕ ਵਾਰੀ ਸਿਆਲਾਂ ਦੇ ਵਿੱਚ ਹੈ ਜਿਹੜੀ ਇਹ ਕਰ ਸਕਦੇ ਆ। ਦੂਜੀ ਵੈਕਸੀਨ ਹੈਗੀ ਹੈ FMD। FMD ਦੀ ਜਿਹੜੀ ਪ੍ਰੋਬਲਮ ਹੈ, ਕਿਉਂਕਿ ਤੁਸੀਂ ਸਾਰੇ ਫੀਲਡ ਵੈਟਰਨੇਰੀਅਨਸ ਹੋ, ਤੁਸੀਂ ਮੇਰੇ ਨਾਲੋਂ ਇਸ ਬਾਰੇ ਜ਼ਿਆਦਾ ਜਾਣਕਾਰੀ ਰੱਖਦੇ ਹੋ, ਤੇ FMD ਦੀ ਜਿਹੜੀ ਪ੍ਰੋਬਲਮ ਹੈ ਉਹ ਬਰਸਾਤਾਂ ਦੇ ਵਿੱਚ ਜ਼ਿਆਦਾ ਆਉਂਦੀ ਹੈ। ਤੇ FMD ਦੀ ਜਿਹੜੀ ਵੈਕਸੀਨ ਹੈ ਉਹ ਇੱਕ ਵਾਰੀ ਬਰਸਾਤਾਂ ਤੋਂ ਪਹਿਲਾਂ ਤੇ ਇੱਕ ਵਾਰੀ ਬਰਸਾਤਾਂ ਤੋਂ ਬਾਅਦ ਆਪਾਂ ਕਰ ਸਕਦੇ ਹਾਂ। HS ਦੀ ਵੈਕਸੀਨ, ਜੇਕਰ ਤੁਹਾਡੇ ਇਲਾਕੇ ਵਿੱਚ ਪ੍ਰੋਬਲਮ ਹੈ ਤਾਂ ਇਹ ਵੀ ਜਿਹੜੀ ਹੈ ਵੈਕਸੀਨ ਇੱਕ ਵਾਰੀ ਬਰਸਾਤਾਂ ਤੋਂ ਪਹਿਲਾਂ ਤੇ ਇੱਕ ਵਾਰੀ ਬਰਸਾਤਾਂ ਤੋਂ ਬਾਅਦ ਹੈ ਜਿਹੜੀ ਇਹ ਕਰ ਸਕਦੇ ਹੋ। ਇਸ ਤੋਂ ਇਲਾਵਾ ਜਿਹੜੀ ਵੈਕਸੀਨ ਹੈਗੀ ਹੈ PPR ਦੀ, ਇਹ ਆਪਣੀ ਬੱਕਰੀਆਂ ਨੂੰ ਹਰ 3 ਸਾਲ ਦੇ ਵਿੱਚ ਇੱਕ ਵਾਰੀ ਤੁਸੀਂ PPR ਦੀ ਜਿਹੜੀ ਵੈਕਸੀਨ ਹੈ ਉਹ ਜ਼ਰੂਰ ਕਰ ਸਕਦੇ। ਹਾਂ, ਇਹਦੇ ਨਾਲ ਹੀ ਇੱਕ ਕੁਐਸਚਨ ਹੋਰ ਆ ਗਿਆ ਜੀ, ਕਹਿੰਦੇ ਸਾਨੂੰ ਡੋਜ਼ ਰੇਟ ਵੀ ਦੱਸ ਦਿਓ ਜੀ। ਜਿਹੜਾ ਡੋਜ਼ ਰੇਟ ਹੈ ਉਹ ਕੰਪਨੀ ਦੇ ਅਨੁਸਾਰ ਸ਼ੀਸ਼ੀ ਦੇ ਉੱਤੇ ਲਿਖਿਆ ਹੁੰਦਾ ਹੈ। ਜਿਵੇਂ ਅਸੀਂ ਇੰਟੇਰੋਟੋਕਸੀਮੀਆ ਵੈਕਸੀਨ ਹੈ ਜਿਹੜੀ, ਉਹ ਅਸੀਂ ਪੰਜਾਬ ਸਰਕਾਰ ਤੋਂ ਹੀ ਲੈ ਕੇ ਆਉਂਦੇ ਹਾਂ, ਉਹ ਸਾਨੂੰ 100 ਡੋਜ਼ਾਂ ਦੀ ਸ਼ੀਸ਼ੀ ਦਿੰਦੇ ਨੇ। ਉਹਦੇ ਅਨੁਸਾਰ ਅਸੀਂ ਜਿਹੜੀ ਡੋਜ਼ ਆ ਉਹ ਸ਼ੀਸ਼ੀ ਦੇ ਉੱਤੇ ਲਿਖੀ ਹੁੰਦੀ ਹੈ, ਉਹਦੇ ਅਨੁਸਾਰ ਅਸੀਂ ਵੈਕਸੀਨ ਹੈ ਜਿਹੜੀ ਉਹ ਲਾ ਦਿੰਦੇ ਹਾਂ। ਐਂਟੇਰੋਟੋਕਸੀਮੀਆ ਦੀ ਆਈ ਥਿੰਕ ਕਿ 1 ml ਨਹੀਂ, 1 ml ਹੈਗੀ FMD ਵਾਲੀ ਵੈਕਸੀਨ। ਹਾਂਜੀ ਹਾਂਜੀ। ਤੇ ਉਹ ਪ੍ਰੈਪਰੇਸ਼ਨ ਦੇ ਅਕੋਰਡਿੰਗਲੀ ਅਸੀਂ 2 ਜਾਂ 2.5 ml ਉਹਦੀ ਹੈ ਇੰਟਰੋਟੋਕਸੀਮੀਆ ਦੀ, ਪਰ ਉਹ ਜਿਹੜਾ ਨਿਰਮਾਤਾ ਹੈ ਉਹ ਨਿਰਮਾਤਾ ਦੇ ਅਨੁਸਾਰ ਤੁਸੀਂ ਡੋਜ਼ ਲਾਣੀ ਹੈ। ਜੋ ਨਿਰਮਾਤਾ ਨੇ ਆਪਣੀ ਸ਼ੀਸ਼ੀ ਤੇ ਲਿਖੀ ਹੋਈ ਹੈ ਉਹਨੇ ਦੱਸਿਆ ਹੁੰਦਾ ਹੈ ਕਿ ਮੱਝਾਂ ਗਾਵਾਂ ਵਿੱਚ ਆਹ ਡੋਜ਼ ਹੈ ਤੇ ਭੇਡਾਂ ਬੱਕਰੀਆਂ ਵਿੱਚ ਆਹ ਡੋਜ਼ ਹੈ, ਉਸ ਡੋਜ਼ ਦੇ ਅਕੋਰਡਿੰਗ ਹੀ ਤੁਸੀਂ ਜਿਹੜੀ ਵੈਕਸੀਨ ਆ ਉਹ ਲਾਣੀ ਹੈ। ਸਰ, ਇੱਕ ਕੁਐਸਚਨ, 2 ਇਕੱਠੇ ਕੁਐਸਚਨ ਨੇ, ਇਕੱਠੇ ਲਏ ਜਾ ਸਕਦੇ। ਇੱਕ ਤਾਂ ਹੈਗਾ ਜੀ, ਕਿੰਨੀਆਂ ਬੱਕਰੀਆਂ ਲਈ ਇੱਕ ਬੱਕ ਦੀ ਜ਼ਰੂਰਤ ਹੈ? ਦੂਜਾ, ਬੱਕ ਦੇ ਬਰੀਡਿੰਗ ਬੱਕ ਦੇ ਬਾਰੇ ਥੋੜੀ ਜਿਹੀ ਕੋਈ ਡਿਟੇਲ ਦੇ ਦਿਓ ਜੀ। ਤੁਸੀਂ ਇਹ ਸਵਾਲ ਪੁੱਛਿਆ ਤੇ ਮੇਰੇ ਦਿਮਾਗ ਵਿੱਚ ਇੱਕ ਸਵਾਲ ਹੋਰ ਆ ਗਿਆ ਜਿਹੜਾ ਕਿ ਮੈਂ ਪ੍ਰੈਜੈਂਟੇਸ਼ਨ ਵਿੱਚ ਕਵਰ ਨਹੀਂ ਹੋ ਸਕਿਆ। ਇੱਕ ਕਿਸਾਨ ਵੀਰ ਹਮੇਸ਼ਾ ਪੁੱਛਦਾ ਵੀ ਡਾਕਟਰ ਸਾਹਿਬ ਬੱਕਰੀ ਦਾ ਕੰਮ ਸ਼ੁਰੂ ਕਰਨਾ ਹੈ, ਕਿੰਨੀਆਂ ਬੱਕਰੀਆਂ ਤੋਂ ਸ਼ੁਰੂ ਕਰਾਂ? ਤੇ ਉਹ ਵੱਖ-ਵੱਖ ਮਾਹਰਾਂ ਦੇ ਵੱਖ-ਵੱਖ ਇਹਦੇ ਵਿਚਾਰ ਨੇ। ਵੀਰੋ, ਬੱਕਰੀ ਜਿਵੇਂ ਮੈਂ ਗੱਲ ਕੀਤੀ ਹੈ ਕਿ ਜਿੰਦਾ ਜੀਵ ਹੈ,
ਤੁਸੀਂ ਕੰਮ ਸ਼ੁਰੂ ਕਰਨਾ ਹੈ। ਜੋ ਮੇਰਾ ਇਹਦੇ 'ਚ ਤਜਰਬਾ ਹੈ, ਜੋ ਮੇਰਾ ਵਿਚਾਰ ਹੈ, ਉਹ ਇਹ ਹੈ ਕਿ ਤੁਸੀਂ 20 ਤੋਂ 30 ਬੱਕਰੀਆਂ ਨਾਲ ਕੰਮ ਸ਼ੁਰੂ ਕਰੋ। ਉਸ ਤੋਂ ਬਾਅਦ ਬੱਕਰੀਆਂ ਲੈ ਆਂਦੀਆਂ, ਬੱਕਰੀਆਂ ਆਪਾਂ ਗੱਭਣ ਕਰਾਤੀਆਂ, ਬੱਚੇ ਆ ਗਏ, ਆਪਾਂ ਬੱਚਿਆਂ ਨੂੰ ਬਚਾਉਣਾ ਸਿੱਖ ਲਿਆ, ਬੱਚਿਆਂ ਨੂੰ ਪਾਲਣਾ ਸਿੱਖ ਲਿਆ। ਉਸ ਤੋਂ ਬਾਅਦ ਤੁਸੀਂ ਜਿਹੜਾ ਕੰਮ ਹੈ ਇਹ ਜਿੰਨਾ ਚਾਹੋ ਉਨਾ ਵਧਾ ਸਕਦੇ ਹੋ। ਦੂਜਾ ਤੁਸੀਂ ਸਵਾਲ ਪੁੱਛਿਆ ਸੀ, ਡਾਕਟਰ ਸਾਹਿਬ ਕਰੋਗੇ? ਕਿੰਨੀਆਂ ਬੱਕਰੀਆਂ ਦੀ ਇੱਕ ਬੱਕ ਦੀ ਜ਼ਰੂਰਤ ਹੈ? ਹਾਂ, ਬੱਕ ਦੇਖੋ 100 ਬੱਕਰੀਆਂ ਲਈ 4 ਤੋਂ 5 ਬੱਕਰੇ ਆ ਜਿਹੜੇ ਉਹ ਕਾਫੀ ਹੁੰਦੇ ਨੇ। ਹੁਣ ਆਪਣਾ ਜਿਹੜਾ ਇੱਜੜ ਹੈ ਉਹ 25-30 ਬੱਕਰੀਆਂ ਦਾ ਹੈ। 25-30 ਬੱਕਰੀਆਂ ਦੇ ਲਈ ਸਾਨੂੰ 2 ਬੱਕਰੇ ਰੱਖਣੇ ਚਾਹੀਦੇ ਆ, ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਮੌਕੇ ਤੇ ਆਪਣਾ ਜਿਹੜਾ ਇੱਕ ਬੋਕ ਹੈ ਉਹ ਢਿੱਲਾ ਪੈ ਜਾਂਦਾ ਹੈ, ਬਿਮਾਰ ਹੋ ਜਾਂਦਾ ਹੈ, ਤਾਂ ਆਪਾਂ ਦੂਜੇ ਬੋਕ ਦੀ ਸਹਾਇਤਾ ਨਾਲ ਜਿਹੜਾ ਉਹ ਸਮੇਂ ਤੇ ਉਹਨਾਂ ਦੀ ਬਰੀਡਿੰਗ ਹੈ ਜਿਹੜੀ ਉਹ ਕਰਾ ਸਕਦੇ। ਇੱਕ ਸਵਾਲ ਨਾਲ ਹੀ ਸੀ ਬਰੀਡਿੰਗ ਬੱਕ ਬਾਰੇ ਥੋੜਾ ਜਿਹਾ, ਜਿਵੇਂ ਸਿਲੈਕਸ਼ਨ ਕਰਨੀ ਉਹਦੀ ਜੀ। ਹਾਂਜੀ, ਬੱਕਰਾ ਚੰਗੀ ਨਸਲ ਦਾ ਹੋਣਾ ਚਾਹੀਦਾ ਹੈ, ਚੰਗੇ ਕੱਦ ਕਾਠ ਦਾ ਹੋਣਾ ਚਾਹੀਦਾ ਹੈ, ਉਹਦੇ ਜਿਹੜੇ ਪਤਾਲੂ ਨੇ ਉਹ ਗੋਡਿਆਂ ਤੋਂ ਥੱਲੇ ਲਮਕਦੇ ਨਹੀਂ ਹੋਣੇ ਚਾਹੀਦੇ, ਤੇ ਉਹ ਬੱਕਰੀਆਂ ਦੇ ਉੱਤੇ ਉਹਦੇ 'ਚ ਜਿਹੜਾ ਰਿਐਕਸ਼ਨ ਹੈ, ਕਈ ਵਾਰੀ ਅਸੀਂ ਦੇਖਦੇ ਹਾਂ ਕਿ ਬੱਕਰਾ ਜਿਹੜਾ ਹੁੰਦਾ ਜਿਵੇਂ ਉਹਨੂੰ ਅਸੀਂ ਬੱਕਰੀਆਂ ਦੇ ਨਾਲ ਛੱਡਦੇ ਹਾਂ ਤੇ ਉਹ ਬੱਕਰੀਆਂ ਨੂੰ ਛੱਡ ਕੇ ਘਾਹ ਚਰਨ ਲੱਗ ਜਾਂਦਾ ਹੈ, ਤਾਂ ਉਹਦੇ ਵਿੱਚ ਜਿਹੜੀ ਲਿਬਿਡੋ ਹੈ ਉਹ ਪ੍ਰੋਪਰ ਹੋਣੀ ਚਾਹੀਦੀ ਹੈ, ਤੇ ਨਸਲੀ ਗੁਣ ਹੈ ਜਿਹੜੇ ਬੱਕਰੇ ਦੇ ਵਿੱਚ ਉਹ ਪੂਰੇ ਹੋਣੇ ਚਾਹੀਦੇ ਨੇ। ਹਾਂਜੀ ਅੱਛਾ, ਹਾਂਜੀ, ਹੋਰ ਕੋਈ ਕੁਐਸਚਨ ਜੀ ਕਿਸੇ ਵੀ? ਡਾਕਟਰ ਸਾਹਿਬ, ਇੱਕ ਨਾ ਆਮ ਲੋਕ ਸਾਨੂੰ ਪੁੱਛਦੇ ਆ ਕਿ ਇਹਨੂੰ ਹਰਾ ਤੇ ਸੁੱਕਾ ਤੇ ਦਾਣਾ ਕਿੰਨਾ ਪਾਉਣਾ ਚਾਹੀਦਾ, ਜੇ ਇੱਕ ਆਮ ਅਡਲਟ ਬੱਕਰੀ ਨੂੰ ਜੇ ਇਹ ਵੀ ਦੱਸ ਦਿੱਤਾ ਜਾਵੇ ਤਾਂ ਮੇਰੇ ਖਿਆਲ ਜ਼ਿਆਦਾ ਅੱਛੀ ਗੱਲ ਹੋਏਗੀ। ਹਾਂਜੀ ਡਾਕਟਰ ਸਾਹਿਬ, ਇੱਕ ਜਿਹੜੀ ਅਡਲਟ ਬੱਕਰੀ ਹੈ, ਇੱਕ ਜਵਾਨ ਬੱਕਰੀ ਹੈ, ਉਹ ਇੱਕ ਦਿਨ ਦੇ ਵਿੱਚ ਜਿਵੇਂ ਮੈਂ ਦੱਸਿਆ ਕਿ 4 ਤੋਂ 5% ਸੁੱਕਾ ਮਾਦਾ ਜਿਹੜੀ ਉਹ ਖਾ ਸਕਦੀ ਹੈ। ਜੇਕਰ ਆਪਾਂ ਆਮ ਭਾਸ਼ਾ ਦੇ ਵਿੱਚ ਗੱਲ ਕਰੀਏ ਤਾਂ ਜੇਕਰ ਬਰਸੀਮ ਹੈ, ਤਾਜ਼ੀ ਬਰਸੀਮ ਹੈ, ਵਧੀਆ ਬਰਸੀਮ ਹੈ, ਤਾਂ ਉਹ 5 ਤੋਂ 8 ਕਿਲੋ ਤੱਕ, ਜਾਂ ਤਾਜ਼ੀ ਮੱਕੀ ਹੈ, ਲੋਬੀਆ ਹੈ, ਤਾਂ ਉਹ 5 ਤੋਂ 8 ਕਿਲੋ ਤੱਕ ਜਿਹੜਾ ਹਰਾ ਪੱਠਾ ਉਹ ਖਾ ਸਕਦੀ ਹੈ। ਸੁੱਕਾ ਪੱਠਾ ਅੱਧੇ ਕਿਲੋ ਤੋਂ 1 ਕਿਲੋ ਤੱਕ ਖਾ ਸਕਦੀ ਹੈ। ਦਾਣਾ ਤੁਸੀਂ ਜਿੰਨਾ ਪਾਓਗੇ ਉਹਨੇ ਉਨਾ ਹੀ ਖਾ ਜਾਣਾ ਹੈ, ਪਰ ਕਿਉਂਕਿ ਦਾਣਾ ਇੱਕ ਮਹਿੰਗਾ ਤੱਤ ਹੈ, ਉਹ ਲੋੜ ਅਨੁਸਾਰ ਅਸੀਂ ਅੱਧਾ ਕਿਲੋ ਤੋਂ 1 ਕਿਲੋ ਤੱਕ ਜਿਹੜਾ ਦਾਣਾ ਉਹ। ਹਾਂਜੀ, ਅਗਲਾ ਸਵਾਲ ਹੈ ਡਾਕਟਰ ਸਾਹਿਬ, ਜਿਵੇਂ ਕੁਝ ਬੱਕਰੀਆਂ ਜ਼ਿਆਦਾ ਬੱਚੇ ਦਿੰਦੀਆਂ ਨੇ ਇੱਕ ਸੂਏ ਦੇ ਵਿੱਚ, ਕੁਝ ਘੱਟ ਦਿੰਦੀਆਂ ਨੇ, ਕੀ ਇਹਨੂੰ ਆਰਟੀਫਿਸ਼ਲੀ ਕੰਟਰੋਲ ਕੀਤਾ ਜਾ ਸਕਦਾ ਕਿ ਬੱਕਰੀ ਤੋਂ ਜ਼ਿਆਦਾ ਬੱਚੇ ਲਏ ਜਾਣ, ਜਾਂ ਬਰੀਡ ਤੇ ਡਿਪੈਂਡੈਂਟ ਹੈ, ਜੈਨੇਟਿਕ ਤੇ ਡਿਪੈਂਡੈਂਟ ਹੈ? ਨਹੀਂ, ਕੁਝ ਹੱਦ ਤੱਕ ਆਪਾਂ ਇਹਨੂੰ ਕੰਟਰੋਲ ਕਰ ਸਕਦੇ ਹਾਂ। ਅਸੀਂ ਯੂਨੀਵਰਸਿਟੀ ਦੇ ਵਿੱਚ ਇੱਥੇ ਵੇਖਿਆ ਇੱਕ ਤਕਨੀਕ ਹੁੰਦੀ ਹੈ ਫਲਸ਼ਿੰਗ, ਜਾਂ ਇੱਕ ਸੁਪਰ ਓਵੂਲੇਸ਼ਨ ਹੁੰਦੀ ਹੈ ਜਿਹਦੇ ਵਿੱਚ ਦਵਾਈ ਦੇ ਲਾ ਕੇ ਅਸੀਂ ਜ਼ਿਆਦਾ ਓਵੂਲੇਸ਼ਨਸ ਕਰਾ ਸਕਦੇ ਹਾਂ। ਇੱਕ ਟੈਕਨੀਕ ਹੁੰਦੀ ਹੈ ਫਲਸ਼ਿੰਗ। ਫਲਸ਼ਿੰਗ ਦੇ ਵਿੱਚ ਕੀ ਹੈ ਕਿ ਅਸੀਂ ਬੱਕਰੀਆਂ ਨੂੰ ਜਦੋਂ ਬੱਕਰੀਆਂ ਦਾ ਬਰੀਡਿੰਗ ਸੀਜ਼ਨ, ਮਿਲਾਪ ਵਾਲਾ ਸੀਜ਼ਨ ਆਉਂਦਾ ਹੈ, ਉਸ ਤੋਂ ਮਹੀਨਾ ਪਹਿਲਾਂ ਅਸੀਂ ਉਹਨਾਂ ਨੂੰ ਖੁਰਾਕ ਚੰਗੀ, ਜਿਵੇਂ ਆਪਾਂ ਦਾਣੇ ਦੀ ਗੱਲ ਕੀਤੀ ਹੈ, ਉਸ ਵੇਲੇ ਆਪਾਂ ਉਹਨਾਂ ਦਾ ਦਾਣਾ ਵਧਾ ਦਿੰਦੇ ਹਾਂ। ਚੰਗਾ ਪੱਠਾ ਜਿਹੜਾ ਵਧੀਆ ਸਵਾਦਲਾ ਪੱਠਾ ਹੈ, ਫਲੀਦਾਰ ਪੱਠਾ ਹੈ, ਉਹ ਵਧਾ ਦਿੰਦੇ ਹਾਂ। ਬੱਕਰੀਆਂ ਦੀ ਕਸਰਤ ਵਧਾ ਦਿੰਦੇ ਹਾਂ। ਉਹਦੇ ਨਾਲ ਕੀ ਹੈ ਕਿ ਬੱਕਰੀਆਂ ਦੇ ਵਿੱਚ ਜਿਹੜੀ ਪ੍ਰਤੀ ਬੱਕਰੀ ਬੱਚਾ ਪੈਦਾ ਕਰਨ ਦੀ ਦਰ ਹੈ ਉਸ ਨੂੰ ਅਸੀਂ ਵਧਾ ਸਕਦੇ ਹਾਂ। ਇੱਥੇ ਦੋਸਤੋ ਇੱਕ ਗੱਲ ਦਾ ਧਿਆਨ ਰੱਖਣਾ ਹੈ, ਬੱਚੇ ਇੱਕ ਬੱਕਰੀ ਤੋਂ ਤੁਸੀਂ 5 ਲੈ ਲਓ, 5 ਬੱਚੇ ਤੁਸੀਂ ਲੈ ਲਏ, ਪਰ ਉਹਨਾਂ 5 ਤੋਂ ਬਚੇ ਕਿੰਨੇ ਨੇ? ਬੱਚੇ 5 ਲੈ ਲਏ, 3 ਮਰ ਗਏ, ਕੀ ਫਾਇਦਾ ਹੋਇਆ? ਕੋਈ ਫਾਇਦਾ ਨਹੀਂ ਹੋਇਆ, ਉਹ ਨੁਕਸਾਨ ਵਾਲੀ ਗੱਲ ਹੈ। ਬੱਚੇ 2 ਤੋਂ 3 ਹੀ ਆਣ, ਪਰ ਉਹਨਾਂ ਦਾ ਜਨਮ ਵੇਲੇ ਜਿਹੜਾ ਭਾਰ ਹੈ ਉਹ 2-2.5 ਕਿਲੋ ਤੋਂ ਉੱਪਰ ਹੋਵੇ, ਤੇ ਉਹ ਬੱਚੇ ਆਪਾਂ ਆਸਾਨੀ ਨਾਲ ਚੰਗੀ ਤਰ੍ਹਾਂ ਪਾਲ ਕੇ ਲੈ ਸਕਦੇ ਹਾਂ। ਬੱਚੇ ਆਪਾਂ 3 ਲੈ ਲਏ,
ਪਰ ਉਹਦਾ ਜਨਮ ਵੇਲੇ ਭਾਰ ਹੈ ਜਿਹੜਾ ਉਹ ਕਿਲੋ ਹੈ। ਸੋ ਉੱਥੇ ਆਪਾਂ ਨੂੰ ਫਾਇਦੇ ਦੀ ਜਗ੍ਹਾ ਨੁਕਸਾਨ ਹੋਇਆ। ਹਾਂਜੀ ਡਾਕਟਰ ਸਾਹਿਬ। ਸਰ ਇੱਕ ਕੁਐਸਚਨ ਹੈ, ਇੱਕ ਬੱਕਰੀ ਜੋ ਗਵਾਈਟਰ ਵਾਲਾ ਬੱਚਾ ਅਬੋਰਟ ਕਰ ਦਿੰਦੀ ਹੈ ਉਹਦੇ ਬਾਰੇ ਦੱਸੋ ਜੀ। ਅਬੋਰਸ਼ਨ ਦੇਖੋ, ਅਬੋਰਸ਼ਨ ਇਸ ਦੇ ਬਾਰੇ ਡਾਕਟਰ ਸਾਹਿਬ ਜ਼ਿਆਦਾ ਬਿਹਤਰ ਦੱਸ ਸਕਦੇ ਨੇ, ਕਿਉਂਕਿ ਤੁਹਾਡਾ ਟ੍ਰੀਟਮੈਂਟ ਵਾਲੇ ਪਾਸੇ ਜ਼ਿਆਦਾ ਤਜਰਬਾ ਹੈਗਾ। ਅਬੋਰਸ਼ਨ ਦੇ ਕਈ ਕਾਰਨ ਹੋ ਸਕਦੇ ਨੇ, ਬਰੂਸੇਲੋਸਿਸ ਕਰਕੇ ਵੀ ਹੋ ਸਕਦਾ ਹੈ, ਮਾੜੀ ਖੁਰਾਕ ਕਰਕੇ ਵੀ ਹੋ ਸਕਦਾ ਹੈ, ਕੋਈ ਬੱਕਰੀ ਉਹਨੂੰ ਸਿੰਗ ਮਾਰ ਦਿੰਦੀ ਹੈ ਜਾਂ ਟੱਕਰ ਮਾਰ ਦਿੰਦੀ ਹੈ, ਉਸ ਕਰਕੇ ਵੀ ਅਬੋਰਸ਼ਨ ਹੋ ਸਕਦਾ ਹੈ। ਅਬੋਰਸ਼ਨ ਦੇ ਕਈ ਕਾਰਨ ਹੋ ਸਕਦੇ ਨੇ, ਉਹਦੀ ਘੋਖ ਕਰਾ ਕੇ ਹੀ ਆਪਾਂ ਮਤਲਬ ਕਿਸੇ ਸਿੱਟੇ ਤੇ ਆਪਾਂ ਪਹੁੰਚ ਸਕਦੇ ਆ ਕਿ ਅਬੋਰਸ਼ਨ ਕਿਸ ਕਾਰਨ ਕਰਕੇ ਹੋਇਆ ਹੈ। ਜਿਹੜਾ ਇੱਕ ਤਜਰਬੇਕਾਰ ਫਾਰਮਰ ਹੈ ਉਹ ਮਤਲਬ ਇਹਨਾਂ ਸਾਰੀਆਂ ਗੱਲਾਂ ਨੂੰ ਮੈਂ ਦੇਖਿਆ, ਮੈਂ ਆਜੜੀਆਂ ਨਾਲ ਵੀ ਕਈ ਵਾਰੀ ਮੇਰਾ ਵਰਤਵਾਰਾ ਪਿਆ। ਜਿਹੜਾ ਆਜੜੀਆ ਹੁੰਦਾ ਹੈ ਉਹ ਇਹ ਸਾਰੀਆਂ ਗੱਲਾਂ ਘੋਖ ਲੈਂਦਾ ਹੈ ਵੀ ਅਬੋਰਸ਼ਨ ਹੈ ਜਿਹੜਾ ਬੱਚੇ ਸੁੱਟੇ ਨੇ ਵੀ ਉਹ ਕਿਸ ਕਾਰਨ ਕਰਕੇ ਸੁੱਟੇ ਨੇ, ਤੇ ਉਹ ਉਹਦਾ ਉਸ ਅਕੋਰਡਿੰਗਲੀ ਉਹਦਾ ਇਲਾਜ ਕਰਾ ਕੇ ਆਪਣੀ ਬੱਕਰੀ ਹੈ ਜਿਹੜੀ ਉਹ ਸੈੱਟ ਕਰ ਸਕਦਾ। ਵੱਡੀ ਗੱਲ ਕਿ ਜੇ ਰੂਟੀਨ ਦੇ ਵਿੱਚ ਡਾਕਟਰ ਸਾਹਿਬ ਦੀ ਜਿਸ ਗੱਲ ਕਰੀਏ ਵੀ ਜੇ ਰੂਟੀਨ ਦੇ ਵਿੱਚ ਬੱਕਰੀਆਂ ਦੀ ਅਬੋਰਸ਼ਨ ਹੋ ਰਹੀ ਹੈ ਤਾਂ ਸਾਨੂੰ ਸਭ ਤੋਂ ਪਹਿਲਾਂ ਉਹਦੀ ਲੈਬੋਰਟਰੀ ਟੈਸਟ ਜਿਹੜਾ ਵਾ ਉਹ ਕਰਵਾਉਣਾ ਚਾਹੀਦਾ ਹੈ ਕਿ ਕੀ ਉਹਨਾਂ ਦੇ ਅੰਦਰ ਕੋਈ ਬਿਮਾਰੀ ਹੈ ਜਾਂ ਕਿਸੇ ਨਿਊਟ੍ਰੀਐਂਟਸ ਦੀ ਕਮੀ ਹੈ। ਸੋ ਉਸ ਕਾਰਨ ਨੂੰ ਲੱਭ ਕੇ ਉਹਦੇ ਇਲਾਜ ਵੱਲ ਜਿਹੜਾ ਵਾ, ਜਾਂ ਕਈ ਵਾਰੀ ਤੁਹਾਡੇ ਜਿਹੜਾ ਇੱਜੜ ਆ ਉਹਦੇ 'ਚ ਕੋਈ ਬੜੀਆਂ ਇੱਕ ਦੋ ਅਗਰੈਸਿਵ ਬੱਕਰੀਆਂ ਨੇ ਜੋ ਦੂਜਿਆਂ ਨੂੰ ਮਾਰਦੀਆਂ ਨੇ, ਤੇ ਫਿਰ ਉਹਨਾਂ ਤੋਂ ਛੁਟਕਾਰਾ ਜਿਹੜਾ ਵਾ ਉਹ ਪਾਉਣਾ ਚਾਹੀਦਾ ਜੀ। ਕੀ ਕਹਿੰਦੇ ਜੀ, ਆਇਓਡੀਨ ਦੀ ਡੈਫੀਸ਼ੀਐਂਸੀ ਕਰਕੇ ਵੀ ਅਬੋਰਸ਼ਨ ਹੋ ਜਾਂਦੀ ਹੈ ਜੀ। ਹਾਂਜੀ, ਇਹ ਵੀ ਇੱਕ ਕਾਰਨ ਹੋ ਸਕਦਾ ਹੈਗਾ। ਡਾਕਟਰ ਸਾਹਿਬ ਇੱਕ ਮੈਂ ਇਹਦੇ 'ਚ ਹੋਰ ਜਿਹੜਾ ਸਟ੍ਰੈਸ ਦੇਣਾ ਚਾਹਾਂਗਾ ਵੀ ਜਿਹੜਾ ਜਿੱਥੇ ਇੱਜੜ ਹੈ ਸਭ ਤੋਂ ਪਹਿਲਾਂ ਜਿਹੜੀ ਹੈਗੀ ਹੈ ਉਹਦੇ ਵਿੱਚ ਬਰੂਸੀਲੋਸਿਸ ਜਿਹੜੀ ਅਸੀਂ ਰੂਲ ਆਊਟ ਕਰ ਲਈਏ ਤਾਂ ਜ਼ਿਆਦਾ ਅੱਛੀ ਗੱਲ ਹੈ, ਕਿਉਂਕਿ ਇਹਦੇ ਜੈਨੇਟਿਕ ਡਿਜ਼ੀਜ਼ ਵੀ ਹੈ ਔਰ ਦੂਸਰਾ ਹੈ ਨੁਕਸਾਨ ਵੀ ਬਹੁਤ ਹੁੰਦਾ ਹੈ। ਇਸ ਕਰਕੇ ਮੈਨੂੰ ਇਹ ਲੱਗਦਾ ਕਿ ਜਿਹੜੇ ਲੋਕ ਇੱਜੜ ਰੱਖ ਰਹੇ ਨੇ ਉਹਨਾਂ ਨੂੰ ਬਰੂਸੀਲੋਸਿਸ ਦੀ ਟੈਸਟਿੰਗ ਵੱਲ ਖਾਸ ਕਰਕੇ ਧਿਆਨ ਦੇਣਾ ਚਾਹੀਦਾ। ਤੁਸੀਂ ਬਿਲਕੁਲ ਦਰੁਸਤ ਕਿਹਾ ਡਾਕਟਰ ਸਾਹਿਬ। ਅਸੀਂ ਵੀ ਜਦੋਂ ਫੀਲਡ ਦੇ ਵਿੱਚੋਂ ਬੱਕਰੀਆਂ ਲੈ ਕੇ ਆਉਂਦੇ ਹਾਂ ਤਾਂ ਅਸੀਂ ਵੀ ਬੱਕਰੀਆਂ ਖਰੀਦਣ ਤੋਂ ਪਹਿਲਾਂ ਬਰੂਸੇਲੋਸਿਸ, ਟੀਬੀ ਤੇ ਜੇਡੀ ਇਹਨਾਂ ਦਾ ਟੈਸਟ ਕਰਕੇ ਜਿਹੜੀਆਂ ਨੈਗੇਟਿਵ ਬੱਕਰੀਆਂ ਆਉਂਦੇ ਨੇ ਉਹੀ ਬੱਕਰੀਆਂ ਅਸੀਂ ਖਰੀਦ ਕੇ ਲਿਆਉਂਦੇ ਹਾਂ। ਤੇ ਕਿਸਾਨ ਵੀਰ ਸੁਵਿਧਾ ਜਿਵੇਂ ਸਾਡੇ ਕੋਲੇ ਅਵੇਲੇਬਲ ਹੈ ਪੰਜਾਬ ਸਰਕਾਰ ਕੋਲੇ, ਮਤਲਬ ਟਾਈਮ ਤੇ 6 ਮਹੀਨਿਆਂ ਬਾਅਦ ਜਾਂ ਸਾਲ 'ਚ ਇੱਕ ਵਾਰੀ ਮਤਲਬ ਇਹਨਾਂ ਬਿਮਾਰੀਆਂ ਦੇ ਵਿਰੁੱਧ ਜਿਹੜਾ ਉਹ ਟੈਸਟਿੰਗ ਹੈ ਜਿਹੜੀ ਉਹ ਕਰਵਾ ਸਕਦੇ। ਸੋ ਇਹ ਜਿਹੜੀ ਡਾਕਟਰ ਕੇਵਲ ਤੇ ਜਾਂ ਜੋ ਵੀ ਗੱਲ ਆਪਾਂ ਕਨਕਲੂਡ ਕਰਾਂ ਮੈਂ ਕਿ ਜਦੋਂ ਵੀ ਅਸੀਂ ਕੋਈ ਨਵਾਂ ਬੱਕਰੀ ਫਾਰਮ ਸ਼ੁਰੂ ਕਰਨਾ ਤੇ ਜੇ ਅਸੀਂ ਸਾਰੀਆਂ ਬੱਕਰੀਆਂ ਬਾਹਰੋਂ ਲੈ ਕੇ ਆ ਰਹੇ ਹਾਂ ਤਾਂ ਅਸੀਂ ਉਹਨਾਂ ਦਾ ਬਰੂਸੀਲੋਸਿਸ ਟੈਸਟ, ਟੀਬੀ ਟੈਸਟ ਜਿਹੜਾ ਵਾ ਇਹ ਜ਼ਰੂਰ ਕਰਵਾ ਲਈਏ, ਕਿਉਂਕਿ ਜੇ ਇੱਕ ਦੋ ਬੱਕਰੀਆਂ ਦੇ ਵਿੱਚ ਵੀ ਇਹ ਪ੍ਰੋਬਲਮ ਹੋਈ ਤਾਂ ਸਾਡਾ ਸਾਰਾ ਇੱਜੜ ਜਿਹੜਾ ਵਾ ਉਹਦੇ ਨਾਲ ਪ੍ਰਭਾਵਿਤ ਹੋ ਸਕਦਾ ਹੈ। ਸੋ ਸਿੰਪਲ ਜੀ ਗੱਲ ਹੈ, ਕਿਸੇ ਵੀ ਪੋਲੀਕਲੀਨਿਕ ਦੇ ਨਾਲ ਜਿਹੜਾ ਵੀ ਤੁਹਾਨੂੰ ਨਜ਼ਦੀਕੀ ਪੋਲੀਕਲੀਨਿਕ ਹੈ ਉਹਦੇ ਨਾਲ ਸੰਪਰਕ ਕਰਕੇ ਇਹ ਬਰੂਸੀਲੋਸਿਸ ਟੈਸਟ ਜਿਹੜਾ ਵਾ ਉਹ ਕਰਵਾਇਆ ਜਾ ਸਕਦਾ ਹੈ। ਇੱਕ ਕੁਐਸਚਨ ਹੈ ਜੀ ਕਿ ਬੱਕਰੀਆਂ ਨੂੰ ਮਿਨਰਲ ਮਿਕਸਚਰ ਪਾਉਣ ਦੀ ਜ਼ਰੂਰਤ ਹੈ? ਹਾਂਜੀ ਬਿਲਕੁਲ ਜ਼ਰੂਰਤ ਹੈਗੀ ਹੈ। ਮਿਨਰਲ ਮਿਕਸਚਰ ਤਾਂ ਇਸ ਤਰ੍ਹਾਂ ਜਿਵੇਂ ਆਪਾਂ ਵਿਟਾਮਿਨ ਮਿਨਰਲ ਖਾਂਦੇ ਹਾਂ, ਜਿਵੇਂ ਆਪਣੀ ਹੁਣ ਇੰਟੈਂਸਿਵ ਫਾਰਮਿੰਗ ਹੈ, ਆਪਾਂ ਸਾਲ ਵਿੱਚ 2 ਜਾਂ 3 ਫਸਲਾਂ ਲੈਂਦੇ ਹਾਂ। ਆਪਣੀ ਜਿਹੜੀ ਧਰਤੀ ਹੈ ਇਹਦੇ 'ਚ ਵੈਸੇ ਵੀ ਮਿਨਰਲਸ ਦੀ ਹੁਣ ਕਮੀ ਹੋ ਰਹੀ ਹੈ। ਸੋ ਹਰੇਕ ਜੀਵ ਨੂੰ ਮਿਨਰਲ ਮਿਕਸਚਰ ਦੀ ਹੁਣ ਲੋੜ ਹੈਗੀ ਹੈ ਤੇ ਹਰੇਕ ਜੀਵ ਨੂੰ ਮਿਨਰਲ ਮਿਕਸਚਰ ਹੈ ਜਿਹੜਾ ਉਹ ਖੁਰਾਕ ਦੇ ਵਿੱਚ ਜ਼ਰੂਰ ਦੇਣਾ ਚਾਹੀਦਾ। ਮਿਨਰਲ ਮਿਕਸਚਰ ਦੀ ਡੋਜ਼ ਵੀ ਦੱਸ ਦਿਓ ਜੀ। ਇਹ ਮਿਨਰਲ ਮਿਕਸਚਰ ਹੈ ਜੀ ਫਿਕਸ ਡੋਜ਼ ਹੈ, ਮਤਲਬ 2% ਦੇ ਹਿਸਾਬ ਨਾਲ ਆਪਾਂ ਜਿਹੜਾ ਮਿਨਰਲ ਮਿਕਸਚਰ ਹੈ ਉਹ ਖੁਰਾਕ ਦੇ ਵਿੱਚ, ਫੀਡ ਦੇ ਵਿੱਚ, ਕੰਸਨਟ੍ਰੇਟ ਦੇ ਵਿੱਚ ਜਿਹੜਾ ਉਹ ਪਾ ਸਕਦੇ। ਠੀਕ ਹੈ ਜੀ। ਸੋ ਬਾਕੀ ਜਿਸ ਤਰ੍ਹਾਂ ਕੁਐਸਚਨ ਆ ਰਹੇ ਨੇ ਉਸ ਤੋਂ ਵਾਕਈ ਜ਼ਾਹਰ ਹੋ ਰਿਹਾ ਵਾ ਕਿ ਸਾਡੇ ਫਾਰਮਰ ਜਿਹੜੇ ਨੇ ਉਹ ਬੜਾ ਇੰਟਰਸਟ ਲਿਆ ਉਹਨਾਂ ਨੇ ਇਸ ਲੈਕਚਰ ਦੇ ਦੌਰਾਨ। ਮੈਂ ਹੁਣ ਬੇਨਤੀ ਕਰਾਂਗਾ ਕਿਉਂਕਿ ਕੁਐਸਚਨ ਮੇਰੇ ਕੋਲ ਪੂਰੇ ਹੋ ਚੁੱਕੇ ਨੇ। ਡਾਕਟਰ ਨਰਿੰਦਰ ਸ਼ਰਮਾ ਜੀ, ਡਿਪਟੀ ਡਾਇਰੈਕਟਰ ਐਨੀਮਲ ਹਸਬੈਂਡਰੀ ਲੁਧਿਆਣਾ, ਕਿਰਪਾ ਕਰਕੇ ਆਪਣੀ ਮਾਈਕ ਤੇ ਵੀਡੀਓ ਨੂੰ ਔਨ ਕਰਨ ਤੇ ਕਿਰਪਾ ਕਰਕੇ ਜਿਹੜੇ ਧੰਨਵਾਦੀ ਸ਼ਬਦ ਹੈ ਉਹਨਾਂ ਨੂੰ ਕਹਿਣ ਦੀ ਕਿਰਪਾਲਤਾ ਕਰਨ। ਡਾਕਟਰ ਨਰਿੰਦਰ ਸ਼ਰਮਾ, ਡਿਪਟੀ ਡਾਇਰੈਕਟਰ ਲੁਧਿਆਣਾ ਜੀ, ਉਹਨਾਂ ਨੂੰ ਬੇਨਤੀ ਹੈ ਕਿ ਆਪਣਾ ਮਾਈਕ ਔਨ ਕਰ ਲਿਓ ਜੀ।
जितनी देर तक हेलो। आ गया हाँ जी हाँ जी आ गई जी। हेलो। हाँ जी डॉक्टर साहब आ रही आवाज ਤੁਹਾਡੀ जी। हाँ मैं सब तो पहला मैं धन्नवादी हाँ डॉक्टर केवल अरोड़ा जी का, डॉक्टर नवदीप जी का जिन्हों ने वैबीनार रखा। मनदीप सिंगला जी लेवल करके ये सानू सारा कुछ वैबीनार अरेंज करना पिया, और जिहदा जो सेरा है डॉक्टर केवल अरोड़ा जी नू और साडे नवदीप जी नू जांदा, और साडे जो डायरेक्टर साहब ने डॉक्टर बालिया जी जिन्हों की रहनुमाई हेठ सारा कुछ हो रहा। मैं उन्होंने भी बधाई दिंदा हाँ कि पहला है गोटरी उपर साडा जो सैमीनार है, और धन्नवादी हाँ पशु पालकों का जो पशु पालक वीरां ने सारा कुछ बहुत ही बेकीमती जो विचार ने डॉक्टर मनदीप सिंगला जी लाए, और आस करदा कि जो उन्होंने विचार दसे ने, जो बड़मूले अपने तजर्बे दसे ने, उन्होंने तो बहुत कुछ ग्रहण करनगे, और उन्होंने दसे अनुसार ही मेरे पशु पालक वीर जो बकरी पालना धंधा है वो लाहेबंद बनाएंगे। और इस तरह ही असीं आस करते हैं कि अगे तो भी जिन्नी जल्दी हो सके इदां दे वैबीनार या सैमीनार असीं लगाइए और लिखिए, ताकि पशु पालकों को बहुत 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 इसका फायदा होवे। और धन्यवाद सारे पशु पालकों का, बकरी पालन करता का, जिन्होंने अपने प्रश्न पूछे डॉक्टर मनदीप सिंगला जी तो, और उन्होंने बहुत ही अच्छे तरीके नाल वैबीनार दे विच उन्होंने जवाब दिते, और बहुत बड़ियां बरमूलियां जो गल्लां दसियां ने। मैं अपना भी 35 साल का जो फ्रैशर कोर्स लगाया है इन्हां कोल, और बहुत कुछ मैं भी ग्रहण किया है। तो और असीं इस तरह ही इदां दे वैबीनार या सैमीनार लगाते रहांगे, और डॉक्टर साहब नूं अपने इहदे विच मंत्रित करते रहांगे, और पशु पालक वीर वध तो वध इन्हां जुड़न और इन्हां गल्लां दा, इन्हां स्कीमां दा साडा फायदा उठान। और जो ये धंधा है बकरी पालन का, जो कि बहुत ही एक लाहेबंद धंधा है, एक गरीब दी गां है, उन्होंने वध तो वध अपनाउण। और एक बार फिर मनदीप जी का बहुत बहुत धन्यवाद, डॉक्टर केवल अरोड़ा जी तुहाडा बहुत धन्यवाद, पशु पालक वीर स्पैशली जिन्होंने ये हिस्सा लिया और ये प्रश्न पूछ के लाहा लिया, और उन्होंने बहुत बहुत धन्यवाद एक बार फिर डॉक्टर केवल अरोड़ा जी। अगे तो भी मैं तुहानूं बेनती करदा कि इदां दे जो प्रोग्राम है जल्दी जल्दी लिखो, और अपनी सवावां जो पशु पालन महकमे दी सवावां ने आपां उन्हां तों वध तो वध लोकां तक पहुंचा सकीए। साडियां स्कीमां ने जो गवर्नमेंट दी स्कीमां ने वो भी असीं वध तो वध गरीबां लोकां, गरीब पशु पालक तक पहुंचा सकीए। एक बार फिर धन्नवाद तुहाडा बहुत बहुत डॉक्टर केवल अरोड़ा जी, मनदीप सिंगला जी एंड नवदीप सिंह। थैंक यू। ਡਾਕਟਰ ਨਰਿੰਦਰ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡੀ ਅਸੀਂ ਵੇਖ ਰਹੇ ਸੀ ਤੁਸੀਂ ਬੜੇ ਰੁਝੇਵੇਂ ਦੇ ਵਿੱਚ ਸੀ, 5 ਵਜੇ ਤੁਹਾਨੂੰ ਛੁੱਟੀ ਹੋਈ ਆ ਤੇ ਉਸ ਤੋਂ ਬਾਅਦ ਤੁਸੀਂ ਇਸ ਸੈਮੀਨਾਰ ਦੇ ਵਿੱਚ ਇਨਵੋਲਡ ਹੋ। ਮੇਰੀ ਸਾਰੇ ਪਸ਼ੂ ਪਾਲਕ ਵੀਰਾਂ ਨੂੰ ਬੇਨਤੀ ਹੈ ਕਿ ਜਿਹੜਾ ਅੱਜ ਦਾ ਸੈਮੀਨਾਰ ਸੀ ਉਹ YouTube ਲਾਈਵ ਚੱਲ ਰਿਹਾ ਸੀ। ਸੋ ਸਾਡਾ ਇੱਕ ਚੈਨਲ ਹੈ GGSSC ਅਬੋਹਰ, ਮੈਂ ਉਹਦਾ ਚੈਟ ਦੇ ਵਿੱਚ ਸ਼ੇਅਰ ਕਰ ਦਿੱਤਾ, ਉਹਦੇ ਉੱਤੇ ਇਹ ਲੈਕਚਰ ਜਿਹੜਾ ਵਾ ਉਹਦੀ ਰਿਕਾਰਡਿੰਗ ਮੌਜੂਦ ਹੋਏਗੀ। ਸੋ ਤੁਸੀਂ ਆਪ ਇਸ ਲੈਕਚਰ ਨੂੰ ਦੁਬਾਰਾ ਸੁਣਨਾ ਚਾਹੋ ਜਾਂ ਤੁਸੀਂ ਆਪਣੇ ਕਿਸੇ ਫਰੈਂਡ ਨੂੰ ਰਿਕਮੈਂਡ ਕਰਨਾ ਚਾਹੋ, GGSSC ਅਬੋਹਰ ਇੱਕ YouTube ਚੈਨਲ ਹੈ ਜਿਹਦੇ ਉੱਤੇ ਇਹ ਲੈਕਚਰ ਲਾਈਵ ਚੱਲਿਆ ਸੀ ਤੇ ਉਹਦੇ ਉੱਤੇ ਦੀ ਰਿਕਾਰਡਡ ਵਰਜਨ ਜਿਹੜੀ ਹੈ ਉਹ ਪਈ ਹੋਏਗੀ। ਸੋ ਅਖੀਰ ਦੇ ਵਿੱਚ ਮੈਂ ਇੱਕ ਵਾਰੀ ਫੇਰ ਡਾਕਟਰ ਮਨਦੀਪ ਜੀ ਜਿਨ੍ਹਾਂ ਨੇ ਕਿਉਂਕਿ ਉਹ ਵੀ ਉਹਨਾਂ ਦਾ ਵਰਕਿੰਗ ਸੀ, 5 ਵਜੇ ਉਹਨਾਂ ਨੂੰ ਛੁੱਟੀ ਹੁੰਦੀ ਹੈ, ਸ਼ਾਇਦ ਕਾਲਜ ਦੇ ਵਿੱਚ ਐਗਜ਼ਾਮ ਵੀ ਚੱਲ ਰਹੇ ਨੇ, ਤੋ ਆਪਣੇ ਬੜੇ ਰੁਝੇਵੇਂ ਭਰੇ ਸਮਿਆਂ 'ਚ ਸਮਾਂ ਕੱਢ ਕੇ ਉਹਨਾਂ ਨੇ ਅੱਜ ਸਾਨੂੰ ਪ੍ਰਵਾਨਗੀ ਦਿੱਤੀ ਹੈ। ਸਾਰੇ ਕਿਸਾਨ ਵੀਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਥੋੜੇ ਦਿਨਾਂ ਤੱਕ ਅਸੀਂ ਇੱਕ ਜਿਹੜੇ ਲਾਰਜ ਐਨੀਮਲ ਨੇ ਜਾਂ ਜਿੰਨੇ ਵੀ ਸਾਡਾ ਲਾਈਵ ਸਟਾਕ ਹੈ ਉਹਦੇ ਵਿੱਚ ਚਿਚੜਾਂ ਦੀ ਸਮੱਸਿਆ ਜਿਹੜੀ ਆ ਸਾਨੂੰ ਬਹੁਤ ਆ ਰਹੀ ਹੈ। ਸੋ ਉਹਦੇ ਲਈ ਅਸੀਂ ਜਲਦੀ ਹੀ ਇੱਕ ਯੂਨੀਵਰਸਿਟੀ ਦੇ ਐਕਸਪਰਟ ਦੇ ਨਾਲ ਰਾਬਤਾ ਕਰਕੇ ਉਮੀਦ ਹੈ ਇਸੇ ਹਫ਼ਤੇ ਦੇ ਵਿੱਚ ਇੱਕ ਚਿਚੜਾਂ ਤੋਂ ਰੋਕਥਾਮ ਕਿਵੇਂ ਕੀਤੀ ਜਾਵੇ ਇਹ ਸੈਮੀਨਾਰ ਅਸੀਂ ਆਰਗੇਨਾਈਜ਼ ਕਰਨ ਜਾ ਰਹੇ ਹਾਂ। ਸੋ ਇਹਦੇ ਨਾਲ ਹੀ ਆਪਣੇ ਸੈਮੀਨਾਰ ਦੀ ਸਮਾਪਤੀ ਅਖੀਰ ਤੇ ਇੱਕ ਵਾਰੀ ਮੈਂ ਫੇਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਇੱਥੇ ਆਪਾਂ ਸਮਾਪਤੀ ਕਰਨ ਜਾ ਰਹੇ ਹਾਂ ਜੀ। ਬਹੁਤ ਬਹੁਤ ਧੰਨਵਾਦ। ਡਾਕਟਰ ਸਾਹਿਬ ਇੱਕ ਲਾਈਨਾਂ ਜਿਹੜੀਆਂ ਹੈਗੀਆਂ ਜਿਵੇਂ ਡਾਕਟਰ ਸਾਹਿਬ ਕਹਿ ਰਹੇ ਸੀ ਵੀ ਸਮੇਂ ਦੇ ਨਾਲ ਕਿਤੇ ਕੋਈ ਟੱਪਰੀ ਵਾਸ ਲੋਕ ਬੱਕਰੀਆਂ ਰੱਖਦੇ ਸੀ, ਕਿਤੇ ਛੜੇ ਰੱਖਦੇ ਸੀ, ਪਰ ਹੁਣ ਦੇ ਵਿੱਚ ਜਿਹੜੇ ਮੈਂ ਲਾਈਨਾਂ ਕਹਿਣਾ ਚਾਹਾਂਗੇ ਕਿ ਨਾਲ ਸਮੇਂ ਦੇ ਬਦਲਦੇ ਜ਼ਿੰਦਗੀ ਦੇ ਦਸਤੂਰ, ਨਾਲ ਸਮੇਂ ਦੇ ਬਦਲਦੇ ਜ਼ਿੰਦਗੀ ਦੇ ਦਸਤੂਰ ਹੁਣ ਏਟੀਐਮ ਹੋਏ ਕਿਸਾਨ ਦੇ
ਮੁਰਗਾ ਬੱਕਰੀ ਸੂਰ। ਸੋ ਜਿਹੜਾ ਸਮੇਂ ਦੇ ਨਾਲ ਜਿਹੜਾ ਹੈਗਾ ਹੁਣ ਕੈਸ਼ ਕ੍ਰੌਪ ਜਿਸ ਤਰ੍ਹਾਂ ਹੁੰਦੀ ਹੈ, ਜਿਹੜੇ ਬੱਕਰੀ ਪਾਲਣ, ਸੂਰ ਪਾਲਣ ਔਰ ਮੁਰਗੀ ਪਾਲਣ ਦੇ ਜਿਹੜੇ ਧੰਦੇ ਆ ਇਹ ਕਿਸਾਨ ਲਈ ਬਹੁਤ ਲਾਹੇਵੰਦ ਹੋ ਰਹੇ ਆ। ਸੋ ਲਾਭ ਡੇਅਰੀ ਮਿਲ ਦੇ ਵਿੱਚ ਵੀ ਇਸੇ ਤਰ੍ਹਾਂ ਜੇ ਤੁਸੀਂ ਸਾਡਾ ਸਾਥ ਦਿੰਦੇ ਰਹੋਗੇ। ਔਰ ਇੱਕ ਮੈਂ ਤੁਹਾਨੂੰ ਹੋਰ ਦੱਸਣਾ ਚਾਹਾਂਗਾ ਕਿ ਅਸੀਂ ਇੱਕ ਰਿਕਾਰਡਿੰਗ ਜਿਹੜੀ ਸਪੈਸ਼ਲ ਬੱਕਰੀ ਪਾਲਣ ਦੇ ਉੱਤੇ ਕਰਵਾ ਰਹੇ ਹਾਂ, ਜਿਹਦੇ ਵਿੱਚ ਇਸੇ ਤਰ੍ਹਾਂ ਡਾਕਟਰ ਸਾਹਿਬ ਤੋਂ ਸਵਾਲ ਪੁੱਛ ਕੇ ਤੁਹਾਨੂੰ ਜਾਣਕਾਰੀ ਦਿੱਤੀ ਜਾਵੇਗੀ। ਉਹ ਵੀ ਜਿਹੜਾ ਅਸੀਂ YouTube ਚੈਨਲਾਂ ਤੇ Facebook ਤੇ ਉਹਨੂੰ ਸਾਂਝੀ ਕਰਾਂਗੇ। ਸੋ ਅੱਗੇ ਡਾਕਟਰ ਮਨਦੀਪ ਜੀ ਜੋ ਪ੍ਰੋਗਰਾਮ ਦੱਸਣਗੇ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ। ਚਲੋ ਆਪਾਂ ਇਸ ਦੇ ਨਾਲ ਹੀ ਸਮਾਪਤੀ ਕਰ ਰਹੇ ਹਾਂ ਜੀ। ਥੈਂਕ ਯੂ ਨਵਦੀਪ ਜੀ, ਥੈਂਕ ਯੂ ਡਾਕਟਰ ਅਰੋੜਾ ਜੀ, ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਤੁਹਾਡਾ।